ਹੁਣ ਇਹੀ ਬੱਲਬ ਹੈ ਜਿਹੜਾ, ਇਹੀ ਬੱਲਬ ਨੂੰ ਮੈਂ ਉਤਾਰ ਲੈਣਾ, ਹੁਣ ਇਸੇ ਬੱਲਬ ਨੂੰ ਮੈਂ ਮਨੀ ਜੀ ਦੇ ਮੱਥੇ ਤੇ ਲਾ ਦਿੰਦਾ, ਜਗਿਆ ਨਹੀਂ ਹੈ, ਮੇਰੇ ਮੱਥੇ ਤੇ ਲਾ ਦਿੰਦਾ, ਇਹ ਜਗ ਪੈਂਦਾ। ਤੁਸੀਂ ਕਹੋ ਜੀ ਆਹ ਕੀ ਕਾਰਨ ਹੋਇਆ? ਪਸੀਨਾ ਆਉਣ ਨਾਲੇ ਤਾਂ ਸਰਕਟ ਪੂਰਾ ਹੋ ਗਿਆ। ਹੁਣ ਇਹਨਾਂ ਦੇ ਮੱਥੇ ਦੇ ਉੱਤੇ ਅਸੀਂ ਆਹੀ ਪਾਣੀ ਲਾ ਦਿੰਦੇ ਹਾਂ, ਪਸੀਨਾ ਆ ਗਿਆ ਮੰਨ ਲਓ ਇਹਨਾਂ ਨੂੰ, ਲਓ ਜੀ ਆਹੀ ਬੱਲਬ ਇਹਨਾਂ ਤੇ ਲਾ ਦਿੰਦੇ ਹਾਂ। ਹੁਣ ਅਸੀਂ ਆ ਲਓ, ਇਹਨਾਂ ਦੇ ਮੱਥੇ ਤੇ ਵੀ ਜਗ ਰਿਹਾ। ਹੁਣ ਇਹ ਵੀ ਬੜਾ ਮੇਰਾ ਪਪੂਲਰ ਯੰਤਰ ਹੋਇਆ, ਤੇ ਇਸ ਦੀ ਇੱਕ ਤਾਰ ਮੈਂ ਪਕੜੀ ਹੈ, ਇੱਕ ਤੁਸੀਂ ਪਕੜ ਲਓ। ਤਾਂ ਹੁਣ ਦੇਖੋ ਕੋਈ ਆਵਾਜ਼ ਨਹੀਂ ਆ ਰਹੀ, ਪਰ ਇਹ ਆਵਾਜ਼ ਤਾਂ ਆਊਗੀ ਜੇ ਮੈਂ ਤੁਹਾਨੂੰ ਪਕੜੂੰਗਾ। ਜਿਵੇਂ ਤੁਹਾਨੂੰ ਮੈਂ ਛੱਡ ਦਿੰਨਾ, ਜਿਵੇਂ ਤੁਹਾਨੂੰ ਛੱਡ ਦਿੰਨਾ, ਆਵਾਜ਼ ਬੰਦ। ਰੋਸ਼ਨੀ ਹੈ ਇਸ ਟਾਈਮ, ਤਾਂ ਇਹ ਬੱਲਬ ਜਗ ਨਹੀਂ ਰਿਹਾ। ਹੁਣ ਜੇ ਮੈਂ ਇੱਥੇ ਹਨੇਰਾ ਕਰ ਦੂੰਗਾ ਤਾਂ ਬੱਲਬ ਨੇ ਆਪਣੇ ਇੱਥੇ ਇਹਦਾ ਡਿਟੈਕਟਰ ਲੱਗਿਆ ਹੋਇਆ, ਆਹ ਦੇਖੋ ਇਹਦੇ ਉੱਤੇ ਹਨੇਰਾ ਕਰਤਾ ਮੈਂ, ਹੁਣ ਇਹਦੇ ਉੱਤੇ ਚਾਨਣਾ ਹੋ ਗਿਆ ਤਾਂ ਲਾਈਟ ਆਪਣੇ, ਹੁਣ ਸਵੇਰ ਹੁੰਦੇ ਸਾਰ ਲਾਈਟਾਂ ਬੁੱਝ ਜਾਣਗੀਆਂ, ਰਾਤ ਹੁੰਦੇ ਸਾਰ ਆਪਣੇ ਆਪ ਇਹ ਜਗਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਇਸ ਨੂੰ ਤਾਹਾਂ ਨੂੰ ਚੱਕਣਾ ਆਪਾਂ ਨੇ, ਤਾਂ ਤਾਹਾਂ ਨੂੰ ਚੱਕਣ ਦੇ ਲਈ ਮੈਂ ਇੱਧਰੋਂ ਬਸ ਪ੍ਰੈਸ਼ਰ ਲਗਾਉਣਾ, ਉਹ ਚੀਜ਼ ਨੇ ਆਪਣੇ ਆਪ ਤਾਹਾਂ ਹੋ ਜਾਣਾ। ਆਹ ਦੇਖਿਓ ਤੁਸੀਂ, ਲਓ ਜੀ। ਹੁਣ ਤੁਸੀਂ ਇੱਧਰੋਂ ਇਹਨੂੰ ਵਾਪਸ ਖਿੱਚ ਲਓ ਜੀ, ਤੇ ਉਹ ਥੱਲੇ ਆ ਜੂਗੀ। ਉਹ ਆਣੀ ਸ਼ੁਰੂ ਹੋ ਗਈ, ਹੋ ਗਈ ਹੋ ਗਈ ਹੋ ਗਈ। ਬਸ ਜਦੋਂ ਹੀ ਸਾਡੀਆਂ ਸ਼ਰਤਾਂ ਪੂਰੀਆਂ ਪ੍ਰਯੋਗ ਨੇ ਹੋ ਜਾਣਾ। ਆਹ ਦੇਖੋ ਉਹੀ ਚੀਜ਼ ਹੁਣ ਥੱਲੇ ਆ ਗਈ। ਜੇ ਹੁਣ ਇਹਦੇ ਤੇ ਬੰਦੇ ਖੜਾ ਦਈਏ ਤੇ ਥੱਲੋਂ ਅਸੀਂ ਐਂ ਹਵਾ ਭਰ ਦਿਆ ਕਰੀਏ ਤੇ ਲਿਫਟ ਬਣ ਗਈ। ਆਹ ਦੇਖੋ ਇਹ ਸੈਂਸਰ ਹੈ, ਇਹ ਜਿਵੇਂ ਮੈਂ ਇਹਦੇ ਥੱਲੇ ਹੱਥ ਕਰੂੰਗਾ, ਆਹ ਇਹ ਉਨੀ ਦੇਰ ਤੱਕ ਇਹਨੇ ਚੱਲੀ ਜਾਣਾ। ਹਾਂ ਤੁਸੀਂ ਵੀ ਕਰ ਦਿਓ, ਹਾਂ 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 ਬਿਲਕੁਲ ਠੀਕ। ਆਹ ਦੇਖੋ ਇਸ ਗੁਬਾਰੇ ਨੂੰ ਜਦੋਂ ਇਹਦੇ ਕੋਲ ਲੈ ਕੇ ਜਾਊਂਗਾ ਤਾਂ ਇਹ ਤਾਹਾਂ ਨੂੰ ਆਉਣਗੇ। ਦੇਖਿਓ ਤੁਸੀਂ, ਇਹ ਖਿੱਚੂਗਾ ਇਹਨਾਂ ਨੂੰ, ਸਾਰੇ ਟੁਕੜਿਆਂ ਨੂੰ। ਆ ਨੇੜੇ ਤੋਂ ਦਿਖਾ ਦਿਓ ਜੀ ਇਹਨਾਂ ਨੂੰ ਕਿ ਇਹ ਕਿਵੇਂ ਖਿੱਚੂਗਾ। ਇਹ ਦੇਖਿਓ, ਇਹ ਦੇਖਿਓ, ਕਿਉਂਕਿ ਇਹਦੀ ਇਲੈਕਟ੍ਰਿਕ ਫੀਲਡ ਹਾਲੇ ਦੂਰ ਹੈ। ਇਹ ਆ ਗਈ ਆ ਗਈ ਆ ਗਈ, ਆ ਨੇੜੇ ਆ ਗਈ। ਆ ਦੇਖੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਅੱਜ ਦੀ ਇੰਟਰਵਿਊ ਬੇਹੱਦ ਖਾਸ ਹੋਣ ਵਾਲੀ ਹੈ, ਖਾਸ ਵੀ, ਰੋਮਾਂਚਕ ਵੀ, ਤੇ 1 ਮਿੰਟ ਵੀ ਤੁਹਾਨੂੰ ਇਹ ਵੀਡੀਓ, 1 ਸਕਿੰਟ ਵੀ ਵੀਡੀਓ ਬੋਰ ਨਹੀਂ ਹੋਣ ਦੇਊਗੀ। ਤੁਹਾਨੂੰ ਸਾਇੰਸ ਦਾ ਅੱਜ ਕਮਾਲ ਦਿਖਾਵਾਂਗੇ। ਮੇਰੇ ਨਾਲ ਮੌਜੂਦ ਰਹਿਣਗੇ ਸਰ ਜਸਵਿੰਦਰ ਸਿੰਘ, ਨੈਸ਼ਨਲ ਅਵਾਰਡੀ, ਜਿਹੜੇ ਕਿ ਸਾਇੰਸ ਦੇ ਮਾਸਟਰ ਨੇ, ਤੇ ਉਹਨਾਂ ਦੇ ਕ੍ਰਿਸ਼ਮੇ ਹੀ ਕਰਦੇ ਆ ਉਹ ਸਾਇੰਸ ਦੇ ਨਾਲ। ਜਿਹੜੇ ਲੋਕ ਕਹਿੰਦੇ ਆ ਨਾ ਕਿ ਸਾਇੰਸ ਸਾਡੇ ਸਮਝ 'ਚ ਨਹੀਂ ਆਉਂਦੀ, ਉਹ ਵੀਡੀਓ ਦੇ ਨਾਲ ਲਗਾਤਾਰ ਬਣੇ ਰਹੇ ਹੋ, ਅਤੇ ਸਾਇੰਸ ਤੁਹਾਨੂੰ ਬਹੁਤ ਕੁਝ ਸਿਖਾਊਗੀ। ਸਰ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਦਿਖਾਉਣਗੇ ਵੀ, ਅਤੇ ਆਪਣੇ ਘਰ ਦੇ ਵਿੱਚ ਵੀ ਇਹ ਤਜਰਬੇ ਕਰਕੇ ਦੇਖ ਸਕਦੇ ਹੋ। ਸਰ ਸਾਡੇ ਨਾਲ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ ਸੁਰਖਾਬ ਟੀਵੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਕਰਦਾ ਸੁਰਖਾਬ ਚੈਨਲ ਦਾ। ਸਰ ਜੀ ਮੈਂ ਪਹਿਲੀ ਗੱਲ ਕਰਾਂ, ਆਪਾਂ ਪ੍ਰੈਕਟੀਕਲ 'ਤੇ ਥੋੜ੍ਹਾ ਜਿਹਾ ਬਾਅਦ 'ਚੋਂ ਆਉਣਾ, ਪਹਿਲੀ ਸਵਾਲ ਤੁਹਾਨੂੰ ਕਰਾਂ ਕਿ ਸ਼ੌਂਕ ਕਿੱਥੋਂ ਪਿਆ? ਪਹਿਲਾਂ ਸਾਇੰਸ ਦੇ ਨਾਲ ਇੰਨਾ ਗੂੜਾ ਰਿਸ਼ਤਾ ਤੁਹਾਡਾ, ਇੰਨਾ ਗੂੜਾ ਨਾਤਾ ਕਿਵੇਂ ਪਿਆ? ਹਾਂ, ਮੈਂ ਇੱਥੇ ਸਮੂਹ ਦਰਸ਼ਕਾਂ ਦਾ ਧੰਨਵਾਦ ਵੀ ਕਰਦਾ ਜਿਹੜੇ ਸਾਨੂੰ ਇਸ ਵਕਤ ਦੇਖ ਰਹੇ ਆ, ਅਤੇ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਚੱਲ ਕੇ ਆਏ ਹੋ। ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਰਿਸ਼ਤਾ ਜਿਹੜਾ ਨਾ, ਇਹ ਬਚਪਨ ਤੋਂ ਹੀ ਪੈ ਜਾਂਦਾ ਹੁੰਦਾ। ਵਿਦਿਆਰਥੀ ਦਾ ਜਿਹੜਾ ਝੁਕਾਅ ਹੈ ਨਾ, ਉਹ ਬਚਪਨ ਤੋਂ ਹੀ ਦੇਖ ਲਿਆ ਜਾਂਦਾ ਕਿ ਜਦੋਂ ਬਚਪਨ ਦੇ ਵਿੱਚ ਅਸੀਂ ਆਪਣਾ ਸਾਈਕਲ ਚਲਾਉਣਾ, ਅਤੇ ਉਹ ਸਾਈਕਲ ਦੀ ਗਤੀ ਕਦੇ ਇੰਨੀ ਜ਼ਿਆਦਾ ਸਲੋਅ ਕਰ ਲੈਣੀ, ਕਦੇ ਉਸ ਨੂੰ ਬਹੁਤ ਤੇਜ਼ ਭਜਾਉਣਾ, ਕਿਉਂਕਿ ਉਦੋਂ ਸਾਈਕਲ ਹੀ ਹੁੰਦੇ ਸੀ ਸਾਡੇ ਕੋਲ। ਤਾਂ ਕਾਰਾਂ, ਸਕੂਟਰ, ਇਹ ਤਾਂ ਬਾਅਦ ਦੀਆਂ ਗੱਲਾਂ ਹੋਈਆਂ। ਤਾਂ ਉਹ ਜਿਹੜੀ ਚੀਜ਼ ਹੈ ਵੀ ਉਸ ਦੇ ਵਿੱਚ ਉਹ ਸਲੋਅ ਸਾਈਕਲਿੰਗ ਇੱਕ ਸਾਡੀ ਰੇਸ ਹੋਇਆ ਕਰਦੀ ਸੀ, ਅਤੇ ਉਸ ਦੇ ਵਿੱਚ ਕੀ ਹੈ ਵੀ ਸਾਈਕਲ ਦੇ ਉੱਤੇ ਜਦ ਬੈਠ ਜਾਣਾ ਬੰਦੇ ਨੇ, ਅਤੇ ਜਿਹੜਾ ਸਭ ਤੋਂ ਸਲੋਅ ਚਲਾਊਗਾ ਉਹ ਫਸਟ ਆਊਗਾ। ਅਤੇ ਉਸ ਦੇ ਵਿੱਚ ਵੀ ਤਜਰਬਾ ਕੀਤਾ ਵੀ ਇਸ ਨੂੰ ਹੌਲੀ ਤੋਂ ਹੌਲੀ ਕਿਵੇਂ ਚਲਾਇਆ ਜਾ ਸਕਦਾ, ਕਿ ਇਹਦੀ ਹਵਾ ਘੱਟ ਰੱਖੀਏ ਜਾਂ ਕਿਵੇਂ ਹਲਕਾ ਰੱਖੀਏ ਇਸ ਨੂੰ। ਤਾਂ ਮਤਲਬ ਸ਼ੁਰੂ ਤੋਂ ਹੀ ਇਹ ਜਿਹੜੇ ਪ੍ਰਯੋਗਾਂ ਵੱਲ ਨੂੰ ਧਿਆਨ ਹੋ ਗਿਆ ਸੀ ਸਾਡਾ। ਅਤੇ ਫਿਰ ਮੈਨੂੰ ਮੌਕਾ ਮਿਲਿਆ ਆਪਣੀ ਜ਼ਿੰਦਗੀ ਦੇ ਵਿੱਚ, ਮੈਂ ਸਟੋਵ ਠੀਕ ਕਰਨ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ। ਅਤੇ ਸਟੋਵ ਠੀਕ ਕਰਿਆ ਕਰਦਾ ਸੀ ਮੈਂ ਇੱਕ ਦੁਕਾਨ ਦੇ ਉੱਤੇ। ਤਾਂ ਉਸ ਦੇ ਵਿੱਚ ਜਿਹੜਾ ਉਹ ਬਰਨਰ ਹੈ, ਬਰਨਰ ਨੂੰ ਲਗਾਉਣਾ, ਉਹ ਵੀ ਮਕੈਨੀਕਲ ਕੰਮ ਸੀਗਾ। ਫਿਰ ਉਸ ਦੇ ਵਿੱਚ ਕੋਈ ਵਾਲਵ ਉਹਦਾ ਲੀਕ ਹੋ ਜਾਣਾ ਹੈ ਨਾ, ਉਹਦਾ ਵਾਲ ਕੱਢ ਕੇ ਉਹਨੂੰ ਫਿੱਟ ਕਰਨਾ, ਮਤਲਬ ਉਹ ਮਕੈਨੀਕਲੀ ਕੰਮ ਚੱਲਦਾ ਰਿਹਾ। ਫਿਰ ਮੈਂ BSc ਕੀਤੀ, ਅਤੇ BSc ਦੇ ਨਾਲ
ਪ੍ਰੈਕਟੀਕਲ ਦਾ ਸਾਡਾ ਜਿਹੜਾ ਸੈਸ਼ਨ ਹੁੰਦਾ ਸੀ, ਕਿਉਂਕਿ ਜਿਹੜੇ ਸਾਇੰਸ ਸਟੂਡੈਂਟ ਹੁੰਦੇ ਆ ਨਾ ਤਾਂ ਉਹਨਾਂ ਨੂੰ ਸਵੇਰੇ ਹੀ ਬਸ ਨੂੜ ਲੈਂਦੇ ਐਂ ਕਹਿ ਲਓ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ 3 ਘੰਟੇ ਸ਼ਾਮ ਨੂੰ ਪ੍ਰੈਕਟੀਕਲ ਹੋਇਆ ਕਰਦੇ ਸੀ। ਮੈਂ ਗਵਰਨਮੈਂਟ ਰਬਦਮਨ ਕਾਲਜ ਨਾਭੇ ਪੜ੍ਹਾਈ ਕੀਤੀ ਆਪਣੀ BSc ਦੀ, ਤਾਂ ਉੱਥੇ ਜਦੋਂ ਅਸੀਂ ਪ੍ਰੈਕਟੀਕਲ ਕਰਦੇ ਸੀ ਨਾ, ਤੇ ਜਿਹੜੇ ਸਾਡੇ ਪ੍ਰੋਫੈਸਰ ਸਾਹਿਬਾਨ ਸੀ ਉਹ ਇਸ ਤਰ੍ਹਾਂ ਪ੍ਰੈਕਟੀਕਲ ਕਰਾਉਂਦੇ ਸੀਗੇ ਵੀ ਆਨੰਦ ਜਿਹਾ ਆ ਜਾਂਦਾ ਸੀ। ਤੇ ਉਹਦੇ ਡੂੰਘਾਈ 'ਚ ਲੈ ਜਾਣਾ ਉਹਨਾਂ ਨੇ। ਜਦੋਂ ਅਸੀਂ ਕੈਮਿਸਟਰੀ ਦੇ ਐਕਸਪੈਰੀਮੈਂਟ ਕਰਨੇ, ਸਾਲਟ ਐਨਾਲਿਸਿਸ ਕਰਨਾ, ਕਦੇ H2S ਗੈਸ ਆ ਗਈ ਹੈ, ਰੋਟਨ ਐਗ ਸਮੈਲ ਆ ਰਹੀ ਹੈ, ਅਸੀਂ ਉਸ ਨੂੰ ਬਾਰ-ਬਾਰ ਉਹਨੂੰ ਸਮੈਲ ਕਰਕੇ ਦੇਖਣਾ, ਫਿਰ ਉਸ ਦੇ ਵਿੱਚ ਆਇਓਡੀਨ ਸੋਲੂਸ਼ਨ ਦੇ ਨਾਲ ਜਿਹੜੇ ਕਰਨੇ, ਫਿਰ ਮਤਲਬ ਸਿਲਵਰ ਨਾਈਟ੍ਰੇਟ ਸੋਲੂਸ਼ਨ ਨੂੰ ਯੂਜ਼ ਕਰਨਾ, ਸੋਡੀਅਮ ਮੈਟਲ ਨੂੰ ਯੂਜ਼ ਕਰ, ਇਹ ਸਾਰੇ ਐਕਸਪੈਰੀਮੈਂਟ ਬਿਊਰੇਟ ਦੇ, ਪਿਪਟ, ਉਹ ਜਦੋਂ ਅਸੀਂ ਕਰਦੇ ਸੀ ਨਾ, ਥਰਮਾਮੀਟਰ ਦੀ ਰੀਡਿੰਗ ਲੈਣੀ, ਤਾਂ ਉਹਦੇ 'ਚ ਐਕੂਰੇਸੀ ਚਾਹੀਦੀ ਹੁੰਦੀ ਹੈ। ਅਤੇ ਉਹ ਐਕੂਰੇਸੀ ਸਾਡੇ ਪ੍ਰੋਫੈਸਰ ਸਾਹਿਬਾਨ ਨੇ ਜਿਹੜੀ ਸਾਡੇ 'ਚ ਪਾਈ ਨਾ, ਉਹ ਬਾਕੀ ਬਾ ਕਮਾਲ ਸੀ। ਔਰ ਅਸੀਂ ਐਕਸਪੈਰੀਮੈਂਟ ਕਰਦੇ ਕਰਦੇ ਮਤਲਬ ਇਹ ਸਾਰਾ ਕੁਝ ਹੱਥੀਂ ਸਿੱਖਦੇ ਸੀਗੇ, ਅਤੇ ਉਹ ਸਾਨੂੰ ਸਮਾਂ ਦਿੰਦੇ ਸੀਗੇ। ਇੱਕ ਵਾਰੀ ਮੈਨੂੰ ਯਾਦ ਹੈ, ਮੇਰੇ ਸਾਈਕਲ ਦੀ ਚਾਬੀ ਹੋਇਆ ਕਰਦੀ ਸੀ, ਅਤੇ ਉਹ ਸਾਈਕਲ, ਕਿਉਂਕਿ ਅਸੀਂ ਕਾਲਜ 'ਤੇ ਉਸ ਵੇਲੇ ਸਾਈਕਲ ਤੇ ਜਾਂਦੇ ਸੀ, ਉਹ ਅੱਜ ਕੱਲ੍ਹ ਵਾਂਗੂ ਨਹੀਂ ਵੀ ਮੁੰਡੇ ਆ ਸਕੂਲ ਦੇ ਵਿੱਚ ਵੀ ਬੁਲਟ ਲੈ ਕੇ ਜਾਂਦੇ ਆ, ਨਹੀਂ, ਅਸੀਂ ਸਾਈਕਲ ਤੇ ਜਾਂਦੇ ਸੀ, ਕੁੜਤਾ ਪਜਾਮਾ ਪਾ ਕੇ ਕਾਲਜ ਚਲੇ ਜਾਂਦੇ ਸੀ, ਕੋਈ ਐਸੀ ਗੱਲ ਨਹੀਂ ਹੁੰਦੀ ਸੀ। ਤਾਂ ਉਸ ਵਕਤ ਉਸ ਚਾਬੀ ਨੂੰ ਅਸੀਂ ਇਲੈਕਟ੍ਰੋਪਲੇਟ ਕੀਤਾ। ਇਲੈਕਟ੍ਰੋਪਲੇਟ ਦਾ ਮਤਲਬ ਹੁੰਦਾ ਹੈ ਵੀ ਇੱਕ ਧਾਤ, ਉਹਦੇ ਉੱਤੇ ਜਿਹੜੀ ਮਰਜ਼ੀ ਤੁਸੀਂ ਚੜ੍ਹਾ ਸਕਦੇ ਹੋ। ਤਾਂ ਸਭ ਤੋਂ ਸਸਤਾ ਸਾਡੇ ਕੋਲ ਜਿਹੜਾ ਹੈ ਕਾਪਰ ਮਿਲ ਜਾਂਦਾ ਸੀ, ਸਾਨੂੰ ਕਾਪਰ ਦੀ ਪਲੇਟ ਦਿੱਤੀ ਉਹਨਾਂ ਨੇ, ਅਸੀਂ ਉਸ ਨੂੰ ਲਾ ਕੇ ਰੱਖਿਆ। 1 ਘੰਟੇ ਬਾਅਦ ਅਸੀਂ ਦੇਖਿਆ ਕਿ ਮੇਰੀ ਜਿਹੜੀ ਚਾਬੀ ਸੀ ਉਹ 'ਤੇ ਮਲੰਮਾ ਹੋ ਗਿਆ ਸੀ, ਬਿਜਲੀ ਮਲੰਮਾ ਜਿਸ ਨੂੰ ਕਹਿੰਦੇ, ਇਲੈਕਟ੍ਰੋਪਲੇਟਿੰਗ ਕਹਿੰਦੇ। ਤਾਂ ਸਾਨੂੰ ਉੱਥੋਂ ਇਹ ਗੱਲ ਸਮਝ ਆ ਗਈ ਵੀ ਇਸ ਚਾਬੀ ਦੇ ਉੱਤੇ ਜਿਹੜੀ ਤਹਿ ਲੱਗੀ ਹੈ ਨਾ, ਇਹ ਤਾਂਬੇ ਦੀ ਤਹਿ ਲੱਗੀ ਹੈ, ਹੁਣ ਚਾਬੀ ਤਾਂਬੇ ਵਾਲੀ ਬਣ ਗਈ ਸਾਡੀ, ਉਹੀ ਲੋਹੇ ਦੀ ਚਾਬੀ ਨੂੰ। ਮਤਲਬ ਕਿੰਨਾ ਉਸ ਵਕਤ ਸਾਨੂੰ ਇਸ ਗੱਲ ਦਾ ਆਨੰਦ ਆਇਆ ਹੋਊਗਾ ਵੀ ਇੱਕ ਲੋਹੇ ਦੀ ਚਾਬੀ ਨੂੰ ਅਸੀਂ ਤਾਂਬੇ ਵਾਲੀ ਦੇਖ ਰਹੇ ਸੀ। ਤਾਂ ਉਹ ਪ੍ਰਯੋਗ ਜਿਹੜੇ ਆ ਸ਼ੁਰੂ ਤੋਂ ਹੀ ਵਿਦਿਆਰਥੀ ਦਾ ਝੁਕਾਅ ਹੁੰਦਾ। ਤਾਂ ਮੈਂ ਆਪਣੇ ਦੇਸ਼ ਦੀ ਜੇ ਗੱਲ ਕਰਾਂ ਕਿ ਸਾਡੇ ਦੇਸ਼ ਦੇ ਸਿਸਟਮ ਦੇ ਵਿੱਚ ਜੇ ਕਿਤੇ ਇਹ ਆ ਜੇ ਨਾ ਕਿ ਜਿਹੜਾ ਬੱਚਾ ਕਿਸ ਪਾਸੇ ਨੂੰ ਜਾ ਰਿਹਾ ਹੈ, ਉਹਦਾ ਰੁਝਾਨ ਕਿੱਧਰ ਨੂੰ ਹੈ, ਜੇ ਉਸੇ ਪਾਸੇ ਨੂੰ ਅਸੀਂ ਉਦੋਂ ਤੋਂ ਹੀ ਲਾ ਦਈਏ ਨਾ, ਤਾਂ ਮੇਰੇ ਖਿਆਲ 'ਤੇ ਤਰੱਕੀ ਦਿਨਾਂ 'ਚ ਹੀ ਹੋ ਜੂਗੀ। ਇੱਕ ਬੜੀ ਖਾਸ ਗੱਲ ਹੈ, ਹੁਣ ਜੇ ਆਪਾਂ ਪਿਛਲੇ 10 ਕੁ ਸਾਲਾਂ ਦੀ ਗੱਲ ਕਰ ਲਈਏ, ਸਾਇੰਸ ਵੱਲ ਬਹੁਤਾ ਘੱਟ ਰੁਝਾਨ ਹੋਇਆ ਬੱਚਿਆਂ ਦਾ। ਹੁੰਦਾ +2 ਕਰਦਾ ਬੱਚਾ, ਆਰਟਸ ਨਾਲ ਕਰਦਾ ਹੈ, ਤੇ ਫਿਰ ਉਦੋਂ ਬਾਅਦ ਜਹਾਜ਼ ਚੜ੍ਹਨ ਦੇ ਸੁਪਨੇ ਦੇਖਣ ਲੱਗ ਜਾਂਦਾ। ਮੰਨਦੇ ਹੋ ਇਹ ਗੱਲ ਨੂੰ? ਬਿਲਕੁਲ, ਇਹ ਸਹੀ ਹੈ ਤੁਹਾਡੀ ਗੱਲ ਕਿ ਜਹਾਜ਼ ਚੜ੍ਹਨ ਦੇ ਸੁਪਨੇ ਉਹ ਤਾਂ ਦੇਖਦਾ ਵੀ ਸਾਡੇ ਦੇਸ਼ ਦੇ ਵਿੱਚ ਉਹਦੇ ਲਈ ਜਿੰਨੀਆਂ ਸਾਨੂੰ ਲੋੜਾਂ ਪੂਰੀਆਂ ਕਰਨ ਦੇ ਲਈ ਸਰੋਤ ਇਕੱਠੇ ਕਰਨੇ ਸੀ, ਉਹ ਅਸੀਂ ਕਰਕੇ ਸੰਭਾਲ ਕੇ ਰੱਖੇ, ਉਹਨੂੰ ਦੱਸਿਆ ਹੀ ਨਹੀਂ ਹੈਗਾ ਵੀ ਸਾਡੇ ਕੋਲ ਵੀ ਸਰੋਤ ਹੈਗੇ ਆ। ਜੇ ਦੇਖਿਆ ਜਾਵੇ ਤਾਂ ਬਾਹਰਲੇ ਮੁਲਕ 'ਚ ਜਾਣ ਨਾਲੋਂ ਸਾਡੇ ਦੇਸ਼ ਦੇ ਵਿੱਚ ਇੰਨਾ ਕੁਛ ਹੈ ਵੀ ਇੱਕ ਵਿਦਿਆਰਥੀ ਇੱਥੇ ਬੈਠਾ ਖੋਜਾਂ ਵੀ ਕਰ ਸਕਦਾ, ਇੱਥੇ ਬੈਠਾ ਪੈਸੇ ਵੀ ਕਮਾ ਸਕਦਾ। ਪਰ ਹੋੜ ਬਾਹਰ ਦੀ ਇਸ ਕਰਕੇ ਲੱਗ ਗਈ ਕਿਉਂਕਿ ਅਸੀਂ ਵਿਦਿਆਰਥੀ ਨੂੰ ਉਹ ਚੀਜ਼ ਆਪਣੇ ਦੇਸ਼ ਦੇ ਵਿੱਚ ਦਿਖਾ ਨਹੀਂ ਸਕੇ। ਅੱਜ ਜਿੱਥੇ ਮੈਂ ਗੱਲ ਕਰਦਾ ਹੁੰਦਾ ਵੀ ਇਹ ਬਾਬੇ ਆ ਜਿਹੜੇ ਸਾਡੇ ਇੱਥੇ, ਜਿਹੜਾ ਧਰਮ ਦਾ ਜਿਹੜਾ ਹੈਗਾ ਜੈ ਜੈਕਾਰ ਕਹਿ ਲਓ, ਹੈ ਨਾ, ਉਹ ਤਾਂ ਠੀਕ ਹੈ, ਲੇਕਿਨ ਜਿਹੜੇ ਬਾਬਿਆਂ ਨੇ ਉਸ ਨੂੰ ਪਖੰਡ ਦੇ ਵਿੱਚ ਬਦਲ ਲਿਆ, ਉਹਦਾ ਕਾਰਨ ਇਹੀ ਬਣਿਆ ਵੀ ਅਸੀਂ ਵਿਦਿਆਰਥੀਆਂ ਤੱਕ ਵਿਗਿਆਨ ਨੂੰ ਪਹੁੰਚਾਇਆ ਨਹੀਂ ਹੈ। ਤੇ ਜਿਹੜੇ ਬਾਬਿਆਂ ਦੀ ਗੱਲ ਹੁਣ ਤੁਸੀਂ ਕੀਤੀ ਹੈ, ਬਾਬੇ ਵੀ ਫਿਰ ਸਾਇੰਸ ਨਾਲ ਜੁੜੇ ਹੁੰਦੇ? ਸਾਰਾ ਬਾਬੇ ਵੱਧ ਸਾਇੰਸ ਜਾਣਦੇ ਹੁੰਦੇ ਆ, ਕਿਉਂਕਿ ਉਹ ਸਾਇੰਸ ਲੋਕਾਂ ਤੱਕ ਪਹੁੰਚਣ ਨਹੀਂ ਦਿੰਦੇ, ਉਹ ਆਪਣੇ ਕੋਲ ਸੀਮਤ ਰੱਖਦੇ ਆ। ਜੇ ਲੋਕਾਂ ਤੱਕ ਪਹੁੰਚੇ ਭੇਦ ਖੁੱਲ ਜੂਗਾ ਵੀ ਬਾਬਾ ਕਰਦਾ ਕਿਵੇਂ ਹੈ, ਇਹ ਕਿਹੜਾ ਸਾਲਟ ਵਰਤ ਰਿਹਾ ਹੈ, ਇਹਦੀ ਅੱਗ ਕਿਵੇਂ ਲਾ ਰਿਹਾ ਹੈ, ਪਾਣੀ 'ਚ ਅੱਗ ਕਿਵੇਂ ਲਾ ਦਿੰਦਾ। ਇੱਕ ਬੜੀ ਖਾਸ ਗੱਲ ਹੈ ਕਿ ਇੱਕ ਭਾਂਡੇ ਦੇ ਵਿੱਚੋਂ ਨਾ ਰਾਖ ਪੈਦਾ ਕਰ ਲੈਂਦੇ ਆ, ਉਹ ਇੱਕ ਵਾਰ ਜ਼ਰੂਰ ਦੱਸਿਓ ਕਿ ਉਹ ਕਾਰਨ ਕਿਵੇਂ ਹੁੰਦਾ। ਦੇਖੋ, ਮੈਂ ਤੁਹਾਨੂੰ ਹੁਣੇ ਇਸ ਗੱਲ ਦਾ ਦੱਸ ਦਿੰਨਾ ਕਿ ਉਹ ਜਿਹੜੀ ਰਾਖ ਪੈਦਾ ਕਰਨੀ ਹੈ ਉਹ ਕੈਮੀਕਲ ਰਿਐਕਸ਼ਨ ਹੋਇਆ ਕਰਦਾ। ਇੱਕ ਤੁਸੀਂ ਐਲੂਮੀਨੀਅਮ ਦੀ ਕੋਈ ਤਾਰ ਲੈ ਲਓ, ਐਲੂਮੀਨੀਅਮ ਦੀ ਤਾਰ ਦੇ ਨਾਲ ਜਦੋਂ ਤੁਸੀਂ ਸਲਫਰ ਨੂੰ ਰਗੜੋਗੇ ਤਾਂ ਉਹਦੀ ਸਵਾਹ ਬਣ ਜਾਣੀ ਹੈ ਇਮੀਡੀਏਟਲੀ। ਤਾਂ ਉਹ ਸਵਾਹ ਦਾ ਰੂਪ 2 ਮਿੰਟ ਉਹ ਬਾਬਾ ਗੱਲਾਂ ਕਰਦਾ ਰਹਿੰਦਾ ਤੁਹਾਡੇ ਨਾਲ, ਉਹਨੂੰ ਘੁਮਾਈ ਜਾਂਦਾ ਜਾਂ ਹੱਥ ਹਥੇਲੀ ਤੇ ਰੱਖ ਲੈਂਦਾ। ਉਹ ਪੰਜੀ ਦੱਸੀ ਜਿਹੜੀ ਹੁੰਦੀ ਸਾਡੀ ਪਹਿਲੀ, ਉਹਦੇ ਵਿੱਚ ਉਹ ਰੱਖ ਦਿੰਦਾ ਤੇ ਉਹ ਕਹਿੰਦਾ ਹੱਥ ਮੁੱਠੀ ਰੱਖ, ਜੇ ਤੇਰੇ ਹੱਥ 'ਚ ਸਵਾਹ ਆ ਗਈ ਤੂੰ 5 ਟਰੱਕਾਂ ਦਾ ਮਾਲਕ ਬਣੇਗਾ। ਉਹ ਸਵਾਹ ਤਾਂ ਬਣਨੀ ਹੈ ਕਿਉਂਕਿ ਕੈਮੀਕਲ ਰਿਐਕਸ਼ਨ ਹੋਣਾ ਸਮਾਂ ਪਾ ਕੇ। ਲੇਕਿਨ ਉਹ ਜਿਹੜਾ ਦੇਖਣ ਵਾਲਾ ਹੁੰਦਾ ਉਹਨੇ ਸਾਇੰਸ ਨਹੀਂ ਪੜ੍ਹੀ ਹੁੰਦੀ, ਉਹ ਹੈਰਾਨ, ਬਾਬਾ ਜੀ ਕਮਾਲ ਹੈ, ਮੇਰੇ ਹੱਥ 'ਚ ਤਾਂ ਸਿਰਫ ਪੰਜੀ ਰੱਖੀ, ਤੁਸੀਂ ਸਵਾਹ ਕਿੱਥੋਂ ਬਣ ਗਈ, ਹੈ ਨਾ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜੇ ਅਸੀਂ ਇਹਨਾਂ ਨੂੰ ਵਿਗਿਆਨ ਨਾਲ ਜੋੜਦੇ ਔਰ ਵਿਗਿਆਨ ਦਾ ਇਹਨਾਂ ਨੂੰ ਗਿਆਨ ਕਰਵਾ ਦਿੰਦੇ ਤਾਂ ਮੇਰਾ ਖਿਆਲ ਨਹੀਂ ਵੀ ਕੋਈ ਲੁੱਟ ਸਕਦਾ ਸਾਨੂੰ। ਅੱਜ ਜਿੱਥੇ ਗੱਲ ਹੁੰਦੀ ਹੈ ਕੰਪਿਊਟਰ ਦਾ ਯੁੱਗ ਆ ਗਿਆ, ਹੁਣ ਕੰਪਿਊਟਰ ਦੇ ਯੁੱਗ ਦੇ ਵਿੱਚ ਇਹ ਆ ਗਿਆ ਵੀ ਜਿਹੜਾ ਹੈਕਰਸ ਆ ਗਏ ਵੀ ਹੈਕ ਕਰ ਲਿਆ, ਸਾਡੀ ਸਾਈਟ ਨੂੰ ਹੈਕ ਕਰ ਲਿਆ, ਸਾਡੀ ਆਹ ਚੀਜ਼ ਇਸ ਤਰ੍ਹਾਂ, ਮਤਲਬ ਸਾਡੇ ਪੈਸੇ ਕਢਾ ਲਏ ਕਿਸੇ ਨੇ ATM 'ਚੋਂ। ਕਾਰਨ ਕੀ ਹੈ? ਕਿਉਂਕਿ ਸਾਨੂੰ ਕੰਪਿਊਟਰ ਦਾ ਗਿਆਨ ਨਹੀਂ ਹੈ। ਜੇ ਤੁਹਾਨੂੰ ਕੰਪਿਊਟਰ ਦਾ ਗਿਆਨ ਹੋਊਗਾ, ਤੁਹਾਨੂੰ ਪਤਾ ਹੋਊਗਾ ਪਾਸਵਰਡ ਕਿਹੋ ਜਿਹਾ ਰੱਖਣਾ ਹੈ, ਪਾਸਵਰਡ ਕਿਸੇ ਨੂੰ ਦੱਸਣਾ ਨਹੀਂ ਹੈ, ਪਾਸਵਰਡ ਲਾਉਣ ਲੱਗਿਆਂ ਕਿਵੇਂ ਧਿਆਨ ਰੱਖਣਾ ਹੈ, ਉਹਦਾ ਗਿਆਨ ਹੋ ਗਿਆ। ਜੇ ਗਿਆਨ ਹੋ ਗਿਆ ਤੁਸੀਂ ਕਦੇ ਵੀ ਲੁੱਟ ਦਾ ਸ਼ਿਕਾਰ ਨਹੀਂ ਹੁੰਦੇ ਹੋ।
ਤਾਂ ਕਿਉਂ ਸਾਨੂੰ ਬੈਂਕਾਂ ਵਾਲਿਆਂ ਨੂੰ ਦੱਸਣਾ ਪਵੇ ਵੀ ਇਸ ਤਰ੍ਹਾਂ ਨਹੀਂ ਕਰਨਾ ਜੀ, ਇਸ ਤਰ੍ਹਾਂ ਨਹੀਂ ਕਰਨਾ ਜੀ, ਇਹਨੂੰ ਕਿਤੇ ਲਿਖ ਕੇ ਨਹੀਂ ਮਤਲਬ ਇਹ ਕੀ ਹੈ, ਗਿਆਨ ਨਹੀਂ ਹੋਇਆ ਸਾਨੂੰ, ਜਿਸ ਕਰਕੇ ਅਸੀਂ ਲੁੱਟੇ ਜਾ ਰਹੇ ਹਾਂ ਹਰ ਪਾਸੇ। ਤਾਂ ਮੈਂ ਇਹ ਕਹਿਣਾ ਹੁੰਦਾ ਕਿ ਤੁਹਾਡੇ ਚੈਨਲ ਵਾਲਿਆਂ ਦਾ ਧੰਨਵਾਦ ਹੈ ਕਿ ਜਿਹੜੇ ਤੁਸੀਂ ਇਹ ਉਪਰਾਲੇ ਕਰਦੇ ਹੋ ਕਿ ਜਗ੍ਹਾ ਜਗ੍ਹਾ 'ਤੇ ਜਾ ਕੇ ਵਿਅਕਤੀਆਂ ਨੂੰ ਮਿਲ ਕੇ ਅਲੱਗ-ਅਲੱਗ ਤਰ੍ਹਾਂ ਦੇ ਵਿਸ਼ੇ ਚੁਣ ਕੇ ਲੋਕਾਂ ਤੱਕ ਪਹੁੰਚ ਕਰਵਾਉਂਦੇ ਹੋ ਵੀ ਆਓ ਤੁਹਾਨੂੰ ਦੱਸੀਏ ਕਿ ਸੰਸਾਰ ਦੇ ਵਿੱਚ ਕੀ ਹੋ ਰਿਹਾ, ਕਿਵੇਂ ਲੁੱਟਿਆ ਖਸੁੱਟਿਆ। ਤੁਸੀਂ ਆਪਣਾ ਗਿਆਨ ਹਾਸਲ ਕਰੋ ਤੇ ਲੁੱਟ ਤੋਂ ਬਚੋ। ਤੋ ਇਸ ਕਰਕੇ ਮੈਂ ਇਹ ਜਿਹੜਾ ਵਿਗਿਆਨ ਦਾ ਕਾਰਜ ਹੈ ਨਾ ਇਹ ਸ਼ੁਰੂ ਕੀਤਾ ਸੀਗਾ ਕਿ ਵਿਦਿਆਰਥੀਆਂ ਤੱਕ ਇਸ ਦੀ ਪਹੁੰਚ ਹੋਵੇ। ਅਨਪੜ੍ਹਤਾ ਰਹੀ ਕਿਸੇ ਟਾਈਮ ਤੇ ਸਾਡੇ ਕੋਲ, ਉਹਦੇ ਕਈ ਕਾਰਨ ਸੀ ਸਾਡੇ ਕੋਲ ਵੀ, ਲੇਕਿਨ ਮੈਂ ਤੁਹਾਨੂੰ ਇੱਥੇ ਜ਼ਿਕਰ ਵੀ ਕਰਨਾ ਚਾਹੂੰਗਾ ਕਿ ਅਨਪੜ੍ਹ ਕਹਿ ਦੇਣਾ ਲਫ਼ਜ਼ ਬੜਾ ਸੌਖਾ ਹੈ, ਪਰ ਅਨਪੜ੍ਹ ਬੰਦੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਗਿਆਨਵਾਨ ਸੀ। ਉਹ ਪ੍ਰੈਕਟੀਕਲੀ ਸਾਊਂਡ ਸੀਗੇ, ਉਹਨਾਂ ਕੋਲ ਪ੍ਰੈਕਟੀਕਲ ਹੁੰਦਾ ਸੀ, ਥਿਊਰੀ ਨਹੀਂ ਹੁੰਦੀ ਸੀ। ਤਾਂ ਉਹਨਾਂ ਕੋਲ ਪ੍ਰੈਕਟੀਕਲ ਕਿਹੋ ਜਿਹੇ ਹੁੰਦੇ ਸੀ, ਉਹ ਜਿਹੜੀ ਚੀਜ਼ ਨੂੰ ਦੇਖ ਲੈਂਦੇ ਸੀਗੇ ਉਸ ਚੀਜ਼ ਦੇ ਬਾਰੇ ਦੂਰੋਂ ਖੜੇ ਦੱਸ ਦਿੰਦੇ ਸੀ ਵੀ ਐਂ ਹੋਊਗਾ। ਤੇ ਅੱਜ ਦਾ ਬੱਚਾ ਕਰਕੇ ਨਹੀਂ ਦੱਸ ਸਕਦਾ ਹੈ। ਤੋ ਇਸ ਕਰਕੇ ਉਹਨਾਂ ਨੂੰ ਬੇਸ਼ੱਕ ਅਸੀਂ ਲਫ਼ਜ਼ ਅਨਪੜ੍ਹ ਯੂਜ਼ ਕਰ ਲੈਂਦੇ ਹਾਂ, ਪਰ ਮੇਰੇ ਖਿਆਲ ਤੇ ਉਹ ਸਾਡੇ ਨਾਲੋਂ ਜ਼ਿਆਦਾ ਗਿਆਨੀ ਧਿਆਨੀ ਸੀਗੇ। ਉਹਨਾਂ ਨੂੰ ਜੋ ਇਸ ਗੱਲ ਦਾ ਇਲਮ ਸੀਗਾ ਨਾ ਕਿ ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਹੋਊਗਾ, ਕਿਵੇਂ ਬਣੂਗੀ ਇਹ ਗੱਲ, ਤਾਂ ਉਹ ਦੱਸ ਦਿੰਦੇ ਸੀ ਸਾਨੂੰ। ਜ਼ਰੂਰ ਦਿਖਾਓ। ਹੁਣ ਪ੍ਰੈਕਟੀਕਲਾਂ ਦਾ ਆਪਾਂ ਵਿਸ਼ਾ ਸ਼ੁਰੂ ਕਰੀਏ, ਸਾਇੰਸ ਦਾ। ਹੁਣ ਸਭ ਤੋਂ ਪਹਿਲਾ ਪ੍ਰੈਕਟੀਕਲ ਕਿਹੜਾ ਦਿਖਾਉਂਗੇ? ਹਾਂ, ਮੈਂ ਤੁਹਾਨੂੰ ਇੱਥੇ ਦੱਸਦਾ ਵੀ ਪ੍ਰੈਕਟੀਕਲ ਜਿਹਦਾ ਕਰਨਾ ਹੁੰਦਾ ਨਾ, ਤਾਂ ਪ੍ਰੈਕਟੀਕਲ ਕਰਨ ਦੇ ਲਈ ਦਰਸ਼ਕਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਪ੍ਰੈਕਟੀਕਲ ਬੇਸ਼ੱਕ ਤੁਸੀਂ ਘਰੇ ਕਰ ਲਿਓ, ਹੋ ਜਾਊਗਾ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਕਿਤਾਬਾਂ 'ਚ ਸਾਰਾ ਕੁਝ ਲਿਖਿਆ ਹੋਇਆ। ਇਹ ਇੱਥੇ ਇੱਕ ਇਹ ਗੱਲ ਯਾਦ ਰੱਖਿਓ ਕਿ ਤੁਸੀਂ ਵੀ ਕਰ ਸਕਦੇ ਹੋ। ਦੂਸਰੀ ਗੱਲ ਇਹ ਯਾਦ ਰੱਖਿਓ ਕਿ ਇਹ ਕੋਈ ਨਿਵੇਕਲਾ ਕਦਮ ਨਹੀਂ ਹੈ, ਕੋਈ ਔਖੀ ਗੱਲ ਨਹੀਂ ਹੈ। ਹਾਂ, ਮੈਂ ਇਹ ਸਮਾਨ ਇਕੱਠਾ ਕੀਤਾ, ਤੁਸੀਂ ਇਕੱਠਾ ਕਰ ਲਓ, ਕੋਈ ਖਾਸ ਗੱਲ ਨਹੀਂ ਹੈ। ਛੋਟੀਆਂ-ਛੋਟੀਆਂ ਚੀਜ਼ਾਂ ਇਕੱਠੀਆਂ ਕਰਨੀਆਂ। ਅੱਜ ਆਪਾਂ ਦੇਖਾਂਗੇ ਵੀ ਕਿਵੇਂ ਜਿਹੜੇ ਵਿਗਿਆਨ ਦੇ ਸਿਧਾਂਤ ਹੈ ਉਹ ਸਪਸ਼ਟ ਹੋਈ ਜਾਣਗੇ ਸਾਡੇ ਕੋਲ। ਤੇ ਵਿਗਿਆਨ ਨੇ ਜੋ ਕਿਹਾ, ਆਲਾ ਦੁਆਲਾ ਸਾਡਾ ਇਹ ਸਾਰਾ ਕੁਝ ਵਿਗਿਆਨ ਹੈ। ਔਰ ਇਸ ਵਿਗਿਆਨ ਨੂੰ ਸਮਝਣ ਦੇ ਲਈ ਉਹਨਾਂ ਵਿਗਿਆਨੀਆਂ ਨੂੰ ਸਲਾਮ ਕਰਨਾ ਬਣਦਾ, ਜਿਨ੍ਹਾਂ ਵਿਗਿਆਨੀਆਂ ਦੇ ਕੋਲ ਇਹ ਜਦੋਂ ਆਪਰੇਟਸ ਹੈ ਨਹੀਂ ਸੀ, ਉਸ ਵਕਤ ਉਹਨਾਂ ਨੇ ਇਹ ਪ੍ਰਯੋਗ ਕਰਕੇ ਸਾਨੂੰ ਦੱਸੇ। ਉਹਨਾਂ ਦੀ ਸੋਚ ਸੀ ਜਿਹੜੀ ਬੜੀ ਵੱਡੀ ਸੀਗੀ। ਉਹਨਾਂ ਨੇ ਤਾਂ ਬਾਅਦ ਦੇ ਵਿੱਚ ਇਹ ਸਮਾਨ ਬਣਾਇਆ ਨਾ ਜੀ ਸਾਰਾ, ਲੇਕਿਨ ਉਸ ਵਕਤ ਉਹਨਾਂ ਕੋਲ ਸਮਾਨ ਨਹੀਂ ਸੀ, ਫਿਰ ਵੀ ਉਹ ਜਾਣਦੇ ਸੀ ਵੀ ਇਸ ਤਰ੍ਹਾਂ ਪ੍ਰਯੋਗ ਹੋਊਗਾ। ਅੱਜ ਸਾਡੇ ਕੋਲ ਸਮਾਨ ਵੀ ਹੈਗਾ, ਸਭ ਕੁਝ ਹੈਗਾ, ਲਿਖਿਆ ਵੀ ਹੋਇਆ ਕਿਤਾਬਾਂ 'ਚ, ਫਿਰ ਵੀ ਨਹੀਂ ਅਸੀਂ ਕਰ ਰਹੇ। ਤਾਂ ਬਿਲਕੁਲ ਅਸੀਂ ਮਤਲਬ ਗਿਆਨਹੀਨ ਤਾਂ ਹੋ ਰਹੇ ਹਾਂ ਨਾ। ਤੇ ਜਦੋਂ ਅਸੀਂ ਗਿਆਨਵਾਦੀ ਹੋ ਗਏ, ਬਸ ਫਿਰ ਤਾਂ ਸਾਨੂੰ ਕੋਈ ਚੀਜ਼, ਕਿਸੇ ਚੀਜ਼ ਦੀ ਮੁਸ਼ਕਲ ਆਏਗੀ ਨਹੀਂ। ਆਓ ਤੁਹਾਨੂੰ ਮੈਂ ਲੈ ਕੇ ਚੱਲਦਾ ਆਪਣੇ ਛੋਟੇ ਜਿਹੇ ਇੱਕ ਪ੍ਰਯੋਗ ਦੇ ਵੱਲ ਕਿ ਇੱਕ ਗੁਬਾਰਾ ਲਿਆ ਤੇ ਗੁਬਾਰੇ ਦੇ ਵਿੱਚ ਹਵਾ ਭਰੀ ਜਾ ਰਹੀ ਹੈ। ਇਹ ਸਭ ਤੋਂ ਮੇਰਾ ਪਹਿਲਾ ਪ੍ਰਯੋਗ ਹੋਇਆ ਕਰਦਾ ਵੀ ਇੱਕ ਗੁਬਾਰੇ ਦੇ ਵਿੱਚ ਹਵਾ ਭਰੀ। ਤਾਂ ਬੱਚੇ ਕਹਿੰਦੇ ਜੀ ਤੁਸੀਂ ਮੂੰਹ ਦੇ ਨਾਲ ਕਿਉਂ ਨਹੀਂ ਭਰੀ? ਅਸੀਂ ਤਾਂ ਮੂੰਹ ਨਾਲ ਹੀ ਭਰਦੇ ਰਹੇ ਹਾਂ। ਮੈਂ ਕਿਹਾ ਭਾਈ ਹੁਣ ਸਾਰੀ ਉਮਰ ਮੂੰਹ ਨਾਲ ਹੀ ਭਰਦੇ ਰਹੋਗੇ, ਯੰਤਰ ਆ ਗਏ ਹੋਏ ਆ ਨਵੇਂ ਨਵੇਂ, ਇਹਨਾਂ ਦੀ ਖੋਜ ਕਰਿਆ ਕਰੋ। ਕਹਿੰਦੀ ਯੰਤਰਾਂ ਦੀ ਕੀ ਖੋਜ ਕਰਨੀ ਹੁੰਦੀ ਆ, ਬਾਜ਼ਾਰ 'ਚ ਮਿਲ ਜਾਂਦਾ ਜੀ, ਇਹਦੇ ਨਾਲ ਐਂ ਕਰੋ ਹਵਾ ਭਰੀ। ਮੈਂ ਕਿਹਾ ਐਂ ਕਰੋ ਤਾਂ ਹਵਾ ਭਰੀ ਜਾਂਦੀ ਹੈ, ਪਰ ਜੇ ਤੁਸੀਂ ਵਿਗਿਆਨੀ ਬਣਨਾ, ਤੁਸੀਂ ਡੂੰਘਾਈ 'ਚ ਜਾਣਾ, ਤਾਂ ਇਹਦੇ ਬਾਰੇ ਸੋਚਣਾ ਵੀ ਇਸ ਪੰਪ ਦੇ ਵਿੱਚੋਂ ਹਵਾ ਆਈ ਕਿਵੇਂ ਹੈ। ਬਸ ਇਸ ਗੱਲ ਦਾ ਤੁਸੀਂ ਜਦੋਂ ਤੁਸੀਂ ਗਿਆਨ ਕਰ ਲਿਆ ਨਾ, ਤੇ ਹਵਾ ਆਲੇ ਦੁਆਲੇ ਹੈ, ਤੇ ਉਹ ਹਵਾ ਜਿਹੜੀ ਹੈ ਇਹਨੂੰ ਖਿੱਚ ਕੇ ਕਿਤੇ ਵੀ ਲਿਜਾ ਸਕਦੀ ਹੈ। ਤਾਂ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝ ਪਾ ਰਿਹਾ ਸੀਗਾ ਵੀ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਕਿ ਕੋਈ ਵੀ ਵਿਅਕਤੀ ਹੈ, ਚਾਹੇ ਕੋਈ ਉਹ ਸਾਡਾ ਦੇਖਣ ਵਾਲਾ ਹੈ, ਚਾਹੇ ਉਹ ਸਰੋਤਾ ਹੈ, ਉਹ ਦੇਖੇ ਵੀ ਇਹ ਯੰਤਰ ਕੰਮ ਕਿਵੇਂ ਕਰਦੇ ਆ, ਇਹਦੇ ਵਿੱਚ ਹੈ ਕੀ, ਇਹ 'ਚੋਂ ਹਵਾ ਨਿਕਲਦੀ ਕਿਵੇਂ ਹੈ, ਇਹ ਬਣਾਇਆ ਕਿਵੇਂ ਹੈ, ਕੀ ਮੈਂ ਬਣਾ ਸਕਦਾ? ਬੜੇ ਆਸਾਨ ਦੀਆਂ ਚੀਜ਼ਾਂ ਬਣਾਇਆ ਤਾਂ ਮਨੁੱਖ ਨੇ ਹੀ ਹੈ ਨਾ ਜੀ। ਜੇ ਮਨੁੱਖ ਚੀਜ਼ਾਂ ਇਹ ਜਿਹੀਆਂ ਬਣਾ ਸਕਦਾ ਹੈ ਤਾਂ ਮਨੁੱਖ ਇਹਨਾਂ ਨੂੰ ਵਰਤ ਤਾਂ ਸਕਦਾ ਹੀ ਹੈ ਨਾ। ਤਾਂ ਹੁਣ ਇਸ ਦੇ ਵਿੱਚ ਹਵਾ ਦਾ ਜਿਹੜਾ ਕਾਰਨ ਹੈ ਉਹ ਇਸ ਦੇ ਪਿੱਛੇ ਮੋਰੀਆਂ ਹੈ, ਤੇ ਉਹ ਜਦੋਂ ਇਸ ਨੂੰ ਖਿੱਚਦਾ ਤੇ ਅੱਗੇ ਨੂੰ ਧੱਕਦਾ, ਆਹ ਦੇਖੋ, ਤਾਂ ਇਹਦੇ 'ਚੋਂ ਹਵਾ ਆ ਜਾਂਦੀ ਹੈ। ਉਹ ਹਵਾ ਅਸੀਂ ਅੱਗੇ ਗੁਬਾਰਾ ਲਾਤਾ, ਉਹ ਗੁਬਾਰੇ 'ਚ ਚਲੀ ਗਈ। ਹਵਾ ਤਾਂ ਸਾਰੀ ਇੱਥੋਂ ਆਲੇ ਦੁਆਲੇ ਨੂੰ ਆਈ ਹੈ, ਉਹੀ ਹਵਾ ਹੈ, ਕੋਈ ਜਾਦੂ ਵਾਲੀ ਹਵਾ ਨਹੀਂ ਹੈ ਇਹਦੇ 'ਚ ਆਪਾਂ ਨੇ ਜਿਹੜੀ ਭਰ ਲਈ ਹੋਈ ਹੈ। ਹੁਣ ਇਹ ਜਿਹੜੀ ਹਵਾ ਇਹਦੇ 'ਚ ਭਰੀ ਹੈ, ਇਹ ਹਵਾ ਦਾ ਕਮਾਲ ਆਪਾਂ ਦੇਖਾਂਗੇ ਕਿ ਇਹ ਮੇਰੇ ਹੱਥ ਨਾਲ ਚਿਪਕ ਨਹੀਂ ਰਿਹਾ ਇਸ ਟਾਈਮ, ਤੁਸੀਂ ਦੇਖ ਸਕਦੇ ਹੋ ਇਹ ਨਹੀਂ ਚਿਪਕ ਰਿਹਾ ਹੈ। ਪਰ ਇਹੀ ਗੁਬਾਰਾ ਹੱਥ ਦੇ ਨਾਲ ਚਿਪਕਣਾ ਸ਼ੁਰੂ ਹੋ ਜਾਊਗਾ। ਦੇਖੋ ਇਹ ਨਹੀਂ ਚਿਪਕ ਰਿਹਾ ਹੁਣ, ਕਿਉਂਕਿ ਕਿਤਾਬਾਂ 'ਚ ਲਿਖਿਆ। ਹੁਣ ਕਿਤਾਬਾਂ ਦਾ ਸਹਾਰਾ ਲੈਣਾ ਪੈਂਦਾ, ਇਸ ਲਈ ਕਿਤਾਬਾਂ ਦੀ ਜਿਹੜੀ ਇੰਪੋਰਟੈਂਸ ਹੈ, ਇਸ ਲਈ ਲਾਇਬ੍ਰੇਰੀਆਂ ਦਾ ਮਹੱਤਵ ਹੈ ਕਿ ਜੋ ਲਿਖ ਕੇ ਚਲੇ ਗਏ ਉਸ ਤੋਂ ਅੱਗੇ ਚੱਲਣਾ ਸੀ, ਨਹੀਂ ਤਾਂ ਅਸੀਂ ਫਿਰ ਮੁੱਢੋਂ ਚੱਲਦੇ। ਜੇ ਕਿਤਾਬ 'ਚ ਲਿਖਿਆ ਹੋਇਆ ਉੱਥੇ ਤੱਕ ਤਾਂ ਅਸੀਂ ਦੇਖ ਕੇ ਮਤਲਬ ਕਰ ਲਓ, ਪਰ ਉਸ ਤੋਂ ਅੱਗੇ ਵੀ ਤਾਂ ਖੋਜ ਕਰੋ ਨਾ। ਉਹਨਾਂ ਨੇ ਲਿਖਿਆ ਵੀ ਇਹ ਵਸਤੂਆਂ ਨੂੰ ਜਦੋਂ ਅਸੀਂ ਰਗੜਦੇ ਹਾਂ ਤੇ ਰਗੜਨ ਦੇ ਨਾਲ ਜਿਹੜੇ ਇਲੈਕਟ੍ਰੋਨ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਹੋ ਜਾਂਦੇ ਆ, ਜਿਸ ਨੂੰ ਅਸੀਂ ਚਾਰਜ ਦਾ ਨਾਮ ਦਿੱਤਾ ਵੀ ਇਲੈਕਟ੍ਰੋਨ ਇਕੱਠੇ ਹੋ ਗਏ। ਜੇ ਇਹ ਇਕੱਠੇ ਹੋ ਗਏ, ਇਹ 'ਤੇ ਚਾਰਜ ਆ ਗਿਆ, ਚਾਰਜ ਇਹਦੀ ਸਤ੍ਹਾ 'ਤੇ ਰਹਿਣਾ। ਜਦੋਂ ਚਾਰਜ ਇਹਦੀ ਸਤ੍ਹਾ 'ਤੇ ਰਹਿੰਦਾ ਤਾਂ ਇਹ ਆਪਣਾ ਕੰਮ ਸ਼ੁਰੂ ਕਰ ਦਿੰਦਾ। ਆ ਲਓ, ਆਹ ਦੇਖ ਲਓ, ਇਹ ਉਹੀ ਗੁਬਾਰਾ ਹੈ ਜੀ ਜਿਹੜਾ ਚਿਪਕ ਨਹੀਂ ਰਿਹਾ ਸੀ ਮੇਰੇ ਹੱਥ ਨਾਲ, ਭੱਜਿਆ ਫਿਰਦਾ ਸੀ ਇੱਧਰ ਉੱਧਰ। ਲੈ ਹੁਣ ਜਾ ਕੇ ਦਿਖਾਵੇ ਕਿਸੇ ਪਾਸੇ, ਤਾਂ ਲੋਕਾਂ ਦੇ ਭਾਣੇ ਇਹ ਜਾਦੂ ਹੋ ਗਿਆ।
ਹਾਂ ਦੇਖ ਲਓ, ਇਹ ਜਾਦੂ ਨਹੀਂ ਹੈ, ਇਹ ਵਿਗਿਆਨ ਹੈ। ਇਹੀ ਤਾਂ ਵਿਗਿਆਨ। ਜੇ ਹੁਣ ਮੈਂ ਜਾਦੂਗਰ ਬਣ ਕੇ ਇਹ ਗੱਲਾਂ ਤੁਹਾਨੂੰ ਦਿਖਾਵਾਂ ਤੇ ਬੱਚਿਆਂ ਦੇ ਮਨ 'ਚ ਇਹ ਉਰੇ ਉਹ ਜਾਦੂਗਰ ਨੇ ਆਹ ਕੀਤਾ ਸੀਗਾ, ਹੈ ਨਾ, ਪਰ ਉਹਨਾਂ ਸਿਧਾਂਤ ਨਹੀਂ ਸਪਸ਼ਟ ਕਰਦਾ। ਜਾਦੂਗਰ ਤੇ ਅਧਿਆਪਕ ਸਿਰਫ ਇਹੀ ਫਰਕ ਹੈ ਕਿ ਅਧਿਆਪਕ ਹਰ ਚੀਜ਼ ਨੂੰ ਬੱਚਿਆਂ ਤੱਕ ਐਕਸਪਲੇਨ ਕਰਦਾ, ਬੱਚਿਆਂ ਨੂੰ ਦੱਸਦਾ, ਬੱਚਿਆਂ ਤੋਂ ਕਰਵਾਉਂਦਾ। ਇਹੀ ਤਾਂ ਵੱਡੀ ਗੱਲ ਹੈ ਕਿ ਬੱਚਿਆਂ ਤੋਂ ਕਰਵਾਈਏ ਇਹ ਚੀਜ਼ਾਂ ਸਾਰੀਆਂ। ਅਸੀਂ ਵੀ ਬੱਚੇ ਨੂੰ ਕਹੀਦਾ ਵੀ ਲੈ ਵੀ ਤੂੰ ਰਗੜ, ਹੁਣ ਬੱਚਾ ਕਹਿੰਦਾ ਹਾਂਜੀ, ਪਹਿਲੀ ਵਾਰੀ ਉਸ ਤੋਂ ਵੀ ਨਹੀਂ ਹੁੰਦਾ ਹੈ, ਤੇ ਕਈ ਇਹਦੇ ਕਾਰਨ ਹੁੰਦੇ ਆ। ਫਿਰ ਬੱਚਿਆਂ ਨੂੰ ਕਾਰਨ ਸਮਝਾਈਦਾ ਵੀ ਭਾਈ ਤੇਰੇ ਤੋਂ ਕਿਉਂ ਨਹੀਂ ਹੋਇਆ, ਮੇਰੇ ਤੋਂ ਹੋ ਗਿਆ। ਫਿਰ ਹੁਣ ਜਦੋਂ ਤੇਰੇ ਤੋਂ ਹੋਊਗਾ ਫਿਰ ਉਹੀ ਬੱਚਾ ਕਰਕੇ ਦਿਖਾ ਦਿੰਦਾ। ਤਾਂ ਇਹ ਗੱਲ ਹੈ ਜਿਹੜੀ ਤੁਸੀਂ ਵੀ ਕਰਕੇ ਦੇਖ ਸਕਦੇ ਹੋ। ਇਸ ਨੂੰ ਇਹ ਕੋਈ ਖਾਸ ਗੱਲ ਨਹੀਂ ਹੈ ਕਿ ਇਸ ਨੂੰ ਇਸ ਤਰ੍ਹਾਂ ਰਗੜਿਆ ਤੇ ਐਂ ਚਿਪਕਾ ਕੇ ਆ ਲਓ ਜੀ, ਆ ਇੱਕ ਹੋਰ ਪ੍ਰਯੋਗ ਹੋ ਗਿਆ ਨਾਲ ਦੀ ਨਾਲ ਹੀ। ਇਹ ਤੁਸੀਂ ਸੋਚ ਸਕਦੇ ਹੋ ਕਿ ਪ੍ਰਯੋਗ ਦੇ ਵਿੱਚੋਂ ਪ੍ਰਯੋਗ ਕਿਵੇਂ ਨਿਕਲਿਆ ਆ। ਆਹੀ ਚੀਜ਼ ਹੈ ਵੀ ਜਦੋਂ ਅਸੀਂ ਇਸ ਗੱਲ 'ਤੇ ਧਿਆਨ ਦਿਆਂਗੇ ਨਾ ਕਿ ਇਹ ਗੁਬਾਰੇ ਨੂੰ ਆਪਾਂ ਰਗੜੀ ਜਾਂਦੇ ਹਾਂ, ਅਸੀਂ ਫਿਰ ਮੈਂ ਰਗੜ ਲਿਆ, ਮੈਂ ਫਿਰ ਰਗੜ ਲਿਆ, ਫਿਰ ਰਗੜ, ਮਤਲਬ ਹੋਇਆ ਕਿ ਇਹਦੇ ਵਿੱਚ ਤਾਂ ਹਵਾ ਸੀਗੀ, ਉਹ ਹਵਾ ਜਿਹੜੀ ਹੈ ਗਰਮ ਹੋ ਗਈ। ਤੇ ਇਹ ਵੀ ਕਿਤਾਬਾਂ 'ਚ ਲਿਖਿਆ ਹੋਇਆ ਵੀ ਗਰਮ ਕਰਨ ਤੇ ਹਵਾ ਫੈਲਦੀ ਹੈ। ਹੁਣ ਉਹਨੇ ਫੈਲਣਾ ਸ਼ੁਰੂ ਕਰਤਾ। ਹੁਣ ਜਦੋਂ ਫੈਲ ਰਹੀ ਸੀ, ਬਾਹਰ ਨਿਕਲਣਾ ਚਾਹੁੰਦੀ ਸੀ, ਬਾਹਰ ਕਿਵੇਂ ਨਿਕਲਦੀ, ਗੁਬਾਰੇ ਨੂੰ ਫੜ ਕੇ ਬਾਹਰ ਆ ਗਈ। ਇਹ ਪ੍ਰਯੋਗ ਹੋ ਗਿਆ। ਮਤਲਬ ਹਰ ਚੀਜ਼ ਸਾਡੇ ਆਲਾ ਦੁਆਲਾ ਜੋ ਕੁਝ ਵੀ ਹੈ ਪ੍ਰਯੋਗ ਹੈ ਬਸ। ਪਰ ਤੁਸੀਂ ਕਿੰਨਾ ਕੁ ਉਸ ਨੂੰ ਕਰਕੇ ਦੇਖਿਆ, ਕਿੰਨਾ ਕੁ ਇੰਜੋਏ ਕੀਤਾ, ਕਿੰਨਾ ਕੁ ਉਹਨੂੰ ਚੈੱਕ ਕੀਤਾ, ਕਿੰਨਾ ਕੁ ਉਹਦੇ ਡੂੰਘਾਈ 'ਚ ਗਏ ਹੋ, ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ, ਇਹ ਡਿਪੈਂਡ ਉਸ 'ਤੇ ਕਰਦਾ। ਹੁਣ ਗੱਲ ਕੁਛ ਵੀ ਨਹੀਂ ਹੈ ਕਿ ਇੱਕ ਗੁਬਾਰਾ ਲੈਣਾ, ਉਸ ਗੁਬਾਰੇ ਦੇ ਵਿੱਚ ਅਸੀਂ ਨੇ ਹਵਾ ਭਰਨੀ ਹੈ, ਉਹ ਹਵਾ ਨੂੰ ਅਸੀਂ ਭਰ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਰਿਹਾ ਸੀਗਾ ਵੀ ਜਿਹੜਾ ਪ੍ਰਯੋਗ ਹੈ ਉਹ ਉਦੋਂ ਹੀ ਸਫਲ ਹੁੰਦਾ ਜਦੋਂ ਸਾਰੀਆਂ ਹੁਣ ਦੇਖੋ ਆਹ ਗੁਬਾਰਾ ਆਪਾਂ ਭਰ ਰਹੇ ਸੀ, ਗੁਬਾਰਾ ਭਰ ਨਹੀਂ ਰਿਹਾ ਸੀ, ਉਹਦੇ 'ਚ ਮੋਰੀ ਹੈ। ਹੁਣ ਜੇ ਮੋਰੀ ਹੈ ਤਾਂ ਉਹ ਮੋਰੀ 'ਚੋਂ ਹਵਾ ਬਾਹਰ ਜਾਈ ਜਾਂਦੀ ਹੈ, ਉਹ ਇਕੱਠੀ ਨਹੀਂ ਕਰ ਰਿਹਾ। ਤਾਂ ਇਸ ਕਰਕੇ ਇਹ ਹੁਣ ਹਵਾ ਇਸ ਦੇ ਵਿੱਚ ਇਕੱਠੀ ਹੋ ਚੁੱਕੀ ਹੈ ਤੇ ਇਸ ਹਵਾ ਦੇ ਨਾਲ ਅਸੀਂ ਦੇਖਿਆ ਵੀ ਗੁਬਾਰੇ 'ਤੇ ਚਾਰਜ ਆ ਗਿਆ ਸੀਗਾ। ਹੁਣ ਇਹ ਚਾਰਜ ਨੂੰ ਡਿਟੈਕਟ ਕਰਨ ਦੇ ਲਈ ਸਾਡੇ ਕੋਲ ਇੱਕ ਯੰਤਰ ਹੈ ਜਿਸ ਨੂੰ ਕਹਿੰਦੇ ਆ ਜੀ ਗੋਲਡ ਲੀਫ ਇਲੈਕਟ੍ਰੋਸਕੋਪ। ਸੋ ਮੈਂ ਦੇਖੋ ਇੱਕ ਗੱਲ ਮੈਂ ਤੁਹਾਨੂੰ ਇੱਥੇ ਚੱਲਦਾ ਦੱਸ ਜਾਂ ਵੀ ਵਿਗਿਆਨ ਤੇ ਗਣਿਤ ਕੋਈ ਔਖੇ ਵਿਸ਼ੇ ਨਹੀਂ ਹੈਗੇ, ਔਖੇ ਬਣਾਏ ਆ ਅਸੀਂ ਕਿਉਂ ਬਣਾਏ ਆ? ਫਿਰ ਤੁਸੀਂ ਟਿਊਸ਼ਨਾਂ ਥੋੜ੍ਹਾ ਪੜ੍ਹਨੀਆਂ ਸੀ ਸਾਡੇ ਕੋਲ ਜੇ ਅਸੀਂ ਔਖਾ ਨਾ ਬਣਾਉਂਦੇ। ਔਖੇ ਬਣਾਏ ਆ ਤਾਂ ਹੀ ਇਹਦੀ ਮੁੱਲ ਪਊਗਾ, ਐਵੇਂ ਤਾਂ ਨਹੀਂ ਮੁੱਲ ਪੈਂਦਾ ਹੈ, ਐਵੇਂ ਤਾਂ ਨਹੀਂ ਕੋਚਿੰਗ ਸੈਂਟਰ ਖੁੱਲ੍ਹਦੇ। ਇਹ ਖੁੱਲ੍ਹਣਗੇ ਤਾਂ ਜੇ ਅਸੀਂ ਕਹਾਂਗੇ ਔਖਾ ਹੈ। ਪਰ ਸੱਚ ਜਾਣੋ, ਜੇ ਡਾਕਟਰ ਕਹਿ ਦੇ ਨਾ ਮਰੀਜ਼ ਨੂੰ ਵੀ ਤੂੰ ਬਚਦਾ ਨਹੀਂ ਹੈ, ਉਹ ਮਰ ਜੂਗਾ, ਫਿਰ ਉਹ ਬਚਦਾ ਨਹੀਂ ਹੈ। ਇਸ ਲਈ ਅਸੀਂ ਵਿੱਦਿਆ ਦੇ ਡਾਕਟਰ ਹਾਂ। ਸਾਨੂੰ ਇਹ ਚਾਹੀਦਾ ਹੈ ਕਿ ਹਰ ਚੀਜ਼ ਨੂੰ ਅਸੀਂ ਸਹੀ ਦਿਸ਼ਾ ਦੇ ਵਿੱਚ ਪਹੁੰਚਾਈਏ ਬੱਚਿਆਂ ਤੱਕ, ਸਮਾਜ ਤੱਕ। ਹਾਂ, ਤਾਂ ਹੁਣ ਤੁਸੀਂ ਦੇਖੋ ਵੀ ਇਸ ਦਾ ਨਾਮ ਹੈ ਸੋਨ ਪੱਤਰ ਬਿਜਲੀ ਦਰਸ਼ੀ ਗੋਲਡ ਲੀਫ ਇਲੈਕਟ੍ਰੋਸਕੋਪ। ਸੋਨੇ ਦੇ ਪੱਤੇ ਲੱਗੇ ਆ ਇਸ ਦੇ ਵਿੱਚ। ਇਹ ਜਿਹੜੇ ਸੋਨੇ ਦੇ ਪੱਤੇ ਹੈ ਇਹ ਤੁਹਾਨੂੰ ਮੈਂ ਦਿਖਾਊਂਗਾ। ਇਹਦੀ ਬੈਕਗਰਾਊਂਡ ਬਲੈਕ ਕਰ ਲੈਂਦੇ ਆਪਾਂ ਤਾਂ ਕਿ ਤੁਹਾਨੂੰ ਨਜ਼ਰ ਆ ਜੇ। ਮੇਰੇ ਖਿਆਲ ਤੇ ਮੈਂ ਸਾਥੀ ਕੈਮਰਾਮੈਨ ਜੀ ਨੂੰ ਕਹੂੰਗਾ ਕਿ ਦੇਖੋ ਹੁਣ ਜ਼ਿਆਦਾ ਸ਼ਾਇਦ ਨਜ਼ਰ ਆ ਰਹੇ ਹੋਣਗੇ, ਠੀਕ ਹੈ ਜੀ। ਤਾਂ ਹੁਣ ਇਸ ਦੇ ਵਿੱਚ ਜਦੋਂ ਇਸ ਦੇ ਕੋਲ ਆਪਾਂ ਲੈ ਕੇ ਜਾਵਾਂਗੇ ਨਾ ਜੀ ਇਸ ਨੂੰ, ਤਾਂ ਤੁਸੀਂ ਦੇਖੋ ਇਸ ਦੇ ਦੇਖੋ ਇਹ ਦੇਖੋ ਇਹ ਹੁਣ ਡਿਟੈਕਸ਼ਨ ਹੋ ਗਈ ਜੀ ਸ਼ੁਰੂ। ਹਾਂ ਬਿਲਕੁਲ ਇਹ ਚਾਰਜ ਜਦੋਂ ਹੀ ਨੇੜੇ ਲੈ ਕੇ ਜਾ ਰਹੇ ਹਾਂ ਅਸੀਂ ਤਾਂ ਉਹ ਪੱਤੇ ਖੁੱਲ ਰਹੇ ਹੈ। ਮੇਰੇ ਖਿਆਲ ਤੇ ਤੁਹਾਨੂੰ ਨਜ਼ਰ ਆ ਗਿਆ ਹੋਊਗਾ ਸਪਸ਼ਟ। ਤਾਂ ਹਾਂ, ਤਾਂ ਇਹ ਹੈ ਜਿਹੜਾ ਇਹ ਗੋਲਡ ਲੀਫ ਇਲੈਕਟ੍ਰੋਸਕੋਪ ਨੇ ਡਿਟੈਕਟ ਕਰ ਲਿਆ ਵੀ ਇਹਦੇ 'ਚ ਚਾਰਜ ਹੈਗਾ। ਹੁਣ ਤੁਹਾਨੂੰ ਮੈਂ ਦਿਖਾਉਣਾ ਹੋਰ ਚੀਜ਼ ਕਿ ਆਹ ਜਿਹੜਾ ਗੁਬਾਰੇ ਦੀ ਜਗ੍ਹਾ ਅਸੀਂ ਕੋਈ ਹੋਰ ਚੀਜ਼ ਲੈ ਕੇ ਜਾਂਦੇ ਹਾਂ। ਦੇਖੋ ਹੁਣ ਕੋਈ ਡਿਟੈਕਸ਼ਨ ਨਹੀਂ ਹੋ ਰਹੀ ਹੈ। ਹੁਣ ਜਿਹੜਾ ਹੈ ਉਹ ਪੱਤੇ ਨਹੀਂ ਖੁੱਲ ਰਹੇ, ਇਹਦਾ ਮਤਲਬ ਇਹ 'ਤੇ ਚਾਰਜ ਨਹੀਂ ਹੈ। ਇਹਦਾ ਜਿਹੜੀ ਚੀਜ਼ 'ਤੇ ਚਾਰਜ ਹੋਊਗਾ ਇਸ ਨੂੰ ਡਿਟੈਕਟ ਕਰਕੇ ਦੱਸੂਗਾ ਵੀ ਇਸ 'ਤੇ ਚਾਰਜ ਹੈ। ਹੁਣ ਆਹ ਜਿਹੜੀ ਚੀਜ਼ ਅਸੀਂ ਤੁਹਾਨੂੰ ਸੋਨ ਪੱਤਰ ਬਿਜਲੀ ਦਰਸ਼ੀ ਦਿਖਾਇਆ ਕਿ ਡਿਟੈਕਟ ਕਰਦਾ ਵੀ ਇਸ ਦੇ ਵਿੱਚ ਚਾਰਜ ਹੈ ਤੇ ਚਾਰਜ ਕਿੰਨਾ ਹੈ। ਇਸ ਨੂੰ ਡਿਟੈਕਟ ਕਰਨ ਦੇ ਲਈ ਸਾਡੇ ਕੋਲ ਹੁਣ ਦੇਖੋ ਜ਼ਮਾਨਾ ਹੈਗਾ ਹੁਣ ਅੱਜ ਕੱਲ੍ਹ ਦਾ ਡਿਜੀਟਲ ਇਲੈਕਟ੍ਰੋਸਕੋਪ ਦਾ। ਹੁਣ ਡਿਜੀਟਲ ਚੀਜ਼ਾਂ ਆ ਗਈਆਂ ਸਾਡੇ ਕੋਲ। ਡਿਜੀਟਲ ਚੀਜ਼ਾਂ ਨੂੰ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਸਾਡਾ ਇੱਕ ਯੰਤਰ ਐਸਾ ਤਿਆਰ ਕੀਤਾ ਹੋਇਆ ਹੈ ਕਿ ਜਿਹੜਾ ਕਿ ਤੁਹਾਨੂੰ ਕੋਈ ਵੀ ਚਾਰਜ ਵਸਤੂ ਨੂੰ ਜਦੋਂ ਇਸ ਦੇ ਨੇੜੇ ਲੈ ਕੇ ਜਾਓਗੇ ਨਾ ਜੀ ਤਾਂ ਇਹ ਦੂਰੋਂ ਹੀ ਦੱਸੂਗਾ ਵੀ ਹਾਂ ਵੀ ਮੈਂ ਚਾਰਜ ਹੋ ਗਿਆ ਹੋਇਆ। ਕਈ ਵਾਰੀ ਕੀ ਹੈ ਕਿ ਹਵਾ ਭਰਦੇ ਸਾਡਾ ਜ਼ੋਰ ਸਾਡੇ 'ਚ ਊਰਜਾ ਵੱਧ ਆ ਜਾਂਦੀ ਹੈ ਨਾ, ਤੇ ਗੁਬਾਰੇ ਪਏ ਵੀ। ਇਹ ਮੈਂ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਕਈ ਵਾਰੀ ਚੀਜ਼ਾਂ ਪਈਆਂ ਜਿਹੜੀਆਂ ਨਾ ਕਹਿੰਦੇ ਜੀ ਬੋਦੀ ਜੀ ਹੋ ਗਈ ਹੈ ਜੀ, ਤੇ ਉਹ ਪਈ ਹਰ ਇੱਕ ਚੀਜ਼ ਦੀ ਆਪਣੀ ਇੱਕ ਮਤਲਬ ਲਾਈਫ ਹੈ, ਹਰ ਇੱਕ ਚੀਜ਼ ਦੀ ਲਾਈਫ ਹੈ। ਤਾਂ ਉਸ ਹਿਸਾਬ ਨਾਲ ਸਾਨੂੰ ਇਹ ਦੇਖਣਾ ਪੈਂਦਾ। ਹੁਣ ਦੇਖੋ ਆਹ ਗੁਬਾਰਾ ਅਸੀਂ ਇਸ ਨੂੰ ਰਗੜਿਆ, ਇਸ 'ਤੇ ਚਾਰਜ ਆ ਗਿਆ। ਹੁਣ ਇਸ ਦੇ ਨੇੜੇ ਦੇਖੋ ਇਹ ਦੇਖੋ
ਮੇਰੇ ਖਿਆਲ ਤੇ ਤੁਹਾਨੂੰ ਸਪਸ਼ਟ ਹੋ ਰਿਹਾ ਹੋਊਗਾ ਕਿ ਇਸ ਨੂੰ ਆਪਾਂ ਚੱਕ ਲੈਂਦੇ ਹਾਂ, ਹੱਥ 'ਚ ਚੱਕ ਲੈਂਦੇ ਹਾਂ। ਆਹ ਦੇਖੋ, ਤਾਂ ਉਹ ਤੁਸੀਂ ਕਰਕੇ ਦੇਖ ਲਓ ਮਨੀ ਜੀ, ਦੇਖੋ ਆਹ ਦੇਖੋ, ਤੁਸੀਂ ਨੇੜੇ ਲੈ ਕੇ ਗਏ ਚਾਰਜ ਆ ਗਿਆ ਹੋਇਆ ਇਸ ਦੇ ਵਿੱਚ, ਤੁਸੀਂ ਦੂਰ ਲੈ ਕੇ ਗਏ ਚਾਰਜ ਪਤਾ ਲੱਗ ਗਿਆ ਵੀ ਦੂਰ ਚਲੀ ਗਈ ਚੀਜ਼। ਤਾਂ ਆਹ ਜਿਹੜਾ ਇਹਦਾ ਆਲਾ ਦੁਆਲਾ ਹੈ, ਆਹ ਦੇਖੋ ਆਹ ਗੁਬਾਰਾ ਹੈ, ਇਹ ਹੁਣ ਇੱਥੇ ਹੈ ਨਹੀਂ, ਇੱਥੇ ਹੈ ਨਹੀਂ, ਇੱਥੇ ਹੈ ਨਹੀਂ, ਇੱਥੇ ਵਧਣ ਲੱਗ ਗਿਆ, ਇੱਥੇ ਵਧਣ ਲੱਗ ਗਿਆ, ਇੱਥੇ ਇੱਥੇ ਤੇ ਹੋਰ ਵੱਧ ਗਿਆ, ਹੋਰ ਵੱਧ ਗਿਆ, ਹੋਰ। ਇਸ ਨੂੰ ਕਹਿੰਦੇ ਆ ਜੀ ਇਹਦੀ ਇਲੈਕਟ੍ਰਿਕ ਫੀਲਡ, ਇਹਦਾ ਦਾਇਰਾ। ਇਹਦਾ ਦਾਇਰਾ ਕਿੰਨਾ? ਹੁਣ ਇਹਦਾ ਦਾਇਰਾ ਜਿਹੜਾ ਘਟਦਾ 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 ਇੱਥੇ ਤੱਕ ਇਹਦਾ ਦਾਇਰਾ ਜਿਹੜਾ ਬਸ ਹੈ। ਇੰਨੇ ਦਾਇਰੇ ਦੇ ਵਿੱਚ ਇਹ ਆਪਣਾ ਚਾਰਜ ਰੱਖ ਸਕਦਾ। ਇਹਦੇ ਦਾਇਰੇ ਦੇ ਵਿੱਚ ਜਿਹੜੀ ਕੋਈ ਹੋਰ ਚੀਜ਼ ਆ ਜੂਗੀ ਉਹਨੂੰ ਇਹ ਡਿਟੈਕਟ ਕਰ ਸਕਦਾ, ਉਹਨੂੰ ਇਹ ਖਿੱਚ ਸਕਦਾ, ਉਹਨੂੰ ਇਹ ਧੱਕ ਸਕਦਾ। ਤਾਂ ਚਾਰਜ ਸਾਡੇ ਕੋਲ ਦੋ ਤਰ੍ਹਾਂ ਦੇ ਹੋਇਆ ਕਰਦੇ ਆ, ਇੱਕ ਧਨ ਚਾਰਜ ਹੁੰਦੇ ਆ, ਇੱਕ ਰਿਣ ਚਾਰਜ ਹੁੰਦੇ ਆ। ਜੇ ਧਨ ਦੇ ਨੇੜੇ ਧਨ ਲੈ ਜਾਈਏ, ਰਿਣ ਦੇ ਨੇੜੇ ਰਿਣ ਲੈ ਜਾਈਏ ਤਾਂ ਉਹ ਧੱਕਣ ਲੱਗ ਜਾਂਦੇ ਇੱਕ ਦੂਜੇ ਨੂੰ। ਜਿਵੇਂ ਆਹ ਧਨ ਤੇ ਰਿਣ ਦੋ ਸੀਗੇ ਨਾ, ਇਹ ਖਿੱਚ ਲਿਆ ਇਹਨਾਂ ਨੇ ਆਪਸ 'ਚ। ਤਾਂ ਹੁਣ ਧਨ ਦੇ ਨੇੜੇ ਰਿਣ ਲੈ ਜਾਈਏ, ਖਿੱਚ ਲਿਆ। ਜੇ ਧਨ ਦੇ ਨੇੜੇ ਧਨ ਲੈ ਜਾਈਏ ਜਾਂ ਰਿਣ ਦੇ ਨੇੜੇ ਰਿਣ ਲੈ ਜਾਈਏ ਤਾਂ ਉਹ ਆਪਸ 'ਚ ਧੱਕਣਗੇ। ਹਾਂ, ਨੈਗੇਟਿਵ ਪੋਜ਼ਿਟਿਵ ਦੀ ਜਿਹੜੀ ਗੱਲ ਹੈ ਉਹ ਤੁਹਾਨੂੰ ਮੈਂ ਹੁਣ ਕਰਕੇ ਦਿਖਾਊਂਗਾ ਕਿ ਉਹ ਧੱਕਦੇ ਕਿਵੇਂ ਇੱਕ ਦੂਜੇ ਨੂੰ, ਚਾਰਜ ਆ ਜਿਹੜੇ। ਆਹ ਦੇਖੋ, ਆਹ ਮੇਰੇ ਕੋਲ ਇੱਕ ਸਟ੍ਰॉ ਹੈ, ਐਂ ਕਰਕੇ। ਇਹ ਵੀ ਇੱਕ ਵਿਗਿਆਨ ਹੈ ਜੀ, ਸਟ੍ਰॉ ਵੀ ਇੱਕ ਵਿਗਿਆਨ ਹੈ ਕਿ ਕਿਵੇਂ ਸਟ੍ਰॉ ਬਣਾਇਆ। ਅਸੀਂ ਬੋਤਲ ਦੇ ਨਾਲ ਐਂ ਪੀਂਦੇ ਸੀ ਤਾਂ ਕੋਈ ਮਾੜਾ ਮੋਟਾ ਕਮੀਜ਼ ਤੇ ਡੁੱਲ ਜਾਂਦਾ ਸੀਗਾ, ਪਰ ਉਹ ਬੋਤਲ ਦੇ ਵਿੱਚ ਹੀ ਇਹਨੂੰ ਪਾ ਕੇ ਜਦੋਂ ਸੱਕ ਕਰਦੇ ਆ ਤਾਂ ਉਹ ਹਵਾ ਜਿਹੜੀ ਹੈ ਉਸ ਨੂੰ ਖਿੱਚ ਕੇ ਲਿਕੁਇਡ ਨੂੰ ਸਾਡੇ ਅੰਦਰ ਲੈ ਜਾਂਦੀ ਹੈ। ਤਾਂ ਇਹ ਜਿਹੜੇ ਆਸਾਨੀ ਜੀ ਚੀਜ਼ ਹੈ ਇਹ ਤੁਹਾਨੂੰ ਦਿਖਾ ਰਹੇ ਹਾਂ। ਹੁਣ ਇਸ ਨੂੰ ਮੈਂ ਆਪਣੇ ਹੱਥ ਨਾਲ ਰਗੜਿਆ, ਇਹ ਵੀ ਮਟੀਰੀਅਲ ਸਟ੍ਰॉ ਦਾ ਵੀ ਉਹੀ ਹੋਇਆ ਕਰਦਾ ਜੀ। ਤਾਂ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਜਿਹੜਾ ਸਟ੍ਰॉ ਹੈ ਇਸ ਨੂੰ ਵੀ ਹੱਥ ਨਾਲ ਰਗੜਿਆ ਗਿਆ, ਜਿਹੜਾ ਗੁਬਾਰਾ ਇਸ ਨੂੰ ਵੀ ਹੱਥ ਨਾਲ ਰਗੜਿਆ। ਇਹਦਾ ਮਤਲਬ ਦੋਨੋਂ ਚੀਜ਼ਾਂ ਸੇਮ ਹੈ, ਦੋਨਾਂ ਨੂੰ ਹੱਥ ਨਾਲ ਰਗੜਿਆ। ਇਹਦਾ ਮਤਲਬ ਦੋਨਾਂ ਤੇ ਇੱਕੋ ਜਿਹਾ ਚਾਰਜ ਆ ਗਿਆ। ਜੇ ਇੱਕੋ ਜਿਹਾ ਚਾਰਜ ਹੋਊਗਾ ਤਾਂ ਧੱਕਣਾ ਚਾਹੀਦਾ, ਤਾਂ ਇੱਕ ਦੂਜੇ ਨੂੰ ਇਹ ਧੱਕਣਗੇ। ਹੁਣ ਆਪਾਂ ਜੋ ਆਪਣੀ ਕਿਤਾਬਾਂ ਦੇ ਮੁਤਾਬਕ ਚੱਲੀਏ ਤਾਂ ਹੁਣ ਆਪਾਂ ਦੇਖਾਂਗੇ ਵੀ ਇਹਨੂੰ ਧੱਕਦਾ ਜਾਂ ਖਿੱਚਦਾ। ਆਹ ਦੇਖ ਲਓ, ਲੱਗ ਗਿਆ, ਇਹ ਲੱਗ ਗਿਆ ਇਸ ਨੂੰ ਧੱਕਣ। ਆ ਅੱਗੇ ਲਾਈ ਫਿਰਦਾ ਇਹਨੂੰ, ਦੇਖ ਲਓ, ਆਹ ਦੇਖ ਲਓ। ਇਹ ਆਹ ਦੇ ਐ ਨਹੀਂ ਹੈ ਵੀ ਇੱਧਰੋਂ ਕਰੋਗੇ ਇੱਧਰੋਂ ਵੀ ਭਜਾਊਗਾ। ਤਾਂ ਇਹ ਹੋ ਗਿਆ ਰਿਪਲਸ਼ਨ, ਕਹਿੰਦੇ ਆ ਇਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ। ਤਾਂ ਇਹ ਰਿਪਲਸ਼ਨ ਹੋ ਗਈ। ਪਹਿਲਾਂ ਤੁਹਾਨੂੰ ਅਟਰੈਕਸ਼ਨ ਦਿਖਾਈ ਗਈ ਹੈ, ਹੁਣ ਤੁਹਾਨੂੰ ਰਿਪਲਸ਼ਨ ਦਿਖਾਈ ਗਈ ਹੈ। ਪਰ ਵਿਦਿਆਰਥੀਆਂ ਦਾ ਪ੍ਰਸ਼ਨ ਇਹ ਆ ਜਾਂਦਾ ਹੈ ਕਿ ਸਰ ਇਹ ਦੱਸੋ ਸਾਨੂੰ ਕਿ ਇਹ ਤਾਂ ਤੁਸੀਂ ਗੁਬਾਰੇ ਨਾਲ ਹੀ ਕਰੀ ਜਾਂਦੇ ਹੋ ਕਿ ਹੋਰ ਵਸਤੂਆਂ ਤੇ ਨਹੀਂ ਆ ਸਕਦਾ ਚਾਰਜ? ਜੇ ਹੋਰ ਕਿਸੇ ਚੀਜ਼ ਨੂੰ ਰਗੜੀਏ ਚਾਰਜ ਉਹ 'ਤੇ ਵੀ ਆਊਗਾ ਕਿ ਨਹੀਂ ਆਊਗਾ? ਬਿਲਕੁਲ ਆਊਗਾ। ਆਹ ਦੇਖੋ, ਇੱਕ ਹੋਰ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਕਿ ਆਹ ਸਾਡੇ ਕੋਲ ਟੇਪ ਹੈ, ਇੱਕ ਟੈਫਲੌਨ ਟੇਪ ਕਹਿੰਦੇ ਆ ਇਸ ਨੂੰ। ਮੈਂ 1 ਮਿੰਟ ਦੇ ਲਈ ਪੱਖਾ ਬੰਦ ਕਰਾਂ, ਤੁਹਾਨੂੰ ਪਤਾ ਲੱਗ ਜੂਗਾ ਇਸ ਦੇ ਵਿੱਚ ਕਿ ਹੁਣ ਆਹ ਜਿਹੜੀ ਟੈਫਲੌਨ ਟੇਪ ਹੈ ਇਸ ਦੇ ਵਿੱਚ ਆਹ ਮੇਰੇ ਹੱਥ ਨਾਲ ਚਿਪਕ ਨਹੀਂ ਰਹੀ। ਤੁਸੀਂ ਦੇਖ ਲਓ, ਬਿਲਕੁਲ ਨੇੜੇ ਲਿਆਵਾਂ ਤਾਂ ਕਿਤੇ ਬੜਾ ਮੋਟਾ ਖਿੱਚ ਹੈ ਇਹਦੇ 'ਚ, ਨਹੀਂ ਤਾਂ ਨਹੀਂ ਹੈ। ਹੁਣ ਇਸੇ ਟੈਫਲੌਨ ਟੇਪ ਨੂੰ ਆਪਾਂ ਰਗੜਾਂਗੇ। ਆਹ ਦੇਖੋ, ਇਹ ਬਸ ਆਹ ਰਗੜੇ ਹੀ ਹੈ ਹੱਥ ਨਾਲ, ਹੋਰ ਕੁਝ ਨਹੀਂ ਕਰਿਆ ਆਪਾਂ ਨੇ। ਹੁਣ ਤੁਸੀਂ ਦੇਖ ਲਿਓ, ਇਹ ਆਹ ਦੇਖ ਲਓ, ਮਤਲਬ ਕਿਸੇ ਵੀ ਵਸਤੂ ਨੂੰ ਜੇ ਰਗੜੀਏ ਤਾਂ ਉਹ 'ਤੇ ਚਾਰਜ ਨੇ ਆਉਣਾ ਹੀ ਆਉਣਾ, ਆਉਣਾ ਹੀ ਆਉਣਾ, ਆਉਣਾ ਹੀ ਆਉਣਾ। ਇਹ ਕੋਈ ਦੋ ਰਾਏ ਨਹੀਂ ਹੈ ਵੀ ਉਸ 'ਤੇ ਚਾਰਜ ਨਹੀਂ ਆਊਗਾ। ਹੁਣ ਉਹੀ ਗੁਬਾਰਾ ਅਸੀਂ ਲੈਂਦੇ ਹਾਂ ਦੁਬਾਰਾ, ਜਿਹੜੇ ਗੁਬਾਰੇ 'ਤੇ ਆਪਾਂ ਨੇ ਚਾਰਜ ਕਰਿਆ ਸੀਗਾ, ਤੇ ਹੁਣ ਇਹ ਗੁਬਾਰੇ 'ਤੇ ਚਾਰਜ ਕਰਿਆ ਸੀਗਾ, ਇਸ ਟੇਪ 'ਤੇ ਵੀ ਆਪਾਂ ਨੇ ਚਾਰਜ ਕਰ ਲਿਆ। ਹੁਣ ਟੇਪ ਅਤੇ ਗੁਬਾਰਾ ਵੀ ਇੱਕੋ ਜਿਹੀਆਂ ਚੀਜ਼ਾਂ, ਉਹ ਵੀ ਪਲਾਸਟਿਕ ਹੈ, ਵੀ ਪਲਾਸਟਿਕ ਹੈ। ਆਹ ਦੇਖਿਓ, ਹੁਣ ਇਹ ਇਸ ਨੂੰ ਵੀ ਧੱਕ ਰਿਹਾ। ਹੁਣ ਆਹ ਦੇਖੋ, ਇੱਕ ਮਿੰਟ, ਉਹ ਓਨਾ ਹੋਇਆ ਨਹੀਂ। ਜਦ ਤੱਕ ਨਹੀਂ ਹੋਊਗਾ ਮੈਂ ਵੀ ਨਹੀਂ ਉਸ ਗੱਲ ਨੂੰ ਮੰਨਦਾ ਹਾਂ, ਤੁਸੀਂ ਵੀ ਨਹੀਂ ਮੰਨਣਾ ਹੈ, ਤੇ ਵਿਦਿਆਰਥੀਆਂ ਨੇ ਤਾਂ ਮੰਨਣਾ ਹੀ ਕਿੱਥੋਂ ਹੈ। ਆਹ ਦੇਖੋ, ਆਹ ਹੁਣ ਹੋਈ ਨਾ ਗੱਲ, ਆਹ ਦੇਖੋ, ਇਹ ਹੁਣ ਇਸ ਨੂੰ ਧੱਕ ਰਿਹਾ। ਹੁਣ ਕਮਾਲ ਦੀ ਗੱਲ ਤਾਂ ਇਹ ਹੈ ਵੀ ਧੱਕਣ ਦੇ ਨਾਲ ਨਾਲ ਇਹਦੇ ਕੋਲ ਆਉਣ ਦੀ ਕੋਸ਼ਿਸ਼ ਕਰ ਰਿਹਾ। ਦੇਖਿਓ ਤੁਸੀਂ, ਇਹ ਦੇਖਿਆ? ਇਸੇ ਨੂੰ ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ ਮੇਰੇ, ਹੋ ਗਿਆ ਜੀ, ਹੋ ਗਿਆ, ਪ੍ਰੈਕਟੀਕਲ ਹੋ ਗਿਆ ਜੀ, ਬਸ। ਨਾ 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 ਭਾਈ, ਇਸ ਨੂੰ ਦੇਖਦੇ ਦੇਖਦੇ ਅੱਗੇ ਤੱਕ ਜਾਓ, ਵੀ ਅੱਗੇ ਵੀ ਕੋਈ ਚੀਜ਼ ਹੋ ਸਕਦੀ ਹੈ। ਇਹ ਨਹੀਂ ਹੈ ਵੀ ਇੱਥੇ ਮੁੱਕ ਗਿਆ ਕੰਮ। ਆਹ ਦੇਖੋ, ਇਹਦੇ ਦੇਖਿਆ? ਇਹ ਹੁਣ ਦੂਜੇ ਪਾਸੇ ਨੂੰ ਆ ਕੇ ਚਿਪਕਦਾ, ਇੱਧਰੋਂ ਭੱਜਦਾ, ਦੂਜੇ ਪਾਸੇ ਨੂੰ ਚਿਪਕਦਾ। ਇਹਦਾ ਮਤਲਬ ਇੱਕ ਸਿਧਾਂਤ ਹੋਰ ਸਪਸ਼ਟ ਹੋ ਜਾਂਦਾ ਇੱਥੇ ਕਿ ਗੁਬਾਰੇ ਦੇ ਇੱਧਰਲੇ ਪਾਸੇ ਚਾਰਜ ਹੋਰ ਕੋਈ ਹੈ, ਇੱਧਰਲੇ ਪਾਸੇ ਹੋਰ ਕੋਈ ਹੈ। ਕਿਉਂਕਿ ਜੇ ਇੱਥੋਂ ਇਲੈਕਟ੍ਰੋਨ ਜਿਹੜੇ ਹੈ ਗਏ ਸੀਗੇ ਤਾਂ
ਬਾਕੀ ਇਲੈਕਟ੍ਰੋਨ ਨੈਗੇਟਿਵਲੀ ਚਾਰਜ ਹੁੰਦਾ, ਉਹ ਚਲਾ ਗਿਆ ਪਿੱਛੇ ਕੀ ਛੱਡ ਗਿਆ ਪੋਜ਼ਿਟਿਵ, ਤਾਂ ਪਿਛਲੇ ਪਾਸੇ ਇਹਦੇ ਪੋਜ਼ਿਟਿਵ ਹੋ ਗਿਆ, ਇੱਧਰ ਨੈਗੇਟਿਵ ਹੋਇਆ, ਦੋਹੇ ਉਲਟ ਹੋ ਗਏ ਖਿੱਚਣ ਲੱਗ ਗਏ। ਤਾਂ ਖਿੱਚਣਾ ਤੇ ਧੱਕਣਾ, ਇਹ ਦੋ ਚੀਜ਼ਾਂ ਅਸੀਂ ਤੁਹਾਨੂੰ ਇੱਕ ਮਤਲਬ ਵੀ ਇੱਕ ਗੁਬਾਰਾ ਲੈ ਕੇ ਇੱਕ ਸਟ੍ਰੋ ਲੈ ਕੇ, ਜਿਨ੍ਹਾਂ ਦਾ ਕੋਈ ਮਤਲਬ ਬਹੁਤਾ ਮੁੱਲ ਨਹੀਂ ਹੈ, ਮਤਲਬ ਜਿਹੜੀ ਕਹਿੰਦੇ ਨਾ ਆਮ ਜੀ ਘਰ ਦੇ ਵਿੱਚ ਚੀਜ਼ਾਂ, ਹੁਣ ਗੁਬਾਰਾ ਬੱਚੇ ਨੂੰ ਮਿਲ ਜਾਣਾ 50 ਪੈਸੇ ਦਾ, ਰੁਪਈਏ ਦਾ, ਉਹ ਲੈ ਕੇ ਉਸ ਦਾ ਪ੍ਰਯੋਗ ਕਰ ਸਕਦਾ। ਸਟ੍ਰੋ ਕੋਲਡ ਡਰਿੰਕ ਪੀਂਦਾ ਹੀ ਹੈ। ਲੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚੇ ਨੂੰ ਕਿਤੇ ਨਾ ਕਿਤੇ ਸਪੋਰਟ ਕਰਦੀਆਂ ਵੀ ਇਹ ਪਤਾ ਸਾਇੰਸ ਤਾਂ ਬੜੀ ਸੌਖੀ ਹੈ, ਮੈਂ ਪੜ੍ਹਦਾ ਕਿਉਂ ਨਹੀਂ ਹਾਂ, ਮੈਨੂੰ ਸਾਇੰਸ ਪੜ੍ਹਨੀ ਚਾਹੀਦੀ ਹੈ। ਤਾਂ ਇਹੀ ਹੈ ਅਧਿਆਪਕ ਦਾ ਕੰਮ ਵੀ ਇਹੀ ਹੈ ਵੀ ਉਸ ਨੂੰ ਮੋਟੀਵੇਟ ਕਰਕੇ ਸਾਇੰਸ ਵਾਲੇ ਪਾਸੇ ਨੂੰ ਉਹਦਾ ਰੁਝਾਨ ਬਣਾਵੇ, ਉਸ ਨੂੰ ਦੱਸੇ ਵਿਦਿਆਰਥੀ। ਤੇ ਤੁਸੀਂ ਵੀ ਇਹ ਮਨੀ ਜੀ ਜ਼ਰੂਰ ਇਹ ਪ੍ਰਯੋਗ, ਮੇਰੇ ਖਿਆਲ ਤੇ ਮੈਨੂੰ ਜਿੱਥੋਂ ਤੱਕ ਯਾਦ ਹੈ ਮੈਂ ਤਾਂ ਕਰਦਾ ਰਿਹਾ ਤੇ ਸਾਰੇ ਬੱਚੇ ਕਰਦੇ ਆ ਇਹਨਾਂ ਪ੍ਰਯੋਗਾਂ ਨੂੰ, ਵੀ ਇਹ ਇੱਕ ਪ੍ਰਯੋਗ ਐਸਾ ਪ੍ਰਯੋਗ ਹੈ ਕਿ ਜਿਸ ਦੇ ਵਿੱਚ ਆਹ ਛੋਟੇ ਛੋਟੇ ਕਾਗਜ਼ ਦੇ ਟੁਕੜੇ ਧਰ ਲਏ ਆਪਾਂ ਨੇ। ਹੁਣ ਆਹ ਜਿਹੜੇ ਕਾਗਜ਼ ਦੇ ਟੁਕੜੇ ਹੈ ਇਹਨਾਂ ਦੇ ਕੋਈ ਚਾਰਜ ਨਹੀਂ, ਕਿਉਂਕਿ ਰਗੜੇ ਥੋੜ੍ਹਾ ਆਪਾਂ ਨੇ ਇੱਥੇ ਧਰ ਲਏ ਹੋਏ ਆ। ਹੁਣ ਆਹ ਗੁਬਾਰਾ ਜਿਹੜਾ ਕਿ ਮੈਂ ਹੱਥ ਨਾਲ ਰਗੜਿਆ, ਹੁਣ ਇਸ ਗੁਬਾਰੇ ਨੂੰ ਜਦੋਂ ਇਹਦੇ ਕੋਲ ਲੈ ਕੇ ਜਾਊਂਗਾ ਤਾਂ ਇਹ ਤਾਹਾਂ ਨੂੰ ਆਉਣਗੇ, ਦੇਖਿਓ ਤੁਸੀਂ, ਇਹ ਖਿੱਚੂਗਾ ਇਹਨਾਂ ਨੂੰ ਸਾਰਿਆਂ ਟੁਕੜਿਆਂ ਨੂੰ। ਆ ਨੇੜੇ ਤੋਂ ਦਿਖਾ ਦਿਓ ਜੀ ਇਹਨਾਂ ਨੂੰ ਕਿ ਇਹ ਕਿਵੇਂ ਖਿੱਚੂਗਾ, ਇਹ ਦੇਖਿਓ ਕਿਉਂਕਿ ਇਹਦੀ ਇਲੈਕਟ੍ਰਿਕ ਫੀਲਡ ਹਾਲੇ ਦੂਰ ਹੈ। ਇਹ ਆ ਗਈ ਆ ਨੇੜੇ ਆ ਗਈ, ਆ ਦੇਖੋ, ਆ ਦੇਖ ਲਓ, ਇਹ ਗੁਬਾਰੇ ਨੇ ਹੁਣ ਖਿੱਚ ਲਏ ਹੋਏ ਆ ਜੀ ਸਾਰੇ ਕਾਗਜ਼ ਦੇ ਟੁਕੜੇ। ਇੱਥੋਂ ਇੱਕ ਸਿਧਾਂਤ ਹੋਰ ਸਪਸ਼ਟ ਹੋ ਗਿਆ। ਸਿਧਾਂਤ ਕੀ ਸਪਸ਼ਟ ਹੋ ਗਿਆ? ਨਿਊਟਨ ਕਹਿੰਦਾ ਜੀ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਕੰਨੀ ਨੂੰ ਖਿੱਚਦੀ ਹੈ। ਅਸੀਂ ਬਾਲ ਉੱਤੇ ਸੁੱਟਦੇ ਹਾਂ ਨੀਚੇ ਡਿੱਗਦੀ ਹੈ, ਚਾਕ ਉੱਤੇ ਸੁੱਟਦੇ ਹਾਂ ਨੀਚੇ ਡਿੱਗਦਾ ਹੈ, ਕੋਈ ਇੱਟ ਉੱਤੇ ਸੁੱਟਦੇ ਹਾਂ, ਰੋੜਾ ਸੁੱਟਦੇ ਹਾਂ ਥੱਲੇ ਡਿੱਗਦਾ ਹੈ। ਹਰ ਚੀਜ਼ ਧਰਤੀ ਖਿੱਚੀ ਜਾਂਦੀ ਹੈ। ਨਿਊਟਨ ਨੇ ਦੱਸਿਆ ਕਿਉਂਕਿ ਉਹ ਦਰਖਤ ਹੇਠਾਂ ਬੈਠਾ ਸੀ ਸੇਬਾਂ ਦੇ, ਜਦ ਸੇਬ ਡਿੱਗਿਆ ਬਸ ਉਹ ਬੰਦਾ ਸੋਚਣ ਲੱਗ ਗਿਆ, ਕਹਿੰਦਾ ਮੈਨੂੰ ਤਾਂ ਇਸ ਗੱਲ ਦਾ ਜਵਾਬ ਚਾਹੀਦਾ ਹੈ ਵੀ ਸੇਬ ਹੇਠਾਂ ਹੀ ਕਾਹਤੋਂ ਆਇਆ, ਉੱਪਰ ਵੀ ਜਾ ਸਕਦਾ ਸੀ। ਇਹ ਹੈ ਵੀ ਜੀ ਵਿਗਿਆਨੀ ਕਿਵੇਂ ਬਣਦੇ ਆ। ਤਾਂ ਉਹਨੂੰ ਵਿਗਿਆਨੀ ਇਸ ਗੱਲ ਨੇ ਬਣਾਇਆ ਜਦੋਂ ਉਹਦੀ ਸੋਚ ਨੇ ਕੰਮ ਕੀਤਾ ਵੀ ਹਰ ਚੀਜ਼ ਹੇਠਾਂ ਨੂੰ ਆ ਰਹੀ ਹੈ, ਹੇਠਾਂ ਨੂੰ ਆ। ਹੁਣ ਗੱਲ ਇੱਥੇ ਸਿਧਾਂਤ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਗਜ਼ ਦੇ ਟੁਕੜਿਆਂ ਨੂੰ ਤਾਂ ਧਰਤੀ ਵਾਲੇ ਪਾਸੇ ਜਾਣਾ ਚਾਹੀਦਾ ਸੀ, ਪਰ ਗੁਬਾਰੇ ਨੇ ਇਹਨੂੰ ਆਪਣੇ ਵੱਲ ਨੂੰ ਖਿੱਚ ਲਿਆ, ਉੱਪਰ ਨੂੰ ਖਿੱਚ ਲਿਆ। ਇਹਦਾ ਮਤਲਬ ਧਰਤੀ ਦੀ ਖਿੱਚ ਨਾਲੋਂ ਗੁਬਾਰੇ ਦੇ ਚਾਰਜ ਦੀ ਖਿੱਚ ਜ਼ਿਆਦਾ। ਤਾਂ ਇਹੀ ਕਿਤਾਬ 'ਚ ਲਿਖਿਆ ਹੋਇਆ ਕਿ ਇਲੈਕਟ੍ਰੋਸਟੈਟਿਕ ਫੋਰਸ ਇਜ਼ ਸਟਰੋਂਗਰ ਦੈਨ ਗ੍ਰੈਵੀਟੇਸ਼ਨਲ ਫੋਰਸ, ਵੀ ਜਿਹੜੀ ਗੁਰਤਾ ਖਿੱਚ ਹੈ, ਸ਼ਕਤੀ ਹੈ, ਉਹਦੇ ਨਾਲੋਂ ਜਿਹੜੀ ਆਹ ਸ਼ਕਤੀ ਹੈ ਇਲੈਕਟ੍ਰੋਸਟੈਟਿਕ ਫੋਰਸ ਹੈ, ਇਹ ਤਾਕਤਵਰ ਹੈ ਭਾਈ। ਆਹ ਪ੍ਰਯੋਗ ਨਾਲ ਸਿੱਧ ਕਰਕੇ ਦਿਖਾਤਾ ਤੁਹਾਨੂੰ ਅਸੀਂ। ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚੇ ਕਰਦੇ ਸੀਗੇ ਛੋਟੇ ਹੁੰਦਿਆਂ, ਉਹ ਆਪਣਾ ਸਕੇਲ ਜਾਂ ਰਗੜ ਲੈਂਦੇ ਸੀਗੇ, ਉਹਦੇ ਨਾਲ ਕਾਗਜ਼ ਦੇ ਛੋਟੇ ਛੋਟੇ ਟੁਕੜੇ ਕਰਕੇ ਉਹਨਾਂ ਨੂੰ ਚੱਕ ਲੈਂਦੇ ਸੀਗੇ। ਮਤਲਬ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਉਹਨਾਂ ਨੂੰ ਕਿਤੇ ਨਾ ਕਿਤੇ ਸਾਇੰਸ ਪੜ੍ਹਨ ਲਈ ਮਜਬੂਰ ਕਰਦੀਆਂ ਵੀ ਹਾਂ ਯਾਰ ਇਹ ਤਾਂ ਬੜਾ ਆਸਾਨ ਸੀ, ਅੱਜ ਮੈਂ ਵੀ ਕਰਕੇ ਜਾ ਕੇ ਦੇਖੂੰਗਾ। ਹੁਣ ਬੱਚੇ ਨੂੰ ਕਹੀਦਾ ਵੀ ਤੂੰ ਐਸਾ ਕੋਈ ਪ੍ਰਯੋਗ ਕਰਕੇ ਦਿਖਾ ਜਿਸ ਦੇ ਵਿੱਚ ਤੈਨੂੰ ਇਹ ਪਤਾ ਲੱਗੇ ਕਿ ਮੇਰੇ ਕੋਲ ਸਮਾਨ ਨਹੀਂ ਹੈਗਾ ਪਰ ਬਗੈਰ ਸਮਾਨ ਦੇ ਮੈਂ ਪ੍ਰਯੋਗ ਕਰੂੰ। ਉਹ ਸੋਚੀ ਪੈ ਜਾਂਦਾ ਵੀ ਬਗੈਰ ਸਮਾਨ ਦੇ ਕੀ ਪ੍ਰਯੋਗ ਕਰਾਂ। ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਾਉਣਾ ਪਊਗਾ ਹਰ ਵਿਦਿਆਰਥੀ ਨੂੰ ਕਿ ਜਿਹੜਾ ਇਹ ਤੇਰਾ ਸਰੀਰ ਹੈ, ਇਹ ਸਾਰੀ ਦੀ ਸਾਰੀ ਇੱਕ ਸਾਇੰਸ ਲੈਬ ਹੈ। ਮੂੰਹ ਹੈ, ਕੰਨ ਹੈ, ਨੱਕ ਹੈ, ਅੱਖ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਾਲ ਹੈ ਸਾਡੇ, ਇਹ ਕਿਵੇਂ ਕੰਮ ਕਰ ਰਹੀਆਂ, ਇਹਨਾਂ ਦੇ ਵਿੱਚ ਕੀ ਹੈ, ਇਹ ਸਾਰਾ ਵਿਗਿਆਨ ਭਰਿਆ ਪਿਆ। ਕਿਉਂਕਿ ਵਿਗਿਆਨ ਕੀ ਹੈ ਕਿ ਸਾਡੇ ਆਲੇ ਦੁਆਲੇ ਦੀ ਜਿੰਨੀ ਪੜ੍ਹਾਈ ਹੈ, ਆਲੇ ਦੁਆਲੇ ਦੀ ਪੜ੍ਹਾਈ ਨੂੰ, ਕੁਦਰਤ ਤੇ ਕੁਦਰਤੀ ਵਰਤਾਰਿਆਂ ਦੇ ਗਿਆਨ ਨੂੰ ਖੋਜਣ ਦੀ ਪ੍ਰਕਿਰਿਆ ਨੂੰ ਵਿਗਿਆਨ ਕਿਹਾ ਗਿਆ। ਬਸ ਆਲਾ ਦੁਆਲਾ ਕੀ ਹੈ, ਉਸ 'ਚ ਸਾਡਾ ਸਰੀਰ ਵੀ ਆ ਗਿਆ, ਪੰਛੀ ਪੌਦੇ ਵੀ ਆ ਗਏ, ਜਾਨਵਰ ਸਾਰੇ ਆ ਗਏ, ਹਾਂਜੀ। ਇਹਨਾਂ ਨੂੰ ਜਾਂਚਣਾ ਇਹ ਵਿਗਿਆਨ ਬਣਦਾ ਜਾਂਦਾ। ਕਿਸੇ ਨੂੰ ਜੀਵ ਵਿਗਿਆਨ ਕਰਤਾ, ਜੀਵਾਂ ਦੇ ਨਾਲ, ਜਿਹੜਾ ਰਸਾਇਣ ਵਿਗਿਆਨ ਹੈ ਰਸਾਇਣਾਂ ਨਾਲ, ਜਿਹੜਾ ਭੌਤਿਕ ਵਿਗਿਆਨ ਹੈ ਭੌਤਿਕ ਚੀਜ਼ਾਂ ਨਾਲ। ਪੱਖਾ ਕਿਵੇਂ ਚੱਲੀ ਜਾਂਦਾ, ਪੱਖੇ ਦੇ ਪਰ ਕਿਉਂ ਘੁੰਮੀ ਜਾਂਦੇ ਆ, ਇਹਦੇ 'ਚ ਕੀ ਐਸੀ ਚੀਜ਼ ਹੈ ਵੀ ਜਿਹੜੀ ਇਹਨੂੰ ਘੁੰਮਣ ਲਈ ਮਜਬੂਰ ਕਰਦੀ ਹੈ। ਇਸ ਨੂੰ ਜਿਹਨੇ ਪੜ੍ਹਾਈ ਕਰ ਲਈ ਉਹ ਉਹੋ ਜਿਹਾ ਬਣ ਜਾਂਦਾ। ਇਹ ਬਣਾਉਣ ਦੇ ਲਈ ਵਿਦਿਆਰਥੀ ਨੂੰ ਡੂੰਘਾਈ 'ਚ ਲੈ ਕੇ ਜਾਣਾ ਪਊਗਾ, ਵਿਦਿਆਰਥੀ ਨੂੰ ਦੱਸਣਾ ਪਊਗਾ ਵੀ ਇਹ ਸਿਧਾਂਤ ਕਿਹੜੇ ਕਿਹੜੇ ਸੀਗੇ। ਜੇ ਨਿਊਟਨ ਆਇਆ ਉਹਨੇ ਕਿਹੜਾ ਸਿਧਾਂਤ ਦਿੱਤਾ, ਫੈਰਾਡੇ ਆਇਆ ਉਹਨੇ ਕਿਹੜਾ ਸਿਧਾਂਤ ਦਿੱਤਾ, ਫਿਰ ਫਲੈਮਿੰਗ ਆ ਗਿਆ ਉਹਨੇ ਆਪਣੇ ਹੱਥ ਦੇ ਨਾਲ ਹੀ ਸਿਧਾਂਤ ਬਣਾਤਾ ਜੀ। ਦੇਖੋ ਤੁਸੀਂ, ਉਹ ਕਹਿੰਦੇ ਜੀ ਫਲੈਮਿੰਗਸ ਰਾਈਟ ਹੈਂਡ ਰੂਲ, ਫਲੈਮਿੰਗਸ ਲੈਫਟ ਹੈਂਡ ਰੂਲ। ਦੇਖੋ ਬੰਦੇ ਕਿੰਨੇ ਕਾਰਗਰ ਸੀ, ਉਹਨਾਂ ਨੇ ਆਪਣਾ ਖੱਬਾ ਹੱਥ ਵੀ ਮਤਲਬ ਵੀ ਇਸ ਗੱਲ ਤੋਂ ਜਾਣ ਨਹੀਂ ਦਿੱਤਾ, ਖਾਲੀ ਜਿਹਨੂੰ ਕਹਿੰਦੇ ਖਾਲੀ ਨਹੀਂ ਜਾਣ ਦਿੱਤਾ। ਉਹਨੇ ਇਹਦੇ ਨਾਲ ਵੀ ਸਿਧਾਂਤ ਪ੍ਰਗਟ ਕਰਕੇ ਦਿਖਾਤਾ, ਫਲੈਮਿੰਗਸ ਲੈਫਟ ਹੈਂਡ ਰੂਲ। ਇਹ ਅੱਜ ਕੱਲ੍ਹ ਅਸੀਂ ਮੋਟਰਾਂ 'ਤੇ ਅਪਲਾਈ ਕਰਦੇ ਹਾਂ ਵੀ ਮੋਟਰ ਕਿਹੜੀ ਦਿਸ਼ਾ ਦੇ ਵਿੱਚ ਘੁੰਮੂਗੀ ਅਤੇ ਕਿਹੜੀ ਦਿਸ਼ਾ 'ਚ ਆਪਣਾ ਕਰੰਟ ਜਾਊਗਾ। ਆਹ ਅਸੀਂ ਜਨਰੇਟਰਾਂ 'ਤੇ ਅਪਲਾਈ ਕਰਦੇ ਹਾਂ ਫਲੈਮਿੰਗਸ ਰਾਈਟ ਹੈਂਡ ਰੂਲ, ਵੀ ਜਨਰੇਟਰ ਜਿਹੜਾ ਕਿ ਬਿਜਲੀ ਆਪਾਂ ਚਲੀ ਜਾਂਦੀ ਹੈ ਅਤੇ ਫਿਰ ਕਹਿੰਦੇ ਮਾਰੋ ਜਿਹੜਾ ਹੈਂਡਲ ਜਨਰੇਟਰ ਚਲਾਓ, ਹੈ ਨਾ ਜੀ। ਹੁਣ ਜਨਰੇਟਰ ਅਤੇ ਮੋਟਰ 'ਚ ਕੀ ਫ਼ਰਕ ਹੈ? ਜਨਰੇਟਰ ਦੇ ਵਿੱਚ ਅਸੀਂ ਮਕੈਨੀਕਲ ਐਨਰਜੀ ਨੂੰ ਇਲੈਕਟ੍ਰੀਕਲ 'ਚ ਕਨਵਰਟ ਕਰ ਰਹੇ ਹਾਂ, ਮੋਟਰ ਦੇ ਵਿੱਚ ਅਸੀਂ ਇਲੈਕਟ੍ਰੀਕਲ ਐਨਰਜੀ ਦਿੰਦੇ ਹਾਂ, ਉਹ ਮਕੈਨੀਕਲੀ ਕੰਮ ਕਰਦੀ ਹੈ। ਦੋਨੋਂ ਉਲਟ ਹੋ ਗਏ। ਉਸ ਬੰਦੇ ਨੇ, ਫਲੈਮਿੰਗ ਨੇ, ਆਪਣਾ ਸੱਜਾ ਹੱਥ ਲਿਆ, ਆਪਣਾ ਖੱਬਾ ਹੱਥ ਲਿਆ, ਇਹਦੇ ਨਾਲ ਮੋਟਰ ਦਾ ਸਿਧਾਂਤ ਬਣਾਤਾ, ਇਹਦੇ ਨਾਲ ਜਨਰੇਟਰ ਦਾ ਸਿਧਾਂਤ ਬਣਾਤਾ। ਦੇਖੋ ਹੈ ਨਹੀਂ, ਇਸ ਨੂੰ ਕਹਿੰਦੇ ਆ ਵਿਗਿਆਨੀ ਬਣਨਾ।
ਵਿਗਿਆਨ ਦੀ ਸੋਚ 'ਚ ਲੈ ਕੇ ਜਾਣਾ। ਹੁਣ ਉਹ ਵਿਦਿਆਰਥੀ ਨੂੰ ਜਦੋਂ ਅਸੀਂ ਕਹਿੰਦੇ ਹਾਂ ਤਾਂ ਉਹ ਕਹਿੰਦਾ ਲੋ ਸਰ ਜੀ ਮੈਂ ਕਰਤਾ ਪ੍ਰਯੋਗ, ਉਹਦੇ ਦਿਮਾਗ 'ਚ ਆ ਜਾਂਦਾ ਇੰਨੇ 'ਚ, ਮੈਂ ਕਿਵੇਂ ਕਰਦਾ, ਕਹਿੰਦਾ ਆ ਦੇਖੋ। ਮੈਂ ਕਿਹਾ ਵਾਹ ਤੂੰ ਤਾਂ ਆਵਾਜ਼ ਪੈਦਾ ਕਰਤੀ। ਹੁਣ ਆਵਾਜ਼ ਕਿਵੇਂ ਪੈਦਾ ਹੋ ਗਈ? ਮੈਂ ਕਿਹਾ ਇਹ ਆਵਾਜ਼ ਪੈਦਾ ਕਿਵੇਂ ਹੋਈ? ਤੂੰ ਹੱਥ 'ਤੇ ਹੱਥ ਮਾਰਿਆ ਤਾਂ ਆਵਾਜ਼ ਪੈਦਾ ਹੋਈ ਹੈ, ਬਿਲਕੁਲ ਪੈਦਾ ਹੋਈ ਹੈ। ਪਰ ਇੱਥੋਂ ਇੱਕ ਹੋਰ ਸਿਧਾਂਤ ਸਪਸ਼ਟ ਹੋ ਗਿਆ ਕਿ ਊਰਜਾ ਹੈ ਜਿਹੜੀ ਤੁਹਾਡੇ ਸਰੀਰ ਦੇ ਵਿੱਚ, ਉਹਦੇ ਕਰਕੇ ਹੱਥ 'ਤੇ ਹੱਥ ਵੱਜ ਰਿਹਾ ਹੈ, ਨਹੀਂ ਤਾਂ ਵੱਜ ਹੀ ਨਹੀਂ ਸਕਦਾ। ਹੁਣ ਜਿਹੜੀ ਉਹ ਊਰਜਾ ਹੈ, ਊਰਜਾ ਦਾ ਰੂਪਾਂਤਰਣ ਹੋ ਰਿਹਾ, ਜਿਸ ਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਟਰਾਂਸਫਾਰਮੇਸ਼ਨ ਆਫ ਐਨਰਜੀ। ਤਾਂ ਸਿਧਾਂਤ ਇੱਥੋਂ ਕੀ ਸਪਸ਼ਟ ਹੋਇਆ? ਐਨਰਜੀ ਕੈਨ ਨੀਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ ਬਟ ਇਟ ਕੈਨ ਬੀ ਟਰਾਂਸਫਾਰਮਡ ਫਰਮ ਵਨ ਫਾਰਮ ਟੂ ਦਾ ਅਦਰ ਫਾਰਮ। ਇਹਨੂੰ ਕਦੇ ਪੈਦਾ ਨਹੀਂ ਕਰ ਸਕਦਾ ਕੋਈ, ਇਸ ਨੂੰ ਖਤਮ ਨਹੀਂ ਕਰ ਸਕਦਾ। ਹਾਂ, ਇਹਨੂੰ ਇੱਕ ਕਿਸਮ ਤੋਂ ਦੂਜੀ 'ਚ ਬਦਲਿਆ ਜਾ ਸਕਦਾ। ਹੁਣ ਤੁਸੀਂ ਕਹੋ ਜੀ ਸਾਡੇ ਕੋਲ ਊਰਜਾ ਕਿੱਥੋਂ ਆਈ? ਫਿਰ ਸਾਡੇ ਸਰੀਰ 'ਚ ਊਰਜਾ ਹੈ ਨਾ, ਸਾਡੇ ਸਰੀਰ 'ਚ ਊਰਜਾ ਕਿੱਥੋਂ ਆਈ? ਸਾਡੇ ਸਰੀਰ 'ਚ ਜਿਹੜੀ ਊਰਜਾ ਬਣੀ ਹੈ ਉਹ ਬਣੀ ਹੈ ਸਾਡੇ ਭੋਜਨ ਤੋਂ। ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਕਹਿੰਦੇ ਜੀ ਇਹਦੇ 'ਚ ਇੰਨੀ ਕੈਲਰੀ ਹੈ, ਦੋ ਰੋਟੀਆਂ ਖਾ ਲਈਆਂ ਇਹਦੇ 'ਚ ਇੰਨੀ ਕੈਲਰੀ ਹੈ, ਇੱਕ ਕੋਲੀ ਦਾਲ 'ਚ ਇੰਨੀ ਹੈ। ਜਦੋਂ ਜਿੰਮ ਜਾਈਦਾ ਤਾਂ ਫਿਰ ਪਤਾ ਲੱਗਦਾ ਨਾ ਵੀ ਇਹਦੇ 'ਚ ਆਹ ਚੀਜ਼ਾਂ ਖਾਣੀਆਂ ਤੇ ਇਹ ਨਹੀਂ ਖਾਣੀਆਂ, ਤੇ ਜੰਕ ਫੂਡ 'ਚ ਹੈ ਹੀ ਨਹੀਂ ਕੁਛ, ਫਿਰ ਵੀ ਅਸੀਂ ਖਾਈ ਜਾਂਦੇ ਹਾਂ ਤੇ ਫਿਰ ਉਹ ਮੋਟਾਪੇ ਦਾ ਕਾਰਨ। ਮਤਲਬ ਇਹ ਜਿਹੜੀਆਂ ਹੈਲਥ ਇਸ਼ੂਜ਼ ਹੈ ਸਾਰੀਆਂ ਸਾਇੰਸ ਦੇ ਨਾਲ ਜੁੜੀਆਂ ਹੋਈਆਂ। ਹੁਣ ਜਦੋਂ ਅਸੀਂ ਨੇ ਇਹ ਦੇਖਿਆ ਵੀ ਉਹ ਅੱਛਾ, ਮੈਂ ਉਹਨਾਂ ਨੂੰ ਪ੍ਰਸ਼ਨ ਖੜਾ ਕਰ ਦਿੰਦਾ, ਤੇ ਹਰ ਉਹ ਵਿਦਿਆਰਥੀ ਸਫਲ ਹੋਇਆ ਕਰਦਾ ਹੈ ਜਿਹਦੇ ਮਨ ਦੇ ਵਿੱਚ ਪ੍ਰਸ਼ਨ ਉੱਠਣੇ ਸ਼ੁਰੂ ਹੋ ਜਾਂਦੇ। ਵਿਦਿਆਰਥੀ ਫਿਰ ਕਹਿੰਦਾ ਸਰ ਜੀ ਇਹ ਭੋਜਨ ਕਿੱਥੋਂ ਆਇਆ? ਮੈਂ ਕਿਹਾ ਜੀ ਭੋਜਨ ਪੌਦਿਆਂ ਤੋਂ ਆਇਆ। ਪੌਦਿਆਂ ਨੇ ਕਿਵੇਂ ਬਣਾਇਆ? ਮੈਂ ਕਿਹਾ ਚੱਲ। ਕਹਿੰਦਾ ਜੀ ਉਹਨਾਂ ਨੇ ਜੀ ਉਹ ਫੋਟੋਸਿੰਥਸਿਸ ਸਾਨੂੰ 6ਵੀਂ 'ਚ ਪੜ੍ਹਾਇਆ ਸੀਗਾ ਵੀ ਉਹ ਜਿਹੜਾ ਹੈਗਾ ਆਪਣਾ ਸੂਰਜ ਦੀ ਰੋਸ਼ਨੀ ਲੈਂਦੇ ਆ, ਕਾਰਬਨ ਡਾਈਆਕਸਾਈਡ ਲੈਂਦੇ ਆ, ਪਾਣੀ ਧਰਤੀ 'ਚੋਂ ਲੈ ਲੈਂਦੇ ਆ, ਆਪਣਾ ਭੋਜਨ ਤਿਆਰ ਕਰਦੇ ਆ। ਉਹ ਭੋਜਨ ਦੇ ਨਾਲ ਫਿਰ ਉਹਨਾਂ ਦੇ ਜਿਹੜੇ ਹੈ ਫੁੱਲ ਬਣਦੇ ਆ, ਫੁੱਲ ਦੇ ਫਲ ਬਣਦੇ ਆ, ਫਲ ਦੇ ਵਿੱਚ ਫਿਰ ਬੀਜ ਬਣਦਾ, ਉਹ ਬੀਜ ਫਿਰ ਪੀ ਲੈਣ। ਮੈਂ ਕਿਹਾ ਵੀ ਐਂ ਦੱਸੋ ਵੀ ਸੂਰਜ ਦੀ ਰੋਸ਼ਨੀ ਕਿੱਥੋਂ ਆਈ? ਚੱਲੋ। ਉਹ ਕਹਿੰਦੇ ਜੀ ਸੂਰਜ ਕਾਰਨ ਹੰਸ ਬੈਠੇ ਨੇ ਜੀ 1932 ਦੇ ਵਿੱਚ ਇਹ ਗੱਲ ਦੱਸੀ ਕਿ ਪਹਿਲਾਂ ਤਾਂ ਇਹੀ ਮੰਨਿਆ ਗਿਆ ਵੀ ਸੂਰਜ ਇੱਕ ਅੱਗ ਦਾ ਗੋਲਾ ਹੈ। ਉਹ ਵਿਗਿਆਨੀ ਦੇ ਦਿਮਾਗ 'ਚ ਆਇਆ ਵੀ ਜੇ ਅੱਗ ਦਾ ਗੋਲਾ ਹੈ ਤਾਂ ਅੱਗ ਤਾਂ ਬਣਦੀ ਹੈ ਜੇ ਗੋਲੇ ਬਾਲਦੇ ਆ, ਕੋਲੇ ਬਣਦੇ ਆ, ਸਵਾਹ ਬਣਨੀ ਚਾਹੀਦੀ ਹੈ। ਸਵਾਹ ਗਈ ਕਿੱਥੇ? ਇਹਦੀ ਡਿੱਗੀ ਤਾਂ ਹੈ ਨਹੀਂ ਕਦੇ ਧਰਤੀ 'ਤੇ, ਜਾਂ ਆਲੇ ਦੁਆਲੇ ਕਿਤੇ ਡਿੱਗਦੀ ਨਜ਼ਰ ਨਹੀਂ, ਸਵਾਹ ਗਈ ਕਿੱਥੇ? ਫਿਰ ਉਹਨਾਂ ਨੇ ਜਦੋਂ ਖੋਜਾਂ ਕਰਨੀਆਂ ਸ਼ੁਰੂ ਕੀਤੀਆਂ ਜੀ, ਵਿਗਿਆਨੀ ਤਾਂ ਹੀ ਇਹਨਾਂ ਨੂੰ ਸਲਾਮਾਂ ਹੁੰਦੀਆਂ ਸਾਡੀਆਂ ਵਿਗਿਆਨੀਆਂ ਨੂੰ, ਉਸ ਨੇ ਦੱਸਿਆ ਕਹਿੰਦਾ ਵੀ ਇਹਦੇ ਵਿੱਚ ਜਿਹੜੇ ਹੈ ਦੋ ਹਲਕੇ ਨਿਊਕਲੀਅਸ ਆਪਸ ਦੇ ਵਿੱਚ ਜੁੜ ਕੇ ਇੱਕ ਭਾਰਾ ਬਣਾ ਦਿੰਦੇ ਆ, ਦੋ ਹਾਈਡਰੋਜਨ ਮਿਲ ਕੇ ਇੱਕ ਜਿਹੜਾ ਹੈ ਹੀਲੀਅਮ ਬਣਾ ਦਿੰਦੇ ਆ। ਜਦੋਂ ਹਾਈਡਰੋਜਨ ਮਿਲ ਕੇ ਹੀਲੀਅਮ ਬਣਦਾ, ਊਰਜਾ ਨਿਕਲਦੀ ਹੈ। ਉਹ ਜਿਹੜੀ ਊਰਜਾ ਉਹ ਸਾਡੇ ਤੱਕ ਪਹੁੰਚ ਰਹੀ ਹੈ। ਹੁਣ ਸੂਰਜ ਦਾ ਕੰਮ ਦੇਖੋ ਜੀ ਕਿੱਡਾ ਜ਼ਬਰਦਸਤ ਹੈ। ਅਤੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਸੀ ਕਿ ਸੂਰਜ ਦੇਵਤਾ, ਪਾਣੀ ਦੇਵਤਾ, ਹਾਂਜੀ, ਇਹ ਸਾਰੇ ਦੇਵਤੇ ਬਣਾਤੇ ਸੀ। ਕਾਰਨ ਕੀ ਸੀਗਾ ਕਿ ਉਸ ਵੇਲੇ ਸਾਡਾ ਵਿਗਿਆਨ ਇੰਨੀ ਉੱਪਰ ਨਹੀਂ ਆਇਆ ਸੀਗਾ, ਬਹੁਤ ਮਤਲਬ ਘੱਟ ਲੈਵਲ 'ਤੇ ਸੀਗਾ। ਹੁਣ ਸਾਡੇ ਵਿਗਿਆਨ ਨੇ ਖੋਜਾਂ ਕਰਕੇ ਦੱਸਤਾ ਕਿ ਇਹ ਸਾਡੇ ਲਈ ਉਹ ਕੰਮ ਕਰਦਾ ਜਿਹੜਾ ਦੁਨੀਆ ਦੀ ਕੋਈ ਤਾਕਤ ਕੰਮ ਨਹੀਂ ਕਰ ਸਕਦੀ, ਇਸ ਲਈ ਉਸ ਨੂੰ ਦੇਵਤੇ ਦਾ ਨਾਮ ਦਿੱਤਾ ਗਿਆ। ਹੁਣ ਸੂਰਜ ਹੈ ਜਿਹੜਾ ਸਾਡੇ ਕੋਲ, ਜਿੱਥੇ ਸਾਨੂੰ ਹੀਟ ਐਨਰਜੀ ਦਿੰਦਾ ਉੱਥੇ ਸਾਨੂੰ ਲਾਈਟ ਐਨਰਜੀ ਵੀ ਦਿੰਦਾ, ਪ੍ਰਕਾਸ਼ ਵੀ ਕਰ ਰਿਹਾ, ਸਾਨੂੰ ਗਰਮੀ ਤਾਂ ਦੇ ਹੀ ਰਿਹਾ ਨਾਲ ਪ੍ਰਕਾਸ਼ ਵੀ ਦੇ ਰਿਹਾ। ਤੇ ਇਸ ਦੇ ਬਿਨਾਂ ਅਸੀਂ ਕੁਝ ਵੀ ਦੇਖ ਨਹੀਂ ਸਕਦੇ ਜੇ ਸੂਰਜ ਦੀਆਂ ਕਿਰਨਾਂ ਸਾਡੇ ਤੱਕ ਨਾ ਪਹੁੰਚਣ। ਹੁਣ ਕੋਈ ਹੋਰ ਪ੍ਰੈਕਟੀਕਲ ਇੰਟਰਸਟਿੰਗ ਹੋਵੇ ਜਿਹੜਾ ਸਕਰੀਨ ਦੇ ਉੱਤੇ ਉਹ ਜ਼ਰੂਰ ਦਿਖਾਓ ਸਰ। ਸਾਡੇ ਸਾਰੇ ਹੀ ਜਿੰਨੇ ਵੀ ਪ੍ਰਯੋਗ ਹੈ ਉਹ ਸਾਰੇ ਇੰਟਰਸਟਿੰਗ ਹੈ। ਤਾਂ ਮੈਂ ਤੁਹਾਨੂੰ ਦੱਸਦਾ ਮਨੀ ਜੀ, ਤੁਸੀਂ ਵੀ ਆਪਣੀਆਂ ਜਮਾਤਾਂ 'ਚ ਪੜ੍ਹੇ ਹੈ ਨਾ, ਅਸੀਂ ਵੀ ਪੜ੍ਹਦੇ ਰਹੇ। ਪਰ ਇੱਕ ਦਿਨ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਮਨੁੱਖੀ ਸਰੀਰ ਦੇ ਵਿੱਚ ਹੱਡੀਆਂ ਕਿੰਨੀਆਂ? ਕਹਿੰਦੇ ਜੀ 206। ਮੈਂ ਕਹਿ ਲਿਆ ਵੀ ਗਿਣਾ ਦੇ ਫਟਾਫਟ। ਹੁਣੇ ਮੈਂ ਪਿੱਛੇ ਜੱਜਮੈਂਟ ਕਰਨ ਗਿਆ ਇੱਕ ਜਗ੍ਹਾ 'ਤੇ, ਟੀਚਰਾਂ ਦਾ ਅਧਿਆਪਕਾਂ ਦਾ ਉਹ ਲੱਗਿਆ ਹੋਇਆ ਸੀਗਾ ਟੀਚਰ ਫੈਸਟ। ਮੈਂ ਕਿਹਾ ਜੀ ਤੁਸੀਂ ਬਹੁਤ ਸ਼ਾਨਦਾਰ ਬਣਾਇਆ, ਤੁਸੀਂ ਆਹ ਜਿਹੜਾ ਮਾਡਲ ਬਣਾਇਆ ਵੀ ਇਸ ਤਰ੍ਹਾਂ ਕਰਕੇ ਦਿਖਾ ਰਹੇ ਹੋ, ਇਸ ਦੇ ਵਿੱਚ ਵੀ ਆਹ ਫੇਫੜੇ ਹੈ, ਆਹ ਇੱਥੇ ਕਿਡਨੀਜ਼ ਹੈ, ਇੱਥੇ ਤੁਸੀਂ ਇਹ ਦੱਸੋ ਵੀ 206 ਹੱਡੀਆਂ ਗਿਣਾਓ ਮੈਨੂੰ। ਕਹਿੰਦੇ ਜੀ ਉਹ ਤਾਂ ਮੁਸ਼ਕਲ ਕੰਮ ਹੈ, ਇੰਨੀ ਛੇਤੀ ਕਿਵੇਂ ਬਣਾ ਦਈਏ? ਮੈਂ ਕਿਹਾ ਇੰਨੀ ਛੇਤੀ ਉਹ ਗਣਾਊਂਗਾ ਮੈਂ ਤੁਹਾਨੂੰ। ਤਾਂ ਮੈਂ ਇਸ ਦੇ ਵਿੱਚ ਇੱਕ ਖੋਜ ਕਰਕੇ ਵਿਦਿਆਰਥੀਆਂ ਤੱਕ ਲਿਆਂਦਾ ਇਹ ਕਨਸੈਪਟ ਕਿ 26, 27, 28 ਤੁਸੀਂ ਨੇ ਇੱਕ ਨੰਬਰ ਯਾਦ ਰੱਖਣਾ, 26, 27 ਤੇ 28। ਹੁਣ ਜਿਹੜੀਆਂ 26 ਹੱਡੀਆਂ ਹੁੰਦੀਆਂ ਉਹ ਕਿੱਥੇ ਹੁੰਦੀਆਂ, 27 ਕਿੱਥੇ ਹੁੰਦੀਆਂ, ਆਪਾਂ ਤੁਹਾਨੂੰ ਇਹ ਹੁਣੇ ਹੀ ਇਸ ਦਾ ਨਿਰਣਾ ਕਰਕੇ 1 ਮਿੰਟ ਦੇ ਵਿੱਚ ਦਿਖਾਵਾਂਗੇ। ਤੇ ਆਪਾਂ ਇਹ ਕਰ ਲੈਂਦੇ ਹਾਂ ਵੀ ਇਹ ਬੰਦੇ ਦੀਆਂ ਬਾਹਾਂ ਹੋ ਗਈਆਂ, ਇਹ ਹੱਥ ਹੋ ਗਏ, ਇਹ ਇਮੈਜੀਨੇਸ਼ਨ ਹੈ ਜੀ, ਠੀਕ ਹੈ, ਇਸ ਨੂੰ ਕਿਤੇ ਬੰਦਾ ਨਾ ਸਮਝ ਲਿਓ। ਇਹ ਹੁਣ ਸਾਡੇ ਕੋਲ ਆਹ 26 ਨੰਬਰ ਹੈ ਜੀ, ਆਹ 27 ਨੰਬਰ ਹੈ ਤੇ ਆਹ 28 ਨੰਬਰ ਹੈ। ਇਸ ਤਰ੍ਹਾਂ ਹੀ ਇੱਧਰ 26 ਆ ਗਿਆ ਜੀ, ਇੱਥੇ 27 ਆ ਗਿਆ, 28 ਇੱਕ ਵਾਰੀ ਰਹਿ ਗਿਆ ਕਿਉਂਕਿ ਉੱਪਰਲਾ ਹਿੱਸਾ ਸਾਡਾ ਇੱਕੋ ਹੀ ਹੈ। ਹੁਣ 26, 27, 27 ਤੇ ਇੱਕ ਵਾਰੀ ਆ ਗਿਆ 28। ਆਹ ਸਾਡਾ ਫੇਸ ਹੈ, ਫੇਸ ਦੇ ਵਿੱਚ ਅੱਖਾਂ ਆ ਗਈਆਂ, ਕੰਨ ਆ ਗਏ। ਹੁਣ ਇੱਥੇ 8 ਹੱਡੀਆਂ, ਇੱਥੇ 14 ਹੱਡੀਆਂ, ਇੱਥੇ 3 ਹੱਡੀਆਂ, ਇੱਥੇ 3 ਹੱਡੀਆਂ, ਗਿਣ ਲਓ 14 ਤੇ 8 22, 22 ਤੇ 3 25, 25 3 28। ਲਓ ਜੀ ਆਹ ਪ੍ਰੋਗਰਾਮ ਪੂਰਾ ਹੋ ਗਿਆ। ਇਸੇ ਤਰ੍ਹਾਂ ਹੀ ਹੱਥ ਦੇ ਵਿੱਚ 27 ਹੱਡੀਆਂ,
ਪਰ ਜੇ ਕਿਤੇ ਦੱਸਿਆ ਹੁੰਦਾ ਨਾ ਵੀ 27 ਹੱਡੀਆਂ ਵਾਲਾ ਆਊਗਾ, ਦੇਖੀ ਕਿਤੇ ਬਚ ਕੇ ਰਹੀ ਹੈ, ਤਾਂ ਆ 27 ਤਾਂ ਆ ਦੇਖੋ 1 2 3, ਇਹ ਇੱਕ ਉਂਗਲੀ 'ਚ 3 ਹੱਡੀਆਂ, 3 ਚੌਕੇ 12, 12 ਤੇ 2 14, 14 ਤੇ ਅੱਗੇ ਆ ਗਈਆਂ 5, 14 ਤੇ 5 19, 8 ਹੱਡੀਆਂ ਗੁੱਟ ਦੀਆਂ ਹੁੰਦੀਆਂ, 19 ਤੇ 8 27। ਇਹ ਗੁੱਟ ਸਮੇਤ ਹੱਥ ਹੈ ਜਿਹੜਾ ਸਾਡਾ, ਜਿਹੜਾ ਕਦੇ ਇੱਧਰ ਨੂੰ ਮੂਵ ਕਰਦਾ ਕਦੇ ਇੱਧਰ ਨੂੰ, 27 ਹੱਡੀਆਂ ਵਾਲਾ ਹੈ। ਤਾਂ ਹੁਣ ਉਹ 2.5 ਕਿਲੋ ਦੀ ਜਗ੍ਹਾ 27 ਹੱਡੀਆਂ ਵਾਲਾ ਵੀ ਅਗਲੀ ਫਿਲਮ 'ਚ ਆਉਣ ਵਾਲਾ। ਤਾਂ ਹੁਣ ਇਸ ਨੂੰ ਬਰਾਬਰ ਕਰਨ ਲਈ 26 26 52 ਤੇ ਇੱਥੇ ਵੀ 52। ਹੁਣ ਬਾਕੀ ਸਾਡੀਆਂ ਬਾਹਾਂ ਤੇ ਲੱਤਾਂ ਰਹਿ ਗਈਆਂ ਜੀ। ਲੋ ਆ ਵੀ ਦੱਸ ਦਿੰਦਾ ਮੈਂ ਤੁਹਾਨੂੰ, 5 5 5 5, ਆ ਜੋ ਗਿਣਤੀ ਕਰ ਲੈਂਦੇ ਆ। 28 ਇੱਥੇ ਹੋ ਗਈਆਂ, 5 ਤੇ 5 10 ਇੱਥੇ ਹੋ ਗਈਆਂ, 52 ਇੱਥੇ ਹੋ ਗਈਆਂ ਜੀ, 26 27 27 54 ਇੱਥੇ ਹੋ ਗਈਆਂ ਜੀ, 5 ਤੇ 5 10 ਇੱਥੇ ਹੋ ਗਈਆਂ, 26 26 52 ਫੇਰ ਇੱਥੇ ਆ ਗਈਆਂ ਜੀ। ਲੋ ਜੀ ਲਾ ਲਓ ਜੋੜ, 8 2 10 4 14 2 16 ਹਸਲਾ 1 6 7 5 12 5 17 18 2 20। ਲੋ ਜੀ 206 ਹੱਡੀਆਂ। ਮੇਰੇ ਖਿਆਲ ਤੇ 1 ਮਿੰਟ ਲੱਗਿਆ ਨਹੀਂ ਹੈ ਤੇ ਬੱਚੇ ਘਬਰਾ ਜਾਂਦੇ ਆ ਜੀ, 206 ਹੱਡੀਆਂ ਗੁਣਾਈਏ ਅਸੀਂ। ਉਹ ਕੋਈ ਗੱਲ ਨਹੀਂ, ਆਓ ਤੁਸੀਂ ਸਿੱਖੋ। ਵਿਗਿਆਨ ਤਾਂ ਬੜਾ ਹੀ ਆਨੰਦਦਾਇਕ ਹੈ। ਮਤਲਬ ਇਹ ਤਾਂ ਇੱਕ ਐਸੀ ਪੜ੍ਹਾਈ ਹੈ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਹੈ, ਸਾਡੇ ਨਾਲ ਜੁੜੀ ਹੋਈ ਹੈ, ਸਮਾਜ ਨਾਲ ਜੁੜੀ ਹੋਈ ਹੈ। ਜੇ ਇਹਦਾ ਗਿਆਨ ਕਰਾ ਦਾਂਗੇ, ਮੇਰਾ ਮਤਲਬ ਪਤਾ ਹੀ ਨਹੀਂ ਕਿੱਥੇ ਤੱਕ ਚਲੀਆਂ ਜਾਣਗੀਆਂ ਗੱਲਾਂ। ਆਹ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਵੀ ਆਵਾਜ਼ ਪੈਦਾ ਕਰਨੀ ਹੈ। ਆਵਾਜ਼ ਪੈਦਾ ਕਰਨ ਦੇ ਲਈ ਸਾਨੂੰ ਕੀ ਕਰਨਾ ਹੈ ਕਿ ਇਸ ਦੇ ਵਿੱਚ ਆਹ ਲੋਹੇ ਦੀਆਂ ਪੱਤੀਆਂ ਲਾਈਆਂ ਜੀ, ਹੋਰ ਕੁਝ ਨਹੀਂ ਹੈ। ਇਸ ਨੂੰ ਜ਼ਾਈਲੋਫੋਨ ਕਿਹਾ ਜਾਂਦਾ। ਲੋਹੇ ਦੀਆਂ ਪੱਤੀਆਂ ਲਾਈਆਂ, ਪਰ ਪੱਤੀਆਂ ਦੀ ਜਿਹੜੀ ਲੰਬਾਈ ਹੈ ਉਹ ਅਸੀਂ ਅਲੱਗ-ਅਲੱਗ ਰੱਖਤੀ। ਬਸ ਹੁਣ ਜਦ ਲੰਬਾਈ ਅਲੱਗ-ਅਲੱਗ ਰੱਖਤੀ ਤਾਂ ਆਵਾਜ਼ ਪੈਦਾ ਹੋਣ ਦਾ ਸਿਧਾਂਤ ਕੀ ਕਹਿੰਦਾ ਕਿਤਾਬਾਂ 'ਚ। ਹੁਣ ਮੈਂ ਕਹਿੰਦਾ ਹੁੰਨਾ ਵੀ ਪ੍ਰੈਕਟੀਕਲ ਕਰਨ ਦੇ ਨਾਲ ਕਿਤਾਬ ਰੱਖ ਲਿਆ ਕਰੋ। ਕਿਤਾਬ ਦੇ ਵਿੱਚ ਪੜ੍ਹੋ ਕੀ ਲਿਖਿਆ। ਕਿਤਾਬ ਕਹਿੰਦੀ ਹੈ ਵੀ ਜਦੋਂ ਕੋਈ ਵਸਤੂ ਨੂੰ ਤੁਸੀਂ ਵਾਈਬਰੇਟ ਕਰਾਓਗੇ, ਵਾਈਬਰੇਟ ਦਾ ਮਤਲਬ ਹੁੰਦਾ ਵੀ ਇੱਧਰ ਉੱਧਰ ਜਾਵੇ ਚੀਜ਼, ਤਾਂ ਜਦੋਂ ਵਾਈਬਰੇਟ ਹੋਊਗੀ ਉਹਦੇ 'ਚੋਂ ਸਾਊਂਡ ਪੈਦਾ ਹੀ ਹੋਊਗੀ। ਹੁਣ ਇਸ ਨੂੰ ਅਸੀਂ ਵਾਈਬਰੇਟ ਕਰਾਵਾਂਗੇ। ਇਸ ਦੇ ਉੱਤੇ ਜਦੋਂ ਅਸੀਂ ਆ ਮਾਰਦੇ ਹਾਂ, ਇਹ ਸਾਰੀਆਂ ਪੱਤੀਆਂ ਅੱਡ-ਅੱਡ ਆਵਾਜ਼ਾਂ ਦਿੰਦੀਆਂ। ਤਾਂ ਹੁਣ ਵਿਗਿਆਨੀਆਂ ਨੇ ਸੋਚਿਆ ਕਿ ਇਹ ਸਾਰੇ ਗਾਮਾ ਪਾਧਾ ਨੀਸਾ ਇਹ ਕਿਵੇਂ ਬਣਾਇਆ ਜਾਵੇ। ਉਹਨਾਂ ਨੇ ਜਾਨਵਰਾਂ ਦੀਆਂ ਆਵਾਜ਼ਾਂ ਤੋਂ ਇਹ ਸਾਰੇ ਗਾਮਾ ਇਹ ਉਹਨਾਂ ਦੀਆਂ ਆਵਾਜ਼ਾਂ ਤੋਂ ਬਣਾਏ ਆ। ਤੇ ਉਹਨਾਂ ਦੇ ਵੋਕਲ ਕਾਰਡ ਹੈ ਜਿਹੜੇ, ਜਿਵੇਂ ਸਾਡੀ ਆਵਾਜ਼ ਨਿਕਲਦੀ ਹੈ ਨਾ, ਇੱਥੇ ਵੋਕਲ ਕਾਰਡ ਹੈ, ਉਹਦੇ ਵਿੱਚੋਂ ਆਵਾਜ਼ ਆ ਕੇ ਫਿਰ ਉਹਦੀਆਂ ਤਰੰਗਾਂ ਬਣਦੀਆਂ। ਉਹ ਤਰੰਗਾਂ ਤੁਹਾਡੇ ਕੰਨਾਂ 'ਚ ਜਾਂਦੀਆਂ। ਉਹ ਕੰਨਾਂ 'ਚ ਕਿਵੇਂ ਜਾਂਦੀਆਂ? ਕੰਨ ਦੇ ਵਿੱਚ 3 ਹੱਡੀਆਂ ਲੱਗੀਆਂ ਹੋਈਆਂ। ਮਤਲਬ ਇਹ ਬੜਾ ਦਿਲਚਸਪੀ ਵਾਲਾ ਵਿਸ਼ਾ ਹੈ। ਹੁਣ ਆਪਾਂ ਹੋਰ ਜ਼ਿਆਦਾ ਡੂੰਘਾਈ 'ਚ ਨਾ ਜਾਈਏ, ਮੈਂ ਤੁਹਾਨੂੰ ਇਹ ਦੱਸਦਾ ਕਿ ਆਹ ਜਿਹੜੀ ਸਾਡੇ ਕੋਲ ਇੱਕ ਐਲੂਮੀਨੀਅਮ ਦੀ ਰੋਡ ਹੈ। ਹੁਣ ਇਹਦੇ ਵਿੱਚੋਂ ਮੈਂ ਤੁਹਾਨੂੰ ਕਹਿੰਦਾ ਵੀ ਆਵਾਜ਼ ਕੱਢ ਕੇ ਦਿਖਾਓ। ਤੁਸੀਂ ਕਹੋ ਜੀ ਇਹਦੇ ਮੂਹਰੇ ਕਿਹੜਾ ਕੋਈ ਮੈਂ ਮਾਈਕ ਲਾਇਆ ਜਾਂ ਜਿਹੜਾ ਹੈ ਨਾ ਵੀ ਜਿਹਦੀ ਆਵਾਜ਼ ਨਿਕਲੂਗੀ। ਹਾਂ, ਜੇ ਥੱਲੇ ਸਿੱਟੂੰਗਾ ਜਾਂ ਇਹਨੂੰ ਕਿਸੇ ਚੀਜ਼ ਨਾਲ ਖੜਕਾਉਂਗਾ ਤਾਂ ਥੋੜ੍ਹੀ ਬਹੁਤੀ ਆਵਾਜ਼ ਨਹੀਂ, ਪਰ ਇਹਦੇ ਵਿੱਚੋਂ ਵੀ ਪਲੀਜ਼ਿੰਗ ਸਾਊਂਡ ਨਿਕਲੇ, ਵਧੀਆ ਐਂ ਲੱਗੇ ਵੀ ਹਾਂ ਵੀ ਨਜ਼ਾਰਾ ਆ ਗਿਆ, ਹੈ ਨਾ। ਤਾਂ ਉਹ ਆਵਾਜ਼ ਕੱਢਣ ਦੇ ਲਈ ਇੱਕ ਸਿਧਾਂਤ ਪੜ੍ਹਾਇਆ ਜਾਂਦਾ ਸਾਨੂੰ, ਨੋਡ ਤੇ ਐਂਟੀ ਨੋਡ। ਨੋਡ ਤੇ ਐਂਟੀ ਨੋਡ ਬਣਾਉਣ ਦਾ ਜਿਹੜਾ ਸਿਧਾਂਤ ਹੈ ਉਹ ਮੈਂ ਤੁਹਾਨੂੰ ਹੁਣੇ ਦਿਖਾਉਣਾ ਵੀ ਕੀ ਹੈ ਕਿ ਇਸ ਦਾ ਬੈਲੈਂਸ ਕਰਨਾ ਹੁੰਦਾ ਸੀ। ਜਦੋਂ ਅਸੀਂ ਇਸ ਦਾ ਬੈਲੈਂਸ ਕਰ ਲਿਆ, ਦੋਵੇਂ ਪਾਸੇ ਬਰਾਬਰ ਹੋ ਗਈ ਤੱਕੜੀ ਵਾਂਗੂ, ਜਦ ਬਰਾਬਰ ਹੋ ਗਈ ਇੱਥੋਂ ਪਕੜ ਲੈਣਾ ਸੀ। ਜਦੋਂ ਅਸੀਂ ਇਸ ਨੂੰ ਇੱਥੋਂ ਪਕੜਿਆ ਤਾਂ ਹੁਣ ਇਹਦੇ ਵਿੱਚ ਅਸੀਂ ਰਗੜ ਵਧਾਉਣੀ ਹੈ। ਰਗੜ ਵਧਾਉਣ ਦੇ ਲਈ ਸਾਡੇ ਕੋਲ ਇੱਕ ਪਾਊਡਰ ਹੈ। ਮੈਂ ਜਾਦੂਗਰ ਨਹੀਂ ਹਾਂ, ਮੈਂ ਵਿਗਿਆਨ ਦਾ ਅਧਿਆਪਕ ਹਾਂ ਅਤੇ ਮੈਂ ਤੁਹਾਨੂੰ ਦੱਸੂਗਾ ਵੀ ਪਾਊਡਰ ਕਿਹੜਾ। ਇਹ ਪਾਊਡਰ ਕੋਈ ਖਾਸ ਨਹੀਂ ਹੈ, ਸੁਕਾ ਕੇ ਸਾਬਣ ਨੂੰ ਕੁੱਟਿਆ ਹੋਇਆ, ਬਸ ਹੋਰ ਕੁਝ ਨਹੀਂ ਹੈ। ਇਹ ਸਾਬਣ ਕੁੱਟ ਕੇ ਰੱਖਿਆ ਹੋਇਆ, ਹੋਰ ਕੁਝ ਨਹੀਂ ਹੈ। ਸੁੱਕਿਆ ਹੋਇਆ ਸਾਬਣ ਹੈ। ਆ ਲਓ, ਦਿਖਾ ਦਿਓ ਜੀ ਇਹਨਾਂ ਨੂੰ। ਇਹ ਹੁਣ ਉਂਗਲ ਤੇ ਲਾਉਣ ਦਾ ਮਤਲਬ ਮੇਰਾ ਕੀ ਹੈ ਕਿ ਜਦੋਂ ਮੈਂ ਉਂਗਲੀ ਤੇ ਲਾਇਆ ਤਾਂ ਰਗੜ ਵਧਾ ਰਿਹਾ ਮੈਂ ਇਸ ਦੀ। ਤਾਂ ਹੁਣ ਇਸ ਨੂੰ ਮੈਂ ਇੱਥੇ ਘੁਮਾਉਣਾ ਸ਼ੁਰੂ ਕਰੂੰਗਾ। ਦੇਖੋ ਜੀ, ਜਿੰਨੀ ਦੇਰ ਤੱਕ ਇਹ ਵਾਈਬਰੇਟ ਕਰਦੀ ਰਹੂਗੀ ਉਨੀ ਦੇਰ ਤੱਕ ਆਵਾਜ਼ ਆਉਂਦੀ ਰਹੂਗੀ, ਨਹੀਂ ਤਾਂ ਆਵਾਜ਼ ਆਉਣੀ ਬੰਦ ਹੋ ਜੂਗੀ। ਇਸੇ ਤਰ੍ਹਾਂ ਹੀ ਮੇਰੇ ਅੰਦਰ ਜਿਹੜਾ ਵੋਕਲ ਕੋਰਡ ਹੈ, ਜਿਹਨੂੰ ਕੌਂਜਾ ਕਹਿੰਦੇ ਹੋ, ਹਾਂਜੀ, ਉਹ ਜਦ ਤੱਕ ਉਹ ਹਿੱਲਦਾ ਰਹੂਗਾ ਮੈਂ ਆਵਾਜ਼ ਆਉਂਦੀ ਰਹੂਗੀ ਬਾਹਰ, ਨਹੀਂ ਤਾਂ ਨਹੀਂ ਆਊਗੀ। ਬਸ ਆਹ ਸਿਧਾਂਤ ਹੈ। ਇਸ ਦੇ ਪਿੱਛੇ ਕੀ ਹੈ ਵੀ ਜਦੋਂ ਮੈਂ ਇਹਨੂੰ ਇੱਥੋਂ ਪਕੜਿਆ ਹੋਇਆ ਤਾਂ ਇਹਦੇ ਵਿੱਚੋਂ ਆਵਾਜ਼ ਆ ਰਹੀ ਹੈ, ਪਰ ਜਦੋਂ ਮੈਂ ਇਸ ਨੂੰ ਇਸੇ ਨੂੰ ਇਹਦਾ ਲਾਉਣ ਦਾ ਵੀ ਕੋਈ ਖਾਸ ਕਾਰਨ ਹੈ? ਇਹਦਾ ਲਾਉਣ ਦਾ ਕਾਰਨ ਹੈ ਇਹਦੇ 'ਚ ਰਗੜ ਬਲ ਵਧਾਉਣਾ। ਮਤਲਬ ਰਗੜ ਬਲ ਕੀ ਹੈ ਵੀ ਇਸ ਨੂੰ ਆਪਾਂ ਨੇ ਅਸਲ ਦੇ ਵਿੱਚ ਕੀ ਹੈ ਜੀ, ਆਹ ਜਿਹੜੀ ਤੁਹਾਡੀ ਹੈਗੀ ਹੈ ਨਾ ਜੀ ਐਲੂਮੀਨੀਅਮ ਦੀ ਰੋਡ ਹੈ, ਇਹ ਅਸਲ ਦੇ ਵਿੱਚ ਆਹ ਵੀ ਐਲੂਮੀਨੀਅਮ ਹੈ। ਅਤੇ ਇਸ ਨੂੰ ਜਦੋਂ ਇੱਥੋਂ ਕਰਾਂਗੇ ਤਾਂ ਤੁਸੀਂ ਇਸ ਨੂੰ ਸੁਣ ਸਕਦੇ ਹੋ। ਹੋ ਸਕਦਾ ਹੈ ਮਾਈਕ ਦੇ ਵਿੱਚ ਇਹ ਸੁਣਾਈ ਦੇਵੇ ਨਾ ਦੇਵੇ, ਪਰ ਕੰਨਾਂ ਦੇ ਕੋਲ ਸਾਡੇ ਕੋਲ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਮੱਖੀ ਭੀਂ ਕਰਦੀ ਹੁੰਦੀ ਹੈ, ਠੀਕ ਹੈ ਨਾ। ਤਾਂ ਉਹ ਕੀ ਹੈ ਕਿ ਇਸ ਦੇ ਪ੍ਰੋਂਗਸ ਹੈ ਜਿਹੜੇ ਇਹ ਵਾਈਬਰੇਟ ਕਰ ਰਹੇ ਹੈ, ਇੱਧਰ ਉੱਧਰ ਨੂੰ ਜਾ ਰਹੇ ਹੈ। ਤਾਂ ਉਹ ਇਸੇ ਤਰ੍ਹਾਂ ਹੀ ਇਹ ਰੋਡ ਇੱਧਰ ਉੱਧਰ ਨੂੰ ਜਾ ਰਹੀ ਸੀ। ਹੁਣ ਜਦੋਂ ਇਹ ਰੋਡ ਇੱਧਰ ਤੇ ਉੱਧਰ ਜਾ ਰਹੀ ਸੀ ਤਾਂ ਆਵਾਜ਼ ਪੈਦਾ ਕਰ ਰਹੀ ਸੀ।
ਤਾਂ ਆਵਾਜ਼ ਹੈ ਜਿਹੜੀ 332 ਮੀਟਰ 1 ਸਕਿੰਟ ਦੇ ਵਿੱਚ ਚਲੀ ਜਾਂਦੀ ਹੈ। 1 ਸਕਿੰਟ 'ਚ 332 ਮੀਟਰ ਜਾਂਦੀ ਹੈ। ਤਾਂ ਜਿਹੜੀ ਆਪਣੇ ਮਾਈਕਾਂ ਦੇ ਵਿੱਚ ਜਾਂ ਜਦੋਂ ਐਂਪਲੀਫਾਇਰ ਲਾਉਂਦੇ ਆ, ਇਸ ਨੂੰ 332 ਮੀਟਰ 1 ਸਕਿੰਟ 'ਚ ਜਾਣ ਦੀ ਬਜਾਏ ਇਹਦੀ ਜਿਹੜੀ ਲੈਂਥ ਹੈ ਅਸੀਂ ਵਧਾ ਦਿੰਦੇ ਹਾਂ, ਜਿਹਨੂੰ ਕਹਿੰਦੇ ਐਂਪਲੀਫਾਈ ਕਰਤਾ, ਵੀ ਵੱਡੀ ਕਰਤੀ ਆਵਾਜ਼, ਤਾਂ ਦੂਰ ਤੱਕ ਚਲੀ ਜਾਂਦੀ ਹੈ। ਬਸ ਇਸ ਦਾ ਸਿਧਾਂਤ ਹੈ। ਈਕੋ ਕਹਿੰਦੇ ਜੀ ਈਕੋ ਵਧਾ ਦੇ ਮਾੜੀ ਜੀ, ਜਦੋਂ ਗਾਇਕ ਗਾਣੇ ਗਾਉਂਦੇ ਕਹਿੰਦੇ ਈਕੋ ਵਧਾ ਇਹਦੀ ਬਾਸ, ਉਹ ਸਾਰਾ ਤੁਹਾਨੂੰ ਦੱਸਦੇ ਹੁਣ। ਈਕੋ ਕੀ ਹੈ ਕਿ ਈਕੋ ਦੇ ਵਿੱਚ ਜਦੋਂ 16 ਮੀਟਰ ਤੋਂ ਕੋਈ ਚੀਜ਼ ਟਕਰਾ ਕੇ ਫਿਰ ਵਾਪਸ ਆ ਜੇ ਤਾਂ ਉਹ ਈਕੋ ਬਣ ਜਾਂਦੀ। ਕਿਉਂ? ਕਿਉਂਕਿ ਇਹਦਾ ਇਹ ਡਿਸਟੈਂਸ ਅਸੀਂ ਇਸ ਲਈ ਰੱਖਿਆ ਕਿ 332 ਜਿਹੜਾ ਹੈਗਾ ਉਸ ਨੂੰ ਅਸੀਂ 16 ਦੂਣਾ 32 320 ਦੇ ਹਿਸਾਬ ਨਾਲ ਰੱਖ ਲਿਆ, ਅੱਧੋ ਅੱਧ ਕਰਕੇ, ਠੀਕ ਹੈ ਜੀ। ਤਾਂ ਉਹ ਜਦੋਂ ਉਨੀ ਦੂਰ ਤੋਂ ਜਾ ਕੇ ਫਿਰ ਟਕਰਾ ਕੇ ਇਹਦਾ ਮਤਲਬ ਜਿਹੜੀ ਆਵਾਜ਼ ਹੈ ਉਹ ਵੀ ਟਕਰਾ ਕੇ ਵਾਪਸ ਆਉਂਦੀ ਹੈ। ਇਸੇ ਸਿਧਾਂਤ 'ਤੇ ਚਮਗਿੱਦੜ ਕੰਮ ਕਰਦੇ ਆ। ਚਮਗਿੱਦੜਾਂ ਨੂੰ ਦਿਨੇ ਤਾਂ ਦਿਸਦਾ ਨਹੀਂ ਹੈ ਨਾ ਜੀ, ਰਾਤ ਨੂੰ ਉਹਨਾਂ ਨੂੰ ਦਿਸਦਾ। ਉਹਨਾਂ ਦੀ ਅੱਖਾਂ ਦੀ ਬਣਾਵਟ ਇਸ ਤਰ੍ਹਾਂ ਦੀ ਕਰੀ ਹੋਈ ਹੈ। ਹੁਣ ਜਦੋਂ ਉਹ ਕਿਸੇ ਚੀਜ਼ ਨੂੰ ਦੇਖ ਨਹੀਂ ਪਾਉਂਦੇ, ਉਹ ਤਾਂ ਟੱਕਰ ਮਾਰਨਗੇ ਕਿਸੇ 'ਚ, ਪਰ ਉਹ ਆਪਣੇ ਮੂੰਹ ਦੇ ਵਿੱਚੋਂ ਇੱਕ ਆਵਾਜ਼ ਕੱਢਦੇ ਆ। ਉਹ ਆਵਾਜ਼ ਇੰਨੀ ਕੁ ਬਰੀਕ ਹੁੰਦੀ ਹੈ ਕਿ ਉਹ ਜਾ ਕੇ ਜੇ ਤਾਂ ਉਹਦੇ ਅੱਗੇ ਕੋਈ ਚੀਜ਼ ਆ ਗਈ ਉਹਦੇ ਨਾਲ ਟਕਰਾ ਕੇ ਵਾਪਸ ਉਹਨਾਂ ਕੋਲ ਪਹੁੰਚ ਜਾਂਦੀ ਹੈ। ਫਿਰ ਉਹ ਸਮਝ ਜਾਂਦੇ ਅੱਗੇ ਕੁਛ ਹੈਗਾ, ਉਹ ਰਸਤਾ ਬਦਲ ਲੈਂਦੇ। ਇਹ ਕਾਰਨ ਹੁੰਦਾ ਵੀ ਚਮਗਿੱਦੜ ਹੈ ਜਿਹੜੇ, ਪਰ ਉਹਨਾਂ ਦੀਆਂ ਜਿਹੜੀਆਂ ਚਮਗਿੱਦੜਾਂ ਦੀਆਂ ਆਵਾਜ਼ਾਂ ਹੈਗੀਆਂ ਸਾਨੂੰ ਬਿਰਲਿਆਂ ਨੂੰ ਸੁਣਦੀਆਂ, ਕਿਉਂਕਿ ਸਾਡੇ ਵੀ ਸੁਣਨ ਦੀ ਕੋਈ ਸ਼ਕਤੀ ਹੈ। 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਅਸੀਂ ਸੁਣ ਸਕਦੇ ਹਾਂ। ਨਾ ਤਾਂ ਇਹ ਤੋਂ ਛੋਟੀਆਂ ਸੁਣ ਸਕਦੇ ਹਾਂ, ਨਾ ਇਸ ਤੋਂ ਵੱਧ ਵਾਲੀਆਂ ਸੁਣ ਸਕਦੇ ਹਾਂ। ਕਈ ਵਾਰੀ ਜਹਾਜ਼ 'ਚ ਬੈਠੇ ਕਹਿੰਦੇ ਜੀ ਕੰਨ 'ਚ ਰੂੰ ਪਾ ਲਓ ਵੀ ਤੁਸੀਂ ਬੋਲੇ ਨਾ ਹੋ ਜਿਓ ਕਿਤੇ, ਕਿਉਂਕਿ ਜਹਾਜ਼ ਦੇ ਇੰਜਣ ਦੀ ਆਵਾਜ਼ ਤੇ ਉਹਨੇ ਅੱਗੇ ਹਵਾ ਨੂੰ ਚੀਰਦੇ ਜਾਣਾ ਤੇ ਉਹਨੇ ਬਹੁਤ ਜ਼ਿਆਦਾ ਹੋਣਾ, ਇਸ ਕਰਕੇ ਕੰਨ ਦੇ ਪਰਦੇ ਫਟਣ ਦਾ ਡਰ ਹੁੰਦਾ। ਉਸਨੇ ਵਾਈਬ੍ਰੇਟ ਕਰਦਾ ਹੁੰਦਾ, ਪਰਦੇ ਵਾਈਬ੍ਰੇਟ ਕਰਨ ਲੱਗ ਜਾਂਦੇ। ਪਰਦਾ ਕੀ ਹੈ? ਇੱਕ ਜਿਵੇਂ ਪਿਆਜ਼ ਹੈ ਨਾ ਜੀ, ਪਿਆਜ਼ ਦੀ ਇੱਕ ਝਿੱਲੀ ਲੈ ਲਓ। ਝਿੱਲੀ ਇੱਕ ਟੁਕੜੇ ਦੇ ਉੱਤੇ ਇੱਕ ਪਤਲੀ ਜਿਹੀ ਤਹਿ ਹੁੰਦੀ ਹੈ ਜਿਹਨੂੰ ਝਿੱਲੀ ਕਹਿੰਦੇ, ਮੈਂਬਰੇਨ। ਤਾਂ ਉਸ ਉਨਾ ਪਤਲਾ ਪਰਦਾ, ਇਸ ਲਈ ਕਹਿੰਦੇ ਤਿੱਖੀ ਚੀਜ਼ ਨਾ ਮਾਰਿਓ ਕੋਈ, ਤੁਹਾਡਾ ਪਰਦਾ ਫਟ ਸਕਦਾ। ਮਤਲਬ ਇਹ ਜਿਹੜੇ ਪ੍ਰਯੋਗ ਹੈ ਸਾਨੂੰ ਇਹ ਦੱਸਦੇ ਹੈ ਕਿ ਇਹ ਚੀਜ਼ਾਂ ਕੋਈ ਸਧਾਰਨ ਚੀਜ਼ਾਂ ਨਹੀਂ ਹੈ, ਇਹ ਵਿਗਿਆਨ ਹੈ। ਬਸ ਇਸ ਪੜ੍ਹਾਈ ਨੂੰ ਵਿਗਿਆਨ ਕਿਹਾ ਗਿਆ। ਹੁਣ ਤੁਹਾਡੇ ਸਾਹਮਣੇ ਦੇਖੋ, ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਣੀ ਚਾਹੁੰਦਾ ਕਿ ਇਹ ਹੈਲੀਕਾਪਟਰ ਹੈ। ਹਾਂਜੀ, ਇਹ ਹੈਲੀਕਾਪਟਰ ਦੇ ਇਸ ਤਰ੍ਹਾਂ ਦਾ ਯੰਤਰ ਹੈ ਕਿ ਇਹ ਹੁਣ ਜਿਹੜਾ ਉੱਡਣਾ ਸ਼ੁਰੂ ਕਰੂਗਾ। ਆਹ ਦੇਖੋ, ਇਹ ਸੈਂਸਰ ਹੈ। ਇਹ ਜਿਵੇਂ ਮੈਂ ਇਹਦੇ ਥੱਲੇ ਹੱਥ ਕਰੂੰਗਾ, ਇਹ ਉਨੀ ਦੇਰ ਤੱਕ ਇਹਨੇ ਚੱਲੀ ਜਾਣਾ। ਹਾਂ, ਤੁਸੀਂ ਵੀ ਕਰ ਦਿਓ। ਹਾਂ, ਬਿਲਕੁਲ ਠੀਕ। ਆਹ ਦੇਖੋ, ਹੁਣ ਜਿੱਥੇ ਜਾ ਕੇ ਕ੍ਰੈਸ਼ ਹੋ ਗਿਆ, ਬਸ ਉੱਥੇ ਜਾ ਕੇ ਇਹਨੇ ਰੁਕ ਜਾਣਾ। ਇਹਦਾ ਕੀ ਕਾਰਨ ਰਹਿੰਦਾ? ਇਹਦਾ ਸਿਧਾਂਤ ਇਹ ਹੈ ਜੀ ਵੀ ਇਸ ਦੇ ਵਿੱਚ ਆ ਜਾਓ ਸੈਂਸਰ ਲਾਤੇ ਹੋਏ ਆ। ਹੁਣ ਉਹ ਜਿਹੜੇ ਸੈਂਸਰ ਹੈ ਉਹ ਸੈਂਸ ਕਰਦੇ ਆ ਵੀ ਕਿੱਥੇ ਕੋਈ ਚੀਜ਼ ਆ ਰਹੀ ਹੈ ਜਾਂ ਨਹੀਂ ਆ ਰਹੀ। ਮੈਂ ਤੁਹਾਨੂੰ ਦਿਖਾਣਾ ਇੱਕ ਹੋਰ ਸੈਂਸਰ ਵਾਲੀ ਚੀਜ਼ ਹੈ ਸਾਡੇ ਕੋਲ, ਕਿ ਬੜੀਆਂ ਕਮਾਲ ਦੀਆਂ ਚੀਜ਼ਾਂ ਵਿਗਿਆਨ ਬਣਾ ਚੁੱਕਿਆ। ਔਰ ਉਸ ਵਿਗਿਆਨ ਨੇ ਜਿਹੜੇ ਪ੍ਰਯੋਗ ਕੀਤੇ ਆ ਨਾ, ਇਹ ਇਸ ਲਈ ਮੈਂ ਕਹਿੰਦਾ ਵੀ ਹਰ ਵਿਦਿਆਰਥੀ ਨੂੰ ਵਿਗਿਆਨ ਪੜ੍ਹਾਉਣਾ ਸ਼ੁਰੂ ਕਰੋ। ਜੇ ਉਹ ਵਿਗਿਆਨ ਪੜ੍ਹ ਰਿਹਾ ਹੈ ਤਾਂ ਉਸ ਨੂੰ ਸਾਰਾ ਕੁਛ ਹੀ ਸਮਝ ਆ ਰਿਹਾ ਤੇ ਉਹਨੂੰ ਪਤਾ ਲੱਗ ਰਿਹਾ ਵੀ ਹਾਂ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਸੀਗਾ। ਇਹ ਵੀ ਜ਼ਰੂਰ ਦਿਖਾਓ। ਇਹ ਵੀ ਦਿਖਾਵਾਂਗੇ, ਇਹ ਵੀ ਸਾਰੀਆਂ ਚੀਜ਼ਾਂ ਹੁਣ ਦਿਖਾਵਾਂਗੇ ਜੀ। ਇਹ ਹੁਣ ਇਸ ਦੀ ਡਿਟੈਕਸ਼ਨ ਹੋਣੀ ਸ਼ੁਰੂ ਹੋ ਗਈ ਹੋਈ ਹੈ। ਇਹ ਡਿਟੈਕਟ ਕਰਨਾ ਸ਼ੁਰੂ ਕਰ ਦਿੰਦਾ ਹੈ ਵੀ ਜਿਹੜਾ ਹੈ ਸਾਡੇ ਕੋਲ ਦੂਰ ਤੋਂ ਕੋਈ ਚੀਜ਼ ਆ ਰਹੀ ਹੈ ਉਸ ਨੂੰ ਡਿਟੈਕਟ ਕਰੇਗਾ। ਇਹ ਦੇਖੋ ਵੀ ਇਸ ਦੇ ਅੱਗੇ ਜਿਹੜੀ ਚੀਜ਼ ਆ ਰਹੀ ਹੈ ਉਸ ਨੂੰ ਇਹ ਡਿਟੈਕਟ ਕਰ ਰਿਹਾ ਹੈ। ਤਾਂ ਇੱਥੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇੱਕ ਯੰਤਰ ਅਸੀਂ ਰਸਤੇ ਦੇ ਵਿੱਚ ਲਗਾਤਾ ਜਿਹੜਾ ਕਿ ਇਹਨੂੰ ਡਿਟੈਕਟ ਕਰ ਰਿਹਾ। ਅੱਗੇ ਕੋਈ ਚੀਜ਼ ਆ ਰਹੀ ਹੈ, ਸਾਨੂੰ ਹਾਰਨ ਵੱਜਣਾ ਸ਼ੁਰੂ ਹੋ ਜਾਏਗਾ। ਮਤਲਬ ਕਈ ਵਾਰੀ ਜਿਵੇਂ ਲਾਈਟਾਂ ਪੈਣ ਲੱਗੀਆਂ ਜਾਂ ਹੋਰ ਹੈ। ਫਿਰ ਗੱਡੀਆਂ ਦੇ ਵਿੱਚ ਜਿਹੜੀ ਸੈਂਸਰ ਲੱਗੇ ਹੁੰਦੇ, ਜਦੋਂ ਅਸੀਂ ਬੈਕ ਕਰ ਰਹੇ ਹਾਂ ਗੱਡੀ ਨੂੰ, ਤਾਂ ਉਦੋਂ ਬਿਲਕੁਲ ਉਹ ਇਹੀ ਸਿਧਾਂਤ ਹੈ ਵੀ ਉਹ ਪਿੱਛੇ ਜਦ ਨੇੜੇ ਆਉਣ ਲੱਗਦੀ ਹੈ ਚੀਜ਼, ਉਹਦੀ ਆਵਾਜ਼ ਬਦਲਣੀ ਸ਼ੁਰੂ ਹੋ ਜਾਂਦੀ ਹੈ। ਬਸ ਇਹੀ ਸੈਂਸਰ ਲਾਏ ਜਾਂਦੇ ਆ ਜਿਨ੍ਹਾਂ ਨੂੰ IR ਸੈਂਸਰ ਕਿਹਾ ਜਾਂਦਾ। ਇਹ ਕਿਸੇ ਆਬਜੈਕਟ ਨੂੰ ਡਿਟੈਕਟ ਕਰ ਲੈਂਦੇ ਆ। ਮੋਸ਼ਨ ਸੈਂਸਰ ਹੈ, ਕਿਸੇ ਚੱਲਦੀਆਂ ਚੀਜ਼ਾਂ ਨੂੰ ਡਿਟੈਕਟ ਕਰ ਲੈਂਦੇ ਆ। ਇਹ ਜਿਹੜੇ ਸੈਂਸਰ ਹੈ ਨਾ ਜੀ, ਇਹ ਬਹੁਤ ਜ਼ਬਰਦਸਤ ਚੀਜ਼ ਹੈ। ਇੱਕ ਤੁਹਾਨੂੰ ਮੈਂ ਇੱਥੇ ਇੱਕ ਹੋਰ ਸੈਂਸਰ ਦਿਖਾ ਦਾਂ ਚੱਲਦੇ ਵੀ ਆਟੋਮੈਟਿਕ ਲਾਈਟਾਂ ਹੋ ਗਈਆਂ, ਕਿਉਂਕਿ ਅਸੀਂ ਇੰਨੇ ਕੁ ਆਲਸੀ ਜੇ ਹੋ ਗਏ। ਵਿਗਿਆਨ ਪੜ੍ਹ ਕੇ ਸਾਨੂੰ ਹੋਣਾ ਤਾਂ ਤੇਜ਼ ਚਾਹੀਦਾ ਸੀ, ਪਰ ਅਸੀਂ ਸਲੋ ਹੋ ਗਏ। ਅਸੀਂ ਕਹਿੰਦੇ ਹਾਂ ਵੀ ਲਾਈਟ ਵੀ ਆਪੇ ਬੁੱਝੇ, ਹੈ ਨਾ, ਜਗ ਵੀ ਆਪੇ ਹੀ ਜਾਵੇ। ਤਾਂ ਉਹਦੇ ਵਿੱਚ ਇਹ ਜਿਹੜਾ ਸਿਸਟਮ ਹੈ ਇੱਥੇ ਕੰਮ ਕਰਦਾ ਸਾਡੇ ਕੋਲ। ਆਹ ਦੇਖੋ, ਹੁਣ ਇੱਥੇ ਰੋਸ਼ਨੀ ਹੈ ਇਸ ਟਾਈਮ, ਤਾਂ ਇਹ ਬੱਲਬ ਜਗ ਨਹੀਂ ਰਿਹਾ। ਹੁਣ ਜੇ ਮੈਂ ਇੱਥੇ ਹਨੇਰਾ ਕਰ ਦੂੰਗਾ ਤਾਂ ਬੱਲਬ ਨੇ ਆਪਣੇ ਇੱਥੇ ਇਹਦਾ ਡਿਟੈਕਟਰ ਲੱਗਿਆ ਹੋਇਆ। ਆਹ ਦੇਖੋ ਜੀ, ਇਹਦੇ ਉੱਤੇ ਹਨੇਰਾ ਕਰਤਾ ਮੈਂ, ਹੁਣ ਇਹਦੇ ਉੱਤੇ ਚਾਨਣਾ ਹੋ ਗਿਆ ਤਾਂ ਲਾਈਟ ਆਪਣੇ, ਹੁਣ ਸਵੇਰ ਹੁੰਦੇ ਸਾਰ ਲਾਈਟਾਂ ਬੁੱਝ ਜਾਣਗੀਆਂ, ਰਾਤ ਹੁੰਦੇ ਸਾਰ ਆਪਣੇ ਆਪ ਇਹ ਜਗਣੀਆਂ ਸ਼ੁਰੂ ਹੋ ਜਾਣਗੀਆਂ।
ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਵੱਡੇ ਸਿਧਾਂਤ ਸਾਨੂੰ ਸਪਸ਼ਟ ਕਰਦੀਆਂ। ਜਿਹੜੀ ਆ ਤੁਸੀਂ ਗੱਲ ਕਹਿ ਰਹੇ ਸੀਗੇ ਉਹ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਿਹਾ। ਇਹ ਯੰਤਰ ਸਾਡੇ ਕੋਲ ਹੈਗਾ ਜਿਹੜਾ ਕਿ ਇਹ ਦੱਸਦਾ ਹੈ ਕਿ ਮਨੁੱਖੀ ਸਰੀਰ ਦੇ ਵਿੱਚ ਵੀ ਜਿਹੜੀ ਬਿਜਲੀ ਹੈ ਉਹ ਲੰਘ ਜਾਂਦੀ ਹੈ। ਆਓ ਇੱਧਰ ਆਓ ਤੁਸੀਂ, ਇਹ ਵੀ ਤੁਹਾਨੂੰ ਦਿਖਾ ਦਈਏ ਅਸੀਂ ਯੰਤਰ। ਇਹ ਵੀ ਬੜਾ ਮੇਰਾ ਪਾਪੂਲਰ ਯੰਤਰ ਹੋਇਆ ਤੇ ਇਸ ਦੀ ਇੱਕ ਤਾਰ ਮੈਂ ਪਕੜੀ ਹੈ, ਇੱਕ ਤੁਸੀਂ ਪਕੜ ਲਓ। ਤਾਂ ਹੁਣ ਦੇਖੋ ਕੋਈ ਆਵਾਜ਼ ਨਹੀਂ ਆ ਰਹੀ, ਪਰ ਇਹ ਆਵਾਜ਼ ਤਾਂ ਆਊਗੀ ਜੇ ਮੈਂ ਤੁਹਾਨੂੰ ਪਕੜੂੰਗਾ। ਜਿਵੇਂ ਤੁਹਾਨੂੰ ਮੈਂ ਛੱਡ ਦਿੰਨਾ, ਜਿਵੇਂ ਤੁਹਾਨੂੰ ਛੱਡ ਦਿੰਨਾ, ਆਵਾਜ਼ ਬੰਦ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਇਸ ਤੋਂ ਪਤਾ ਲੱਗਦਾ ਵੀ ਮਨੁੱਖੀ ਸਰੀਰ ਵੀ ਹੈ ਜਿਹੜਾ ਉਹ ਬਿਜਲੀ ਦਾ ਸੁਚਾਲਕ ਹੈ। ਉਹਦੇ ਵਿੱਚੋਂ ਵੀ ਜਿਹੜੀ ਬਿਜਲੀ ਲੰਘ ਜੂਗੀ, ਕਿਤੇ ਭੁਲੇਖਾ ਨਾ ਰੱਖਿਓ, ਕਿਤੇ ਫੜ ਕੇ ਬਹਿ ਜਾਓ ਤਾਰਾਂ ਵੀ ਦੋਹੇ ਮਨੀ ਤੇ ਸਰ ਨੇ ਫੜ ਲੀਆਂ ਸੀ, ਅਸੀਂ ਵੀ ਫੜ ਲਈਏ, ਉਹਨੇ ਨਹੀਂ ਛੱਡਣਾ ਹੈ। ਕਿਉਂਕਿ ਮੈਂ ਤਾਂ ਸਿਰਫ 9 ਵੋਲਟ ਦੀ ਬੈਟਰੀ ਨਾਲ ਦਿਖਾ ਰਿਹਾ ਤੁਹਾਨੂੰ। ਹਾਂ 9 ਵੋਲਟ ਦੀ ਬੈਟਰੀ ਨਾਲ ਤੁਸੀਂ ਵੀ ਕਰ ਲਓ ਘਰੇ, ਕੋਈ ਗੱਲ ਨਹੀਂ, ਪਰ AC ਅਲਟਰਨੇਟਿੰਗ ਕਰੰਟ ਨਾਲ ਨਹੀਂ ਕਰਨਾ, ਕਦੇ ਵੀ ਅਸੀਂ ਛੇੜਛਾੜ ਨਹੀਂ ਕਰਨੀ। ਇਸ ਲਈ ਤੁਹਾਨੂੰ ਦਿਖਾਇਆ ਗਿਆ ਕਿਉਂਕਿ ਉਹਦੇ ਵਿੱਚ 220 ਵੋਲਟ ਹੈ ਔਰ ਉਹ ਵੀ ਐਸੀ ਹੈ ਕਿ ਜਿਹੜੀ ਹਰ ਸਕਿੰਟ ਦੇ ਵਿੱਚ 50 ਵਾਰੀ ਪੋਜ਼ਿਟਿਵ ਨੈਗੇਟਿਵ ਹੋ ਜਾਂਦੀ ਹੈ। ਇੱਕ ਸਕਿੰਟ 'ਚ 50 ਵਾਰੀ। ਇਹ ਤਾਂ ਜੀ ਵਿਗਿਆਨ ਦੀਆਂ ਗੱਲਾਂ ਤਾਂ ਐਂ ਲੱਗਦੀਆਂ ਵੀ ਬੜੀਆਂ ਪਤਾ ਨਹੀਂ ਹੁੰਦੀਆਂ ਨਹੀਂ ਹੋਣੀਆਂ, ਐਵੇਂ ਮਾਰੀ ਜਾਂਦੇ ਗੱਪ। ਇਹ ਗੱਪ ਗੁੱਪ ਕੋਈ ਨਹੀਂ ਹੈ। ਜਦੋਂ ਅਸੀਂ ਤੁਹਾਨੂੰ ਦੱਸਦੇ ਹਾਂ ਨਾ ਜੀ ਆਹ ਗੱਲ ਵੀ 1 ਸਕਿੰਟ ਦੇ ਵਿੱਚ ਪ੍ਰਕਾਸ਼ ਹੈ ਜਿਹੜਾ ਸੂਰਜ ਤੋਂ ਜਿਹੜਾ ਚੱਲ ਰਿਹਾ 3 ਲੱਖ ਕਿਲੋਮੀਟਰ ਚੱਲਦਾ ਜੀ 1 ਸਕਿੰਟ 'ਚ, 3 ਲੱਖ ਕਿਲੋਮੀਟਰ। ਤਾਂ ਇੱਥੋਂ ਹੀ ਅੰਦਾਜ਼ਾ ਲਾਇਆ ਨਾ ਵਿਗਿਆਨੀਆਂ ਨੇ ਵੀ 3 ਲੱਖ ਕਿਲੋਮੀਟਰ 1 ਸਕਿੰਟ 'ਚ ਜਾਂਦਾ ਤਾਂ ਇਹ ਕਿੰਨੀ ਦੂਰ ਹੈ ਸਾਡੇ ਤੋਂ। ਹੁਣ ਸੂਰਜ ਤੋਂ ਕੋਈ ਫੀਤਾ ਤਾਂ ਸੁੱਟਿਆ ਨਹੀਂ ਹੈ ਮਾਪਣ ਲਈ ਵੀ ਇੰਨੇ ਕਰੋੜ ਕਿਲੋਮੀਟਰ ਹੋ ਗਿਆ, 15 ਕਰੋੜ ਕਿਲੋਮੀਟਰ ਦੂਰੀ ਬਣਦੀ ਹੈ ਜੀ ਇਹਦੀ। ਇੱਕ ਬੜੀ ਖਾਸ ਜੀ ਚੀਜ਼ ਪਈ ਹੈ, ਇਹ ਕੀ ਚੀਜ਼ ਹੈ ਸਰ? ਇਹ ਇਸ ਨੂੰ ਕਿਹਾ ਜਾਂਦਾ ਜੀ ਟੈਸਲਾ ਕੋਇਲ। ਸਾਡੇ ਇਸ ਮੁਲਕ ਦੇ ਵਿੱਚ ਇਸ ਟਾਈਮ ਦੇ ਉੱਤੇ, ਸਾਡੇ ਮਤਲਬ ਵਿਸ਼ਵ ਦੇ ਵਿੱਚ, ਦੇਸ਼ ਦੇ ਵਿੱਚ ਇਹ ਇਸ ਟਾਈਮ ਦੇ ਉੱਤੇ ਇੱਕੋ ਇੱਕ ਦੇਸ਼ ਹੈ ਨਿਊਜ਼ੀਲੈਂਡ, ਜਿਸ ਨੇ ਕਿ ਇਹ ਵਾਇਰਲੈਸ ਸਿਸਟਮ ਸ਼ੁਰੂ ਕਰਤਾ। ਵਾਇਰਲੈਸ ਸਿਸਟਮ ਹੈ ਕਿ ਦੂਰੋਂ ਹੀ ਜਿਹੜੀ ਹੈ ਬਿਜਲੀ ਹੈ ਜਿਹੜੀ ਉਹ ਕੋਇਲ ਦੇ ਵਿੱਚ ਆਪਣੇ ਆਪ ਟਰਾਂਸਫਰ ਹੋ ਜਾਂਦੀ ਹੈ। ਅਸੀਂ ਇਹ ਦੋ ਚੀਜ਼ਾਂ ਪੜ੍ਹਾਉਂਦੇ ਹਾਂ, ਇੱਕ ਪੜ੍ਹਾਉਂਦੇ ਹਾਂ ਇਹਨਾਂ ਨੂੰ ਸੈਲਫ ਇੰਡਕਸ਼ਨ, ਇੱਕ ਪੜ੍ਹਾਉਂਦੇ ਹਾਂ ਮਿਊਚੁਅਲ ਇੰਡਕਸ਼ਨ। ਇੱਕ ਸੈਲਫ ਇੰਡਕਸ਼ਨ ਹੈ ਤਾਰ ਦੇ ਵਿੱਚ ਆਪਣੇ ਆਪ ਬਿਜਲੀ ਦਾ ਪੈਦਾ ਹੋਣਾ, ਮਿਊਚੁਅਲ ਇੰਡਕਸ਼ਨ ਹੈ ਇੱਕ 'ਚ ਹੈਗੀ ਹੈ, ਦੂਜੀ ਤਾਰ 'ਚ ਵੀ ਪੈਦਾ ਹੋ ਜੂਗੀ। ਤਾਂ ਹੁਣ ਤੁਹਾਨੂੰ ਇਹ ਦਿਖਾਇਆ ਜਾਊਗਾ ਕਿ ਇਹਦੀ ਸਹਾਇਤਾ ਦੇ ਨਾਲ ਕਿ ਇਸ ਦੇ ਵਿੱਚ ਜਿਹੜੀ ਹੈ ਅਸੀਂ ਬਿਜਲੀ ਜਿਹੜੀ ਹੈ ਉਹ ਪੈਦਾ ਕਰਾਂਗੇ। ਹੋ ਸਕਦਾ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਵੀ ਜਦ ਤੱਕ ਸਾਡੀਆਂ ਕੰਡੀਸ਼ਨਸ ਨਹੀਂ ਫੁੱਲਫਿਲ ਹੁੰਦੀਆਂ ਉਦੋਂ ਤੱਕ ਕੋਈ ਵੀ ਪ੍ਰਯੋਗ ਜਿਹੜਾ ਉਹ ਸਫਲ ਨਹੀਂ ਹੋਇਆ ਕਰਦਾ। ਤਾਂ ਇੱਕ ਹੋਰ ਸਾਡੇ ਕੋਲ ਹੈਗਾ ਯੰਤਰ, ਉਹਦੇ ਨਾਲ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਵਾਇਰਲੈਸ ਜਿਹੜੀ ਹੈ ਸਾਡੇ ਕੋਲ ਕੀ ਹੈ। ਆਹ ਦੇਖੋ ਜੀ, ਇਹ ਇੱਕ ਤਾਰ ਹੈ, ਇਸ ਦੇ ਵਿੱਚ ਬਿਜਲੀ ਜਿਹੜੀ ਹੈ ਲੰਘ ਰਹੀ ਹੈ। ਤਾਂ ਆਹ ਜਿਹੜਾ ਹੈ ਗਲੋ ਕਰਨਾ ਸ਼ੁਰੂ ਕਰ ਜਾਏ। ਆਹ ਬੱਲਬ ਹੈ ਜਿਹੜਾ ਇਹ ਇਹਦੇ ਨੇੜੇ ਲਿਆਣ, ਆਹ ਦੇਖੋ ਆਹ ਜਗ ਗਿਆ ਨਾ ਜੀ। ਕੀ ਬਾਤ ਹੈ। ਆਹ ਬਸ ਇਸ ਨੂੰ ਕਹਿੰਦੇ ਜੀ ਵਾਇਰਲੈਸ। ਮਤਲਬ ਇਸ ਦੇ ਵਿੱਚ ਜਿਹੜੀ ਬਿਜਲੀ ਜਾ ਰਹੀ ਹੈ ਇਹਦੀਆਂ ਤਾਰਾਂ ਦੇ ਵਿੱਚ, ਉਹ ਆਪਣੇ ਵੱਲੋਂ ਹੀ ਇਹਦਾ ਚੁੰਬਕੀ ਖੇਤਰ ਪੈਦਾ ਕਰ ਰਹੀ ਹੈ। ਉਸ ਚੁੰਬਕੀ ਖੇਤਰ ਨੂੰ ਇਹ ਕੱਟ ਰਿਹਾ ਹੈ। ਹੁਣ ਇਹਦੇ 'ਚ ਨਾ ਤਾਂ ਕੋਈ ਬੈਟਰੀ ਲਾਈ ਹੈ ਅਸੀਂ, ਤੁਸੀਂ ਦੇਖ ਲਓ, ਬਸ ਇੱਕ ਬੱਲਬ ਲਾਇਆ ਤਾਰਾਂ ਦੇ ਆਲੇ ਦੁਆਲੇ, ਕੋਈ ਬੈਟਰੀ ਨਹੀਂ ਹੈ ਇਹਦੇ 'ਚ। ਹਾਂ ਇਹਦੇ 'ਚ ਬੈਟਰੀ ਜ਼ਰੂਰ ਹੈ। ਇਸ ਬੈਟਰੀ 'ਚੋਂ ਕਰੰਟ ਲਿਆ ਗਿਆ, ਕਰੰਟ ਨੇ ਇਹਦੇ ਆਲੇ ਦੁਆਲੇ ਚੁੰਬਕੀ ਖੇਤਰ ਪੈਦਾ ਕਰਤਾ। ਉਸ ਚੁੰਬਕੀ ਖੇਤਰ ਨੂੰ ਜਦੋਂ ਹੀ ਇੱਥੇ ਕੱਟਦੇ ਆ ਨੇੜੇ ਜਾ ਕੇ, ਬਸ ਇਹਨੂੰ ਨਾਲ ਨਹੀਂ ਜੋੜਨਾ ਹੈ, ਨੇੜੇ ਹੀ ਲੈ ਕੇ ਜਾਣਾ ਤੇ ਇਸ ਬੱਲਬ ਨੇ ਆਪਣੇ ਆਪ ਜਗ ਜਾਣਾ। ਤਾਂ ਨਿਊਜ਼ੀਲੈਂਡ ਨੇ ਉੱਚੇ ਉੱਚੇ ਟਾਵਰ ਲਾਤੇ ਜੀ। ਹੁਣ ਉਹ ਟਾਵਰ ਲੱਗਿਆ ਹੋਊਗਾ ਉਸ ਘਰ ਦੇ ਵਿੱਚ, ਜੋ ਹੀ ਉਹ ਟਾਵਰ ਜਿਹੜਾ ਹੈ ਰੇਂਜ 'ਚ ਆ ਜਾਏਗਾ, ਉਸਨੇ ਸਾਰੇ ਘਰ ਦੀਆਂ ਬਿਜਲੀਆਂ ਜਿਹੜੀਆਂ ਚਲਾ ਦੇਣੀਆਂ। ਤਾਂ ਪਹਿਲਾ ਦੇਸ਼ ਸਾਡਾ ਨਿਊਜ਼ੀਲੈਂਡ ਬਣ ਚੁੱਕਿਆ ਜੀ। ਇਹ ਸਾਰੀਆਂ ਜੋ ਤਾਰਾਂ ਦੇ ਜਾਲ ਹੈ ਸਭ ਖਤਮ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ। ਆ ਜਿਹੜੀਆਂ ਲੰਬੀਆਂ ਲੰਬੀਆਂ ਤਾਰਾਂ ਡਿੱਗ ਪਈਆਂ ਜੀ, ਖੰਭੇ ਡਿੱਗ ਪਏ, ਆ ਸਭ ਖਤਮ ਹੋ ਜਾਣਾ। ਤਾਂ ਇਹ ਜਿਹੜੇ ਸਿਧਾਂਤ ਹੈ ਨਾ ਜੀ ਵਿਗਿਆਨ ਦੇ, ਇਹ ਸਪਸ਼ਟ ਕੀਤੇ ਜਾਂਦੇ ਆ, ਵਿਦਿਆਰਥੀਆਂ ਨੂੰ ਸਮਝਾਏ ਜਾਂਦੇ ਆ ਕਿ ਇਹ ਚੀਜ਼ਾਂ ਬੜੀਆਂ ਸੌਖੀਆਂ, ਪਰ ਇਹਨਾਂ ਦਾ ਗਿਆਨ ਲੈਣਾ ਉਸ ਤੋਂ ਵੀ ਸੌਖਾ ਹੈ। ਬਸ ਕੀ ਚਾਹੀਦਾ ਕੀ ਹੈ, ਤੁਹਾਨੂੰ ਕੰਸਨਟ੍ਰੇਸ਼ਨ ਚਾਹੀਦੀ ਹੈ, ਧਿਆਨ ਆਪਣਾ ਇਹਦੇ ਵਿੱਚ ਰੱਖਣਾ ਪਊਗਾ ਕਿ ਇਹ ਚੀਜ਼ਾਂ ਜਿਹੜੀਆਂ ਕਿਵੇਂ ਕੰਮ ਕਰਦੀਆਂ। ਆਹ ਦੇਖੋ, ਹੁਣ ਤੁਹਾਨੂੰ ਇੱਕ ਹੋਰ ਪ੍ਰਯੋਗ ਕਰਕੇ ਦਿਖਾਉਂਦੇ ਹਾਂ ਕਿ ਆਹ ਜਿਹੜੀ ਚੀਜ਼ ਹੈ ਇਸ ਨੂੰ ਮੈਂ ਖਿੱਚਦਾ ਤਾਂ ਦੇਖੋ ਪਿਸਟਨ ਤਾਂ ਨਹੀਂ ਨਾ ਜਾ ਰਿਹਾ, ਉਹ ਵਾਪਸ ਨਹੀਂ ਜਾ ਰਿਹਾ ਹੈ। ਹੁਣ ਗੱਲ ਕੀ ਹੈ ਵੀ ਵਾਪਸ ਕਿਉਂ ਨਹੀਂ ਜਾ ਰਿਹਾ? ਬਸ ਅਸੀਂ ਤਾਂ ਕਹਿ ਦਿੰਦੇ ਹਾਂ ਜੀ ਹਾਂਜੀ ਨਹੀਂ ਵਾਪਸ ਜਾ ਰਿਹਾ, ਪਰ ਇਹਦੇ ਵਿੱਚ ਇਹ ਦੇਖਣਾ ਵਾਪਸ ਕਿਉਂ ਨਹੀਂ ਗਿਆ। ਉਹ ਵਿਗਿਆਨ ਹੈ। ਕਿਉਂ ਨਹੀਂ ਗਿਆ ਹੈ? ਕਿਉਂਕਿ ਇਸ 'ਚ ਹਵਾ ਆ ਗਈ ਹੋਈ ਹੈ। ਹੁਣ ਜੇ ਹਵਾ ਨਾ ਹੋਵੇ ਕੀ ਇਹ ਵਾਪਸ ਜਾਊਗਾ?
ਆਪਾਂ ਦੇਖ ਲੈਂਦੇ ਹਾਂ। ਤਾਂ ਹੁਣ ਇਹਦੇ ਵਿੱਚ ਆ ਮੋਰੀ ਸੀ ਜਿੱਥੋਂ ਹਵਾ ਇਹ ਖਿੱਚ ਲੈਂਦਾ ਸੀਗਾ, ਪਰ ਹੁਣ ਇੱਥੋਂ ਹਵਾ ਆਪਾਂ ਜਾਣ ਹੀ ਨਹੀਂ ਦੇਣੀ, ਫੇਰ ਖਿੱਚਦੇ ਹਾਂ। ਹੁਣ ਜਦ ਫੇਰ ਖਿੱਚਾਂਗੇ ਫੇਰ ਉੱਥੇ ਕੋਈ ਨਾ ਕੋਈ ਜਗ੍ਹਾ ਤਾਂ ਬਣ ਗਈ, ਪਰ ਕੀ ਉੱਥੇ ਹਵਾ ਹੈਗੀ ਹੈ ਕਿ ਨਹੀਂ, ਛੱਡ ਕੇ ਪਤਾ ਲੱਗੂਗਾ। ਉਹ ਲੋ ਗਿਆ ਵਾਪਸ। ਇਹਦਾ ਮਤਲਬ ਉੱਥੇ ਕੁਝ ਨਹੀਂ ਸੀਗਾ, ਉੱਥੇ ਜਗ੍ਹਾ ਖਾਲੀ ਸੀ। ਖਾਲੀ ਦਾ ਮਤਲਬ ਹਵਾ ਵੀ ਨਹੀਂ ਸੀ। ਹੈਰਾਨੀ ਦੀ ਗੱਲ ਤਾਂ ਜੇ ਤਾਂ ਹਵਾ ਹੁੰਦੀ ਉਹਨੇ ਵਾਪਸ ਹੀ ਨਹੀਂ ਜਾਣਾ ਸੀ। ਇਹਦਾ ਮਤਲਬ ਹੁਣ ਉੱਥੇ ਅਸੀਂ ਉਂਗਲੀ ਰੱਖ ਲਈ, ਹਵਾ ਨੂੰ ਅੰਦਰ ਜਾਣ ਨਹੀਂ ਦਿੱਤਾ, ਤਾਂ ਫਿਰ ਉੱਥੇ ਕੀ ਹੈ ਭਾਈ। ਹੁਣ ਫਿਰ ਕਿਤਾਬ ਚੱਕ ਲਓ, ਕਿਤਾਬ ਦੇ ਵਿੱਚ ਲਿਖਿਆ ਵੀ ਜਿੱਥੇ ਵੀ ਧਰਤੀ ਦੇ ਉੱਤੇ ਹਵਾ ਨਹੀਂ ਹੋਊਗੀ ਉਸ ਜਗ੍ਹਾ ਨੂੰ ਵੈਕਿਊਮ ਕਿਹਾ ਜਾਊਗਾ। ਵੈਕਿਊਮ, ਖਲਾ, ਵੀ ਜਿੱਥੇ ਹਵਾ ਵੀ ਨਹੀਂ ਹੈ। ਉਹ ਖਲਾ ਨੂੰ ਮੈਂ ਤੁਹਾਨੂੰ ਇੱਕ ਸਰਿੰਜ ਦੀ ਮਦਦ ਦੇ ਨਾਲ ਦਿਖਾਤਾ ਹੋਇਆ, ਆਹ ਦੇਖ ਲਓ। ਤੇ ਇਹ ਖਲਾ ਜਿਹੜਾ ਹੈ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਪਰ ਦਿਖਾਇਆ ਨਹੀਂ ਜਾਂਦਾ, ਤਾਂ ਇਸ ਸੌਖੇ ਜਿਹੇ ਤਰੀਕੇ ਨਾਲ ਦਿਖਾ ਦਿਆ ਕਰੀਏ ਅਸੀਂ, ਤਾਂ ਮੇਰੇ ਖਿਆਲ ਤੇ ਵਿਦਿਆਰਥੀ ਨੂੰ ਪਤਾ ਹਾਂ ਵੀ ਹਾਂ ਹੁਣ ਇਹ ਵਾਪਸ ਇੱਕ ਪਾਣੀ ਤੋਂ ਤੁਸੀਂ ਬਿਜਲੀ ਪੈਦਾ ਕਰਦੇ ਨੇ, ਉਹ ਵੀ ਜ਼ਰੂਰ ਦਿਖਾਓ ਕਿ ਪਲੱਗ ਇਹਦੇ ਵਿੱਚ ਹੁੰਦਾ ਪਰ ਬੱਲਬ ਜਗ ਜਾਂਦਾ। ਹਾਂ, ਉਹ ਵੀ ਦਿਖਾਉਂਦੇ ਤੁਹਾਨੂੰ। ਇਸ ਤੋਂ ਪਹਿਲਾਂ ਮੈਂ ਇਹਦੇ ਵਾਲਾ ਮੁਕੰਮਲ ਕਰਦਾ ਜੀ, ਵੀ ਆਹ ਜਿਹੜਾ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਾ ਜੀ, ਕਿ ਇਸ ਸਰਿੰਜਾਂ ਦੀ ਸਹਾਇਤਾ ਦੇ ਨਾਲ ਔਰ ਹਵਾ ਦੇ ਜਿਹੜੇ ਪ੍ਰਯੋਗ ਹੈ ਬੜੇ ਸੁਖਾਲੇ ਹੋ ਗਏ ਹੋਏ ਆ। ਹੁਣ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲਿਫਟ ਨੂੰ ਅਸੀਂ ਕਿਵੇਂ ਚਲਾਉਣਾ, ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ। ਕਿ ਆਹ ਦੇਖੋ, ਆਹ ਹੁਣ ਸਾਡੇ ਕੋਲ ਹੈ, ਇਸ ਦੇ ਉੱਤੇ ਅਸੀਂ ਭਾਰੀ ਚੀਜ਼ ਰੱਖ ਲੈਂਦੇ ਹਾਂ। ਇਹ ਆਹ ਦੇਖੋ, ਹੁਣ ਇਸ ਨੂੰ ਤਾਹਾਂ ਨੂੰ ਚੱਕਣਾ ਆਪਾਂ ਨੇ, ਤਾਂ ਤਾਹਾਂ ਨੂੰ ਚੱਕਣ ਦੇ ਲਈ ਮੈਂ ਇਧਰੋਂ ਬਸ ਪ੍ਰੈਸ਼ਰ ਲਗਾਉਣਾ, ਉਹ ਚੀਜ਼ ਨੇ ਆਪਣੇ ਆਪ ਤਾਹਾਂ ਹੋ ਜਾਣਾ। ਆਹ ਦੇਖਿਓ ਤੁਸੀਂ, ਲਓ ਜੀ। ਹੁਣ ਤੁਸੀਂ ਇੱਧਰੋਂ ਇਹਨੂੰ ਵਾਪਸ ਖਿੱਚ ਲਓ ਜੀ, ਤੇ ਉਹ ਥੱਲੇ ਆ ਜੂਗੀ। ਉਹ ਆਣੀ ਸ਼ੁਰੂ ਹੋ ਗਈ। ਬਸ ਜਦੋਂ ਹੀ ਸਾਡੀਆਂ ਸ਼ਰਤਾਂ ਪੂਰੀਆਂ ਪ੍ਰਯੋਗ ਨੇ ਹੋ ਜਾਣਾ। ਆਹ ਦੇਖੋ, ਉਹੀ ਚੀਜ਼ ਹੁਣ ਥੱਲੇ ਆ ਗਈ। ਜੇ ਹੁਣ ਇਹਦੇ 'ਤੇ ਬੰਦੇ ਖੜਾ ਦਈਏ ਤੇ ਥੱਲੋਂ ਅਸੀਂ ਐਂ ਹਵਾ ਭਰ ਦਿਆ ਕਰੀਏ ਤੇ ਲਿਫਟ ਬਣ ਗਈ। ਲਿਫਟ ਘਰ 'ਚ ਹੀ ਲਿਫਟ ਲਾ ਲਓ ਹੁਣ ਆਪਣੇ 'ਚ। ਪਰ ਤੁਸੀਂ ਆਲਸੀ ਨਹੀਂ ਹੋਣਾ ਹੈ ਵੀ ਲਿਫਟ ਲੱਗ ਗਈ ਹੁਣ ਚਲੋ ਪੌੜੀਆਂ ਨਹੀਂ ਚੜ੍ਹਨਾ। ਪੌੜੀਆਂ ਚੜ੍ਹਨੀਆਂ ਜ਼ਰੂਰੀ ਹੈ ਕਿਉਂਕਿ ਵਰਜਿਸ਼ ਹੁੰਦੀ ਰਹਿੰਦੀ ਹੈ। ਤੇ ਇਹ ਜਿਹੜੇ ਗੋਡਿਆਂ ਦਾ ਜੋੜ ਹੈ, ਮੋਢਿਆਂ ਦਾ ਜੋੜ ਹੈ, ਇਹ ਦਿਖਾਉਣ ਦੇ ਲਈ ਵੀ ਸਾਡੇ ਕੋਲ ਪ੍ਰਯੋਗ ਤਿਆਰ ਕੀਤੇ ਪਏ ਹੈ। ਜੇ ਸਮਾਂ ਹੈ ਆਪ ਜੀ ਕੋਲ ਤਾਂ ਮੈਂ ਦਿਖਾ ਦਿੰਦਾ ਕਿ ਗੋਡੇ ਕਿਵੇਂ ਕੰਮ ਕਰਦੇ ਆ। ਗੋਡੇ ਸਿਰਫ ਐਂ ਕੰਮ ਕਰਦੇ ਆ, ਇਹਨੂੰ ਹਿੰਜ ਜੋੜ ਕਿਹਾ ਜਾਂਦਾ। ਹਾਂ, ਇਹ ਚੱਪਣੀ ਜੀ ਕਹਿੰਦੇ ਬਾਹਰ ਆ ਗਈ, ਆ ਲਓ ਜੀ ਬਾਹਰ ਆ ਗਈ। ਜੇ ਤੁਸੀਂ ਇਸ ਤੋਂ ਗਲਤ ਕੰਮ ਲਓਗੇ ਪਰ ਇਹ ਇਸ ਤਰ੍ਹਾਂ ਕੰਮ ਕਰ ਸਕਦਾ ਸਿਰਫ ਇਸੇ ਦਿਸ਼ਾ ਦੇ ਵਿੱਚ। ਕੂਣੀ ਦਾ ਜੋੜ, ਗੋਡੇ ਦਾ ਜੋੜ। ਹੁਣ ਮੋਢੇ ਦਾ ਜੋੜ ਕੀ ਕਹਿੰਦਾ, ਮੋਢਾ ਜਿਹੜਾ ਹੈ ਸਾਡਾ ਉਸ ਦੇ ਵਿੱਚ ਇਹ ਜਿਹੜੀ ਬਾਲ ਐਂਡ ਸੌਕਟ ਜੁਆਇੰਟ ਕਿਹਾ ਜਾਂਦਾ, ਇੱਥੇ ਲੱਗਿਆ ਹੁੰਦਾ। ਤਾਂ ਇਸ ਦੇ ਵਿੱਚ ਆਹ ਹੱਡੀ ਬਾਂਹ ਵਾਲੀ ਆ ਗਈ ਸਾਡੇ ਕੋਲ। ਹੁਣ ਇਸ ਨੂੰ ਅਸੀਂ ਕਿਸੇ ਪਾਸੇ ਵੀ ਘੁਮਾ ਸਕਦੇ। ਇਹ ਜੋੜ ਹੈ ਜਿਹੜਾ ਕਿਸੇ ਪਾਸੇ ਵੀ ਜਿੱਧਰ ਨੂੰ ਮਰਜ਼ੀ ਇਹਨੂੰ ਗੇੜਾ ਦੇ ਲਓ ਉੱਧਰ ਨੂੰ ਚਲਾ ਜਾਊਗਾ। ਇਹ ਅੱਡ ਅੱਡ ਜੋੜ ਹੈ ਪੜ੍ਹਾਣੇ। ਮਨੁੱਖੀ ਸਰੀਰ 'ਚ ਜਿੱਥੇ ਤੁਹਾਨੂੰ ਦੱਸਿਆ 206 ਹੱਡੀਆਂ, ਉੱਥੇ 13 ਜੋੜ ਹੈ ਸਾਡੇ, ਕੁੱਲ 13 ਜੋੜ ਹੈ। ਆਹ ਦੇਖੋ, ਮੈਂ ਤੁਹਾਨੂੰ ਦਿਖਾ ਵੀ ਦਿੰਦਾ ਕਿ ਆਹ 13 ਜੋੜ, ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਵੀ ਦਿਖਾ ਦੇ। ਆਹ 1 2 3 4 5 6 7, ਆਪਣੇ ਗੁੱਟ ਵਾਲਾ 8 9 10 11 12 ਤੇ 13। ਇਹ 13 ਜੋੜ ਹੈ ਸਾਡੇ। 13 ਜੋੜਾਂ ਦੇ ਖੜਾ ਸਾਡਾ ਮਨੁੱਖੀ ਸਰੀਰ ਪੂਰਾ। 13 ਜੋੜ, 206 ਹੱਡੀਆਂ, ਹੋਰ ਪਤਾ ਨਹੀਂ ਕਿੰਨੇ ਅੰਗ ਪ੍ਰਤੰਗ ਹੈ। ਇਹ ਪੂਰੀ ਦੀ ਪੂਰੀ ਪ੍ਰਯੋਗਸ਼ਾਲਾ ਹੈ ਚੱਲਦੀ ਫਿਰਦੀ। ਆ ਮੇਰੀ ਜਿਹੜੀ ਕਾਰ 'ਚ ਬਣਾਈ ਹੋਈ ਪ੍ਰਯੋਗਸ਼ਾਲਾ ਹੈ ਚੱਲਦੀ ਫਿਰਦੀ, ਉਹ ਤਾਂ ਇਸ ਸਮਾਨ ਨਾਲ ਬਣਾਈ ਹੋਈ ਹੈ, ਪਰ ਸਾਨੂੰ ਸਾਡੇ ਮਤਲਬ ਵੀ ਕੁਦਰਤ ਨੇ ਸਾਡੇ ਸਰੀਰ ਨੂੰ ਇਸ ਤਰ੍ਹਾਂ ਦਾ ਬਣਾਇਆ ਜਿਸ ਦੇ ਵਿੱਚ ਸਾਰਾ ਕੁਝ ਆਟੋਮੈਟਿਕਲੀ ਫਿੱਟ ਹੈ। ਤਾਂ ਇਹ ਤੁਹਾਨੂੰ ਜਿਹੜੀਆਂ ਚੀਜ਼ਾਂ ਮੈਂ ਅੱਜ ਦਿਖਾ ਰਿਹਾ ਨਾ ਜੀ, ਇਹ ਸਾਰਾ ਉਹ ਵਿਗਿਆਨ ਹੈ ਜਿਸ ਦੀ ਸਹਾਇਤਾ ਦੇ ਨਾਲ ਸਾਨੇ ਬੱਚਿਆਂ ਨੂੰ ਦੱਸਣਾ ਕਿ ਇਹ ਚੀਜ਼ਾਂ ਕਿਵੇਂ ਬਣੀਆਂ, ਐਡੀ ਵੱਡੀ ਬਿਲਡਿੰਗ ਕਿਵੇਂ ਬਣ ਗਈ, ਇਹਦੇ ਵਿੱਚ ਪੱਖੇ ਕਿਵੇਂ ਚੱਲ ਰਹੇ ਹਨ, ਬਿਜਲੀ ਪੈਦਾ ਕਿਵੇਂ। ਹੁਣ ਬਿਜਲੀ ਪੈਦਾ ਕਰਨ ਦਾ ਸਿਧਾਂਤ ਬੱਚੇ ਨੂੰ ਕੋਈ ਜੀ ਭਾਖੜਾ ਡੈਮ, ਉਹ ਕਹਿੰਦਾ ਜੀ ਹਾਂਜੀ ਉਹ ਬਾਹਲਾ ਉੱਚਾ ਜਿਹਾ ਬਣਿਆ ਹੋਇਆ ਸੀ, ਗੋਬਿੰਦ ਸਾਗਰ ਝੀਲ ਸੀ, ਉੱਥੋਂ ਪਾਣੀ ਜਿਹਾ ਡਿੱਗਦਾ ਸੀ, ਪਰ ਉਹਦੇ ਅੰਦਰ ਕੀ ਹੋ ਰਿਹਾ ਇਹ ਤਾਂ ਦੱਸਿਆ ਹੀ ਨਹੀਂ ਹੈ। ਬਸ ਉਹਨੂੰ ਐਂ ਘੁਮਾ ਕੇ ਲਿਆਏ ਜੀ ਪਿਕਨਿਕ ਹੈ ਨਾ। ਸਾਇੰਸ ਵਾਲੇ ਵਿਦਿਆਰਥੀ ਨੂੰ ਪਤਾ ਹੋਣਾ ਚਾਹੀਦਾ ਵੀ ਬਿਜਲੀ ਬਣੂ ਕਿਵੇਂ। ਆਹ ਦੇਖੋ, ਇਸ ਯੰਤਰ ਦੇ ਨਾਲ ਸਮਝਾਇਆ ਜਾਂਦਾ ਵੀ ਬਿਜਲੀ ਐਂ ਬਣਦੀ ਹੈ ਭਾਈ। ਹੁਣ ਆਹ ਟਰਬਾਈਨ ਹੈ, ਹੁਣ ਇਸ ਦੇ ਵਿੱਚ ਚੁੰਬਕ ਲੱਗਿਆ, ਆਲੇ ਦੁਆਲੇ ਤਾਂਬੇ ਦੀਆਂ ਤਾਰਾਂ। ਹੁਣ ਜੇ ਇਹਦੇ ਉੱਤੇ ਪਾਣੀ ਡਿੱਗੂਗਾ ਇਹ ਘੁੰਮੂਗੀ, ਜਦ ਇਹ ਘੁੰਮੂਗੀ ਤਾਂ ਬਿਜਲੀ ਪੈਦਾ ਹੋਊਗੀ। ਲਓ ਆਹ ਦੇਖੋ ਬੱਲਬ ਜਗਦੇ ਨਾ, ਬਸ ਸਿਰਫ ਤੇ ਸਿਰਫ ਆਹ ਚੁੰਬਕ ਘੁੰਮ ਰਿਹਾ ਹੈ ਤਾਂਬੇ ਦੀਆਂ ਤਾਰਾਂ ਦੇ ਵਿੱਚ। ਬਸ
ਜਿੱਧਰ ਨੂੰ ਮਰਜ਼ੀ ਘੁਮਾ ਲਓ, ਚਾਹੇ ਪੁੱਠਾ ਗੇੜਾ ਦੇ ਲਓ ਚਾਹੇ ਸਿੱਧਾ ਦੇ ਲਓ, ਬਸ ਬਿਜਲੀ ਨੇ ਪੈਦਾ ਹੋਣਾ ਹੀ ਹੋਣਾ ਹੈ। ਤਾਂ ਬਿਜਲੀ ਪੈਦਾ ਹੋਣ ਦਾ ਜਿਹੜਾ ਸਿਧਾਂਤ ਹੈ ਉਹ ਸਪਸ਼ਟ ਕਰਕੇ ਦਿਖਾ ਦਈਦਾ ਇੱਕ ਸਿੰਪਲ ਜੀ ਉਹਦੇ ਨਾਲ, ਵੀ ਇੱਕ ਤਾਰਾਂ ਹੈ, ਤਾਰਾਂ ਦੇ ਵਿੱਚ ਕੀ ਹੈ, ਚੁੰਬਕ ਨੂੰ ਘੁਮਾਓ, ਪਰ ਇੱਥੇ ਇੱਕ ਸ਼ਰਤਾਂ ਹੁੰਦੀਆਂ ਵੀ ਚੁੰਬਕ ਹੈ ਜਿਹੜਾ ਉਹ ਕਿਹੜੀ ਦਿਸ਼ਾ 'ਚ ਘੁੰਮਣਾ ਚਾਹੀਦਾ, 90 ਡਿਗਰੀ ਤੇ ਹੀ ਘੁੰਮਣਾ ਚਾਹੀਦਾ, ਉਹਦੇ ਪਰਪੈਂਡੀਕੂਲਰ ਰਹਿਣਾ ਚਾਹੀਦਾ, ਉਹਦੀਆਂ ਜਿਹੜੀਆਂ ਮੈਗਨੈਟਿਕ ਲਾਈਨਸ ਆਫ ਫੋਰਸ ਹੈ, ਇਲੈਕਟ੍ਰਿਕ ਫੀਲਡ ਲਾਈਨਸ ਉਹ ਕੱਟ ਹੋਣ ਆਪਸ 'ਚ। ਜਾਂਦੇ ਜਾਂਦੇ ਇੱਕ ਵਾਰ ਸਾਨੂੰ ਉਹ ਪਾਣੀ ਤੋਂ ਜਿਹੜੀ ਬਿਜਲੀ ਬਣਾਉਣੇ ਹੁੰਦੇ ਨਾ, ਉਹ ਤਜਰਬਾ ਵੀ ਜ਼ਰੂਰ ਦਿਖਾਓ ਹਾਂ, ਪ੍ਰੈਕਟਿਕਲ। ਉਹ ਮੈਂ ਤੁਹਾਨੂੰ ਜ਼ਰੂਰ ਦਿਖਾਣਾ ਵੀ ਉਹ ਪਾਣੀ ਵਾਲੀ ਬਿਜਲੀ ਦਾ ਸਿਧਾਂਤ ਕੀ ਹੈ। ਕਿ ਆਹ ਸਾਡੇ ਕੋਲ ਉਹ, ਫਿਰ ਮੈਂ ਇੱਥੇ ਪਹਿਲਾਂ ਤੁਹਾਨੂੰ ਸਪਸ਼ਟ ਕਰਦਾ ਵੀ ਇਹ ਕੋਈ ਜਾਦੂ ਨਹੀਂ ਹੈ, ਇਹ ਕੋਈ ਮੇਰਾ ਬਣਾਇਆ ਹੋਇਆ ਬੱਲਬ ਨਹੀਂ ਹੈ। ਇਹ ਜਿਹੜਾ ਬੱਲਬ ਹੈ ਮੈਂ ਹੁਣੇ ਤੁਹਾਡੇ ਕੋਲ ਲੈ ਕੇ ਆ ਰਿਹਾ, ਮੈਂ ਆਪਣੇ ਇਸ ਲੈਬ 'ਚ ਚੱਕ ਲਾਂ, ਇੱਕ ਮਿੰਟ। ਸੋ ਹੁਣ ਇੱਕ ਕਾਫੀ ਪ੍ਰਚਲਿਤ ਹੈ ਸਰ ਦਾ, ਜਾਦੂ ਨਹੀਂ ਕਹਾਂਗੇ, ਇੱਕ ਸਾਇੰਸ ਹੈ। ਤੇ ਇਹ ਪਾਣੀ ਦੇ ਵਿੱਚ ਬੱਲਬ ਹੋਊਗਾ ਤੇ ਉਹ ਬੱਲਬ ਜਗੂਗਾ ਬਿਨਾਂ ਕਿਸੇ ਤਾਰਾਂ ਤੋਂ, ਵਾਇਰਲੈਸ। ਤੇ ਉਹ ਹੁਣ ਸਰ ਦਿਖਾਉਣਗੇ ਤਜਰਬਾ, ਦਿਖਾਓ ਜੀ। ਆਹ ਸਾਡੇ ਕੋਲ ਏਸੀ ਦੇ ਨਾਲ ਚੱਲਣ ਵਾਲਾ ਬੱਲਬ ਹੈ। ਆਹ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਏਸੀ ਦੇ ਨਾਲ ਇਹ ਕਿਵੇਂ ਚੱਲਦਾ। ਆਪਾਂ ਇਹਨੂੰ ਇੱਧਰ ਪਲੱਗ 'ਚ ਪਾ ਲਈਏ ਜੀ, ਇਹ ਔਨ ਕਰ ਲਈਏ ਜੀ। ਤਾਂ ਹੁਣ ਇਹ ਇਸ ਦੇ ਉੱਤੇ ਲਗਾ ਲੈਂਦੇ ਆਪਾਂ। ਆਹ ਦੇਖੋ ਇਹ ਜਗ ਰਿਹਾ ਬੱਲਬ ਤੁਹਾਡੇ ਕੋਲ। ਹੁਣ ਇਹੀ ਬੱਲਬ ਹੈ ਜਿਹੜਾ, ਇਹੀ ਬੱਲਬ ਨੂੰ ਮੈਂ ਉਤਾਰ ਲੈਣਾ। ਹੁਣ ਇਸੇ ਬੱਲਬ ਨੂੰ ਮੈਂ ਮਨੀ ਜੀ ਦੇ ਮੱਥੇ ਤੇ ਲਾ ਦਿੰਨਾ, ਜਗਿਆ ਨਹੀਂ ਹੈ। ਮੇਰੇ ਮੱਥੇ ਤੇ ਲਾ ਦਿੰਨਾ, ਇਹ ਜਗ ਪੈਂਦਾ। ਤੁਸੀਂ ਕਹੋ ਜੀ ਆਹ ਕੀ ਕਾਰਨ ਹੋਇਆ? ਕਾਰਨ ਬੜਾ ਸਪਸ਼ਟ ਜਿਹਾ ਹੈ, ਇਹ ਕੋਈ ਜਾਦੂ ਨਹੀਂ ਹੋਇਆ ਹੈ, ਕਿਉਂਕਿ ਮੈਂ ਬੋਲੀ ਜਾਂਦਾ ਮੈਨੂੰ ਪਸੀਨਾ ਆਇਆ ਹੋਇਆ। ਪਸੀਨਾ ਆਉਣ ਨਾਲੇ ਤਾਂ ਸਰਕਟ ਪੂਰਾ ਹੋ ਗਿਆ। ਹੁਣ ਇਹਨਾਂ ਦੇ ਮੱਥੇ ਦੇ ਉੱਤੇ ਅਸੀਂ ਆਹੀ ਪਾਣੀ ਲਾ ਦਿੰਦੇ ਹਾਂ, ਪਸੀਨਾ ਆ ਗਿਆ ਮੰਨ ਲਓ ਇਹਨਾਂ ਨੂੰ, ਲਓ ਜੀ ਆਹੀ ਬੱਲਬ ਇਹਨਾਂ ਤੇ ਲਾ ਦਿੰਦੇ ਹਾਂ। ਹੁਣ ਅਸੀਂ ਆ ਲਓ, ਇਹ ਇਹਨਾਂ ਦੇ ਮੱਥੇ ਤੇ ਵੀ ਜਗ ਰਿਹਾ। ਹੁਣ ਇਸ ਲਈ ਜਾਦੂ ਨਾ ਸਮਝਿਆ ਕਰੋ ਇਹਨਾਂ ਚੀਜ਼ਾਂ ਨੂੰ, ਇਹ ਮੈਂ ਨਹੀਂ ਬਣਾਇਆ ਬੱਲਬ। ਕਈਆਂ ਨੂੰ ਇਹ ਭੁਲੇਖਾ ਹੋ ਜਾਂਦਾ ਹੈ ਵੀ ਇਹ ਪਾਣੀ 'ਚ ਚੱਲੂਗਾ ਸਰ? ਜੇ ਪਾਣੀ ਚੱਲੂਗਾ, ਇਹ ਵੀ ਚਲਾ ਕੇ ਦਿਖਾਊਂਗਾ ਤੁਹਾਨੂੰ। ਹੁਣ ਗੱਲ ਇਹ ਹੈ ਵੀ ਹਰ ਇੱਕ ਵਿਦਿਆਰਥੀ ਨੂੰ, ਹਰ ਇੱਕ ਸਮਾਜਿਕ ਜਿਹੜਾ ਬੰਦਾ, ਉਹਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਦੇ ਉੱਤੇ ਲਿਖਿਆ ਹੋਇਆ ਜੀ 220 ਵੋਲਟ ਏਸੀ। ਇਹ ਇਨਵਰਟਰ ਬੱਲਬ ਕਿਹਾ ਜਾਂਦਾ ਇਸ ਨੂੰ, ਐਮਰਜੈਂਸੀ ਲਾਈਟ ਕਹਿੰਦੇ ਆ ਇਸ ਨੂੰ ਅਸੀਂ। ਤਾਂ ਇਹ ਬਾਜ਼ਾਰ ਦੇ ਵਿੱਚ ਮਿਲ ਰਿਹਾ ਇਸ ਟਾਈਮ। ਇਹ ਇਸ ਲਈ ਜਾਦੂ ਨਾ ਸਮਝਿਆ ਜਾਵੇ ਇਸ ਨੂੰ, ਇਹ ਨਾ ਸਮਝਿਆ ਜਾਵੇ ਕਿ ਅਧਿਆਪਕ ਕਦੇ ਕਰਾਮਾਤਾਂ ਨਹੀਂ ਕਰਦੇ ਹੁੰਦੇ, ਠੀਕ ਹੈ ਜੀ। ਹੁਣ ਇਸੇ ਬੱਲਬ ਨੂੰ ਜਿਹੜਾ ਅਸੀਂ ਇੱਥੇ ਬਿਜਲੀ ਦੇ ਨਾਲ ਚਲਾ ਰਹੇ ਸੀ, ਆਹ ਦੇਖੋ ਹੁਣ ਉਹ ਪਲੱਗ ਦੇ ਨਾਲ ਔਨ ਕੀਤਾ ਹੋਇਆ ਏਸੀ ਦੇ ਵਿੱਚ ਆਪਾਂ ਨੇ। ਤਾਂ ਇਹ ਸਵਿਚ ਨੂੰ ਆਫ ਕਰਦੇ ਹਾਂ, ਇਸੇ ਨੂੰ ਕੱਢ ਲੈਂਦੇ ਹਾਂ। ਹੁਣ ਇਸੇ ਨੂੰ ਅਸੀਂ ਪਾਣੀ 'ਚ ਰੱਖਾਂਗੇ। ਤੁਹਾਡੇ ਸਾਹਮਣੇ ਦੇਖਿਓ, ਇਹ ਬੱਲਬ ਹੈ ਜਿਹੜਾ ਜਗਣਾ ਚਾਹੀਦਾ। ਲਓ ਜੀ, ਆਹ ਦੇਖ ਲਓ ਇੱਧਰ ਬੱਲਬ, ਆਹ ਸਿਰਫ ਤੇ ਸਿਰਫ ਪਾਣੀ ਦੇ ਵਿੱਚ ਟੱਚ ਕੀਤਾ ਹੋਇਆ। ਇਹ ਸਿਰਫ ਤੇ ਸਿਰਫ ਮੈਂ ਇੱਧਰ ਟੱਚ ਕੀਤਾ ਤੇ ਆਹ ਬੱਲਬ ਹੈ ਜਿਹੜਾ ਇਹ ਗਲੋ ਕਰ ਰਿਹਾ। ਤਾਂ ਹੁਣ ਮਨੀ ਜੀ ਜਿਹੜੇ ਵਿਦਿਆਰਥੀ ਕਹਿੰਦੇ ਨੇ ਸਾਡੇ ਪਿੰਡ 'ਚ ਲਾਈਟ ਨਹੀਂ ਆਈ ਜੀ ਰਾਤ, ਮੈਂ ਕੰਮ ਨਹੀਂ ਕਰਿਆ, ਮੈਂ ਕਿਹਾ ਆ ਜਾਓ ਪੁੱਤ, ਹੁਣ ਆ ਜਾਓ। ਵਿਗਿਆਨ ਦਿੰਦਾ ਨਾ ਗੇੜੇ। ਵਿਗਿਆਨ ਕਿਵੇਂ ਗੇੜੇ ਦਿੰਦਾ? ਵਿਗਿਆਨ ਨੇ ਬੱਲਬ ਐਸਾ ਬਣਾ ਲਿਆ, ਇਨਵਰਟਰ ਬੱਲਬ ਬਣਾਤਾ ਵੀ ਵੈਸੇ ਤਾਂ ਇਹ ਚੱਲਦਾ ਰਿਹਾ ਜਦ ਤੱਕ ਲਾਈਟ ਸੀਗੀ, ਚੱਲਦਾ ਰਿਹਾ ਲਾਈਟ ਦੇ ਨਾਲ, ਚਾਰਜ ਰਿਹਾ। ਹੁਣ ਜਦੋਂ ਲਾਈਟ ਚਲੀ ਗਈ, ਇਸ ਨੂੰ ਉੱਥੇ ਪਾਣੀ ਰੱਖ ਕੇ ਉਹਦੇ 'ਚ ਇਹਨੂੰ ਪਾ ਲਓ, ਇਹ ਚੱਲੀ ਜਾਊਗਾ। ਤੁਸੀਂ ਕੰਮ ਕਰਨ ਵਾਲੇ ਬੰਦੇ ਕੰਮ ਕਰਦੇ ਹੀ ਰਹਿਣਗੇ। ਤਾਂ ਇਹ ਸੋ ਇਹ ਸਾਡੇ ਨਾਲ ਸਰ ਜਸਵਿੰਦਰ ਸਿੰਘ ਸੀ, ਜਿਨ੍ਹਾਂ ਨੇ ਬਖੂਬੀ ਸਾਇੰਸ ਦਾ ਤਰੀਕਾ ਦੱਸਿਆ ਕਿ ਕਿਵੇਂ ਬੱਚੇ ਸਿੱਖ ਸਕਦੇ ਆ ਪ੍ਰੈਕਟੀਕਲ ਕਰਨ ਦੇ ਨਾਲ ਨਾਲ। ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ। ਜੁੜੇ ਰਹੋ ਸੁਰਖਾਬ ਟੀਵੀ ਦੇ ਨਾਲ। ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ। ਧੰਨਵਾਦ। ਇੱਕ ਸਰ ਬਾਹਰ